निर्मल रसना अमृत पिया। गुर कर सच विचार, गुरु कर रे मन मेरे। गुर कर शब्द सपना, अगन कट है सब तेरे। गुर नैन बहन गुर गुर करहो, गुरु सत कब न लगै। जन गुरु न दिखियो न हुकियो, ते अकथ संसार मह। आए प्रभ शरणागति, कृपा निध दयाल। एक अखर हर मन बसत, नानक होत निहाल। एक अखर हर मन बसत, नानक होत निहाल। सर्वे कायनात नूरे जहां वाली कुल आलम, रब्बी ज्ञान के मुजस्समे मनुखता दे रहबर जगत जलांदे दा उदाहर करनहार। धन धन श्री गुरु ग्रंथ साहिब जियां दी मुकद्दस अगोश अंदर बाबा साहब अनोखे अमर शहीद, कौम के महान शहीद धन बाबा दीप सिंह जी तिन्हां दे आगमन दिहाड़े नूं संबंधित अते समर्पित रात्रि के महीनावार विशेष गुरमत समागमां अंदर आप जी सजे हो। बड़ी खुशी हुई आप जिया ने गुरु के कीर्तनिया पासों गुरु की रबी तुरकी बाणी का कीर्तन गुरमुखा ने बड़े रस अते रागां की दुनिया सहित किया है। आप धनता के योग गुरु की मेहर है। साहिब के चरणों च बेनती करिए सतगुरु जी आप मेहरामत बख्शिश करके अगलेरी विचार की सेवा लै। ये तद संभव होगा जो आप जी असीस बख्शोगे। करो कृपालता कोई रसनावां जी ना रहे, भावना प्यार श्रद्धा ते सत्कार के घर विच आओ। अदब सैत गुरु बख्शी फतेह बुलाओ जी। वाहिगुरू जी का खालसा, वाहिगुरू जी की फतेह। जितना लंबा इतिहास है, समा बहुत भी है तो थोड़ा भी है। इस करके बहुती भूमिका वाल जाने की बजाय मैं रब्बी बाणी के कुछ परमाना सहित कौम के उस महान शहीद जिन्हों ने कौम के अंदर एक नवी उत्साह ते जज्बा भर के कौम को सेध दी है, उन्होंने इतिहासक जीवन वाल परतांगा। भट्ट साहबाना ने बाणी अंदर फैसला दिता है, कह लगे कुछ काम दुनिया के ऐसे ने जो कुदरती हो जाते हैं। बहुत ध्यान ਨਾਲ सुनियो कि जिस विषय को मैं तुहाडे नाल अज जरूरी खोलना है, कुछ काम ऐसे ने जिहड़े प्रभु भी गैर कुदरती करता है। तुसीं हैरान होवोगे और तुसीं जिहड़े सुनदे हो सज्जन जानते हो। मैं अपने कोल ते शब्द नहीं वरतनिया, अथेंटिक स्टेटमेंटा मैं तुहाडे सामने रखांगा। गैर कुदरती ने असल में वो गैर कुदरती नहीं, वो साडे दिमाग तो बाहर लगते हैं कि बंदा सोचता शायद ये गैर कुदरती ने, या नेचर ने। ऐसा नहीं है। सुनियो ध्यान नाल। भट्ट साहबान कहते गुरु चाहे तो एडी वड्डी तब्दीली करता। एक सोईया सामने रखांगा। दो चीज़ां ने दुनिया अंदर, एक कच है, दूजा कंचन है, सोना है। ये ध्यान में रखियो। ਕੱਚ ਉਹਨੂੰ ਆਪਾਂ ਕਹਿੰਦੇ ਆ ਜਦੋਂ ਗਲਾਸ ਆਇਨਾ ਸ਼ੀਸ਼ਾ ਟੁੱਟ ਜਾਏ, ਸਾਬਤ ਨੂੰ ਕੱਚ ਨਹੀਂ ਕਹਿੰਦੇ।
ਆਪਾਂ ਇਹ ਨਹੀਂ ਕਹਿੰਦੇ ਕਿ ਇਹ ਫਲਾਨੀ ਚੀਜ਼ ਕੱਚ ਦੀ ਚੀਜ਼ ਹੁੰਦੀ ਹੈ, ਜਦੋਂ ਟੁੱਟ ਜਾਏ ਉਹ ਕੱਲਾ ਕੱਚ ਰਹਿ ਜਾਂਦਾ। ਗਲਾਸ ਉਨੀ ਦੇਰ ਕੱਚ ਦਾ ਜਿੰਨੀ ਦੇਰ ਉਹ ਸਾਬਤ ਹੈ, ਜਦੋਂ ਟੁੱਟ ਜਾਏ ਫਿਰ ਥੋੜੀ ਕਹਿੰਦੇ ਆਪਾਂ ਇਹ ਕੱਚ ਦਾ ਗਲਾਸ ਹੈ, ਕਹਿੰਦੇ ਕੱਚ ਰਹਿ ਗਿਆ ਕਰ। ਤੇ ਕੱਚ ਕੀ ਕੰਮ ਕਰਦਾ ਸੰਗਤ ਜੀ? ਕੱਚ ਜਦੋਂ ਰਸਤੇ 'ਚ ਕੋਈ ਜਾਂਦਾ ਹੋਵੇ ਉਹਦੇ ਚੁੱਭਦਾ ਉਹਨੂੰ ਦੁੱਖ ਦਿੰਦਾ ਹੈ। ਤੇ ਦੂਜੀ ਬੇਨਤੀ ਚੇਤੇ ਰੱਖਿਓ, ਕੱਚ ਦੀ ਦੁਨੀਆ 'ਚ ਕੋਈ ਆਪਣਾ ਨਹੀਂ ਹੁੰਦਾ। ਜਿਹਦੇ ਹੱਥ 'ਚ ਫੜਿਆ ਹੁੰਦਾ, ਜਿਹਨੇ ਮੁੱਲ ਖਰੀਦਿਆ ਹੁੰਦਾ, ਗਲਾਸ ਟੁੱਟ ਗਿਆ ਕੱਚ ਦਾ ਉਸੇ ਦੀ ਚੁੱਭ ਜਾਂਦਾ। ਉਹ ਇਹ ਥੋੜੀ ਵੇਂਦਾ ਵੀ ਇਹਨੇ ਮੇਰੇ 'ਚ ਪੈਸੇ ਖਰਚੇ ਨੇ, ਮੇਰਾ ਆਪਣਾ ਹੈ। ਉਹ ਕੱਚ ਹੈ ਤੇ ਕੱਚ ਦੀ ਕੋਈ ਕੀਮਤ ਨਹੀਂ। ਬੰਦਾ ਆਪਣੇ ਘਰੋਂ ਦੂਰ ਸੁੱਟਦਾ ਹੈ ਤੇ ਜਿੱਥੇ ਸੁੱਟਿਆ ਜਾ ਰਿਹਾ ਜੇ ਉਹ ਵੇਖ ਲੈ ਤੇ ਉਹ ਵੀ ਕਹਿੰਦਾ ਭਲਿਆ ਇੱਥੇ ਕਿਉਂ ਸੁੱਟ ਰਿਹਾ, ਕਿਸੇ ਹੋਰ ਚੁੱਭੇਗਾ। ਕੱਚ ਮੇਰੇ ਕਹਿਣ ਤੋਂ ਭਾਵ ਹੈ ਜਿੱਥੇ ਜਾਏਗਾ ਦੁਖੀ ਕਰੇਗਾ, ਔਰ ਜਦੋਂ ਕੱਚ ਟੁੱਟ ਜਾਏਗਾ ਉਹਦੀ ਕੋਈ ਕੀਮਤ ਨਹੀਂ ਰਹੇਗੀ। ਗਲਾਸ ਟੁੱਟ ਗਿਆ ਠੀਕ ਹੈ, ਢਾਲ ਕੇ ਭੱਠੀ ਵਿੱਚ ਲਿਜਾ ਕੇ ਦੁਬਾਰਾ ਕਦੇ ਉਹ ਜਾ ਕੇ ਉਸ ਰੂਪ 'ਚ ਆਏਗਾ। ਲੰਮੀ ਪ੍ਰਕਿਰਿਆ ਪਤਾ ਨਹੀਂ ਕਦੋਂ ਆਏ, ਪਰ ਕੱਚ ਦੀ ਕੀਮਤ ਨਹੀਂ ਰਹਿੰਦੀ। ਜਦੋਂ ਟੁੱਟ ਜਾਏ ਤੇ ਸੋਨਾ ਭਾਵੇਂ 20 ਵਾਰੀ ਟੁੱਟ ਜਾਏ, ਸੋਨੇ ਦੀ ਕੀਮਤ ਕਦੇ ਘਟਦੀ ਨਹੀਂ, ਕੰਚਨ ਦੀ ਕੀਮਤ ਕਦੇ ਘਟਦੀ ਨਹੀਂ। ਹੁਣ ਸੁਣਿਓ ਰੱਬੀ ਬਾਣੀ ਦੇ ਬਚਨ। ਭੱਟ ਸਾਹਿਬਾਨ ਕਹਿੰਦੇ ਗੁਰੂ ਸਾਹਿਬ ਵਿੱਚ ਐਸੀ ਬਖਸ਼ਿਸ਼ ਹੈ, ਸਮਰੱਥਾ ਸ਼ਬਦ ਮੈਨੂੰ ਵਰਤਣਾ ਪੈਣਾ, ਗੁਰੂ ਦੀ ਸਮਰੱਥਾ ਦਾ ਅੰਤ ਨਹੀਂ ਕੋਈ। ਕਹਿ ਲੱਗੇ ਗੁਰੂ ਦੇ ਘਰ ਦੀ ਐਸੀ ਬਖਸ਼ਿਸ਼ ਹੈ, ਐਸੀ ਸਮਰੱਥਾ ਹੈ, ਗੁਰੂ ਚਾਹੇ ਤੇ ਗੁਰੂ ਕੱਚ ਨੂੰ ਵੀ ਕੰਚਨ ਕਰ ਦਿੰਦਾ ਹੈ। ਕੱਚ ਹੋ ਕੰਚਨ ਭਇਓ, ਸ਼ਬਦ ਗੁਰ ਸਰਵਣੈ ਸੁਣਿਓ। ਜਦੋਂ ਇਸ ਰੱਬੀ ਬਾਣੀ ਨੂੰ ਕੋਈ ਸੁਣ ਲੈ ਸਹਿਜ ਨਾਲ ਤੇ ਕੱਚ ਨੂੰ ਵੀ ਗੁਰੂ ਸਾਹਿਬ ਸੋਨਾ ਬਣਾ ਦਿੰਦੇ। ਫਿਰ ਯਾਦ ਰੱਖਿਓ, ਕੱਚ ਕਿਸੇ ਨੂੰ ਮਿਲ ਜਾਏ ਤੇ ਘਰ ਦਾ ਵੀ ਦੂਰ ਸੁੱਟ ਦਿੰਦਾ ਹੈ। ਸੋਨਾ ਕਿਸੇ ਨੂੰ ਖਿਲਰਿਆ ਹੋਇਆ, ਡਿੱਗਿਆ ਹੋਇਆ, ਟੁੱਟਿਆ ਹੋਇਆ ਮਿਲ ਜਾਏ, ਕੋਈ ਇਹ ਕਹਿ ਕੇ ਨਹੀਂ ਛੱਡਦਾ ਵੀ ਇਹ ਤੇ ਟੁੱਟਿਆ ਹੋਇਆ ਤੋਂ ਕੀ ਕਰਾਉਣਾ, ਕਿਉਂਕਿ ਸੋਨਾ ਜਿਹਨੂੰ ਮਿਲੇਗਾ ਉਹਨੂੰ ਸੁੱਖ ਦੇਵੇਗਾ, ਉਹਦੇ ਨਾਲੋਂ ਪਦਾਰਥ, ਉਹਦੇ ਨਾਲੋਂ ਆਪਣੀ ਫਾਈਨੈਂਸ਼ੀਅਲੀ ਲਾਈਫ, ਆਰਥਿਕ ਜ਼ਿੰਦਗੀ ਸੌਖੀ ਕੱਢੇਗਾ। ਤੇ ਕੱਚ ਜਿਹਨੂੰ ਵੀ ਮਿਲੇਗਾ ਉਹਨੂੰ ਦੁੱਖ ਦੇਗਾ। ਇਹ ਤੋਂ ਭਾਵ ਕੀ ਹੈ? ਉਹ ਬੰਦੇ ਜਿਹੜੇ ਦੁਨੀਆ ਨੂੰ ਦੁੱਖ ਦੇਣ ਵਾਲੇ ਕੱਚ ਦਾ ਰੂਪ ਨੇ, ਜਦੋਂ ਰੱਬੀ ਬਾਣੀ ਨਾਲ ਜੁੜਦੇ ਨੇ ਗੁਰੂ ਉਹਨਾਂ ਨੂੰ ਸੁੱਖ ਦੇਣ ਵਾਲੇ ਬਣਾ ਦਿੰਦਾ। ਇੱਕੋ ਪ੍ਰਮਾਣ ਦੇ ਕੇ ਆਪਣੇ ਇਤਿਹਾਸ ਵੱਲ ਆਉਣਾ। ਵੇਖੋ ਭੀਲ ਦਾ ਇਲਾਕਾ, ਮੱਧ ਪ੍ਰਦੇਸ਼ ਦਾ ਇਲਾਕਾ, ਤੁਸੀਂ ਜਾਣਦੇ ਹੋਗੇ, ਕੌਡਾ ਕੱਚ ਹੈ ਨਾ, ਦੁੱਖ ਦਿੰਦਾ ਦੁਨੀਆ ਤੇ ਗੁਰੂ ਨਾਨਕ ਦੇ ਹੱਥ ਚੜ੍ਹ ਜਾਂਦਾ। ਸਤਿਗੁਰੂ ਕਿਰਪਾ ਕਰਦੇ ਨੇ, ਕੌਡਾ ਹੀ ਸੁੱਖ ਦੇਣ ਵਾਲਾ ਬਣ ਜਾਂਦਾ ਹੈ। ਅੱਜ ਤੱਕ ਜਬਲਪੁਰ ਦੇ ਇਲਾਕੇ 'ਚ ਉਹਨਾਂ ਜੰਗਲਾਂ 'ਚ ਬਣਿਆ ਹੋਇਆ ਸਥਾਨ ਦੱਸਦਾ ਜਿੱਥੋਂ ਦੀ ਲੋਕ ਲੰਘਦੇ ਨਹੀਂ ਸੀ, ਅੱਜ ਸਪੈਸ਼ਲ ਚੱਲ ਕੇ ਦਰਸ਼ਨ ਕਰਨ ਜਾਂਦੇ ਨੇ। ਇਹ ਸੁੱਖ ਦੇਣ ਵਾਲਾ ਗੁਰੂ ਨਹੀਂ ਜ਼ਰੂਰ ਕੀ ਹੈ। ਕੱਚੋ ਹੋ ਕੰਚਨ ਭਇਓ, ਸ਼ਬਦ ਗੁਰ ਸਰਵਣੈ ਸੁਣਿਓ। ਅਗਲੀ ਬੇਨਤੀ, ਵਿਖ ਤੇ ਅੰਮ੍ਰਿਤ ਹੋਇਓ। ਬਹੁਤ ਧਿਆਨ ਨਾਲ ਸੁਣਿਓ ਪੜ੍ਹੇ ਲਿਖੇ ਸੱਜਣ। ਵਿਖ ਰੂਪ ਹੋਵੇ, ਯਹ ਰੂਪ ਹੋਵੇ, ਕੁਆਇਨ ਹੋਵੇ। ਤੇ ਜਦੋਂ ਸੱਚਾ ਪਾਤਸ਼ਾਹ ਰਹਿਮਤ ਕਰਦਾ, ਗੁਰੂ ਵਿਖ ਨੂੰ ਵੀ, ਜ਼ਹਿਰ ਨੂੰ ਵੀ ਅੰਮ੍ਰਿਤ ਬਣਾ ਦਿੰਦਾ ਹੈ। ਹੁਣ ਬਿਲਕੁਲ ਇੱਕ ਛੋਟਾ ਪ੍ਰਮਾਣ ਲਿਓ, ਜ਼ਹਿਰ ਹੈ ਉਹਦੀ ਦੁਨੀਆ 'ਚ ਆਪਣਾ ਪਰਾਇਆ ਕੋਈ ਨਹੀਂ, ਪਰ ਗੁਰੂ ਸਾਹਿਬ ਕਿਰਪਾ ਕਰਦੇ ਨੇ, ਅੰਦਰ ਦੀ ਦਵੈਸ਼, ਅੰਦਰ ਦੀ ਈਰਖਾ, ਅੰਦਰ ਦੀ ਨਿੰਦਿਆ, ਇਸ ਜ਼ਹਿਰ ਨੂੰ ਖਤਮ ਕਰਕੇ ਅੰਮ੍ਰਿਤ ਬਣਾਉਂਦੇ ਨੇ। ਵਿਖ ਤੇ ਅੰਮ੍ਰਿਤ ਹੋਇਓ, ਪਰ ਕਦੋਂ ਜੀ ਨਾਮ ਸਤਿਗੁਰ ਮੁਖ ਭਣਿਓ। ਇਹਦੇ ਅੰਦਰ ਦੀ ਜ਼ਹਿਰ ਅੰਮ੍ਰਿਤ ਬਣਦੀ ਹੈ ਜਿਨ੍ਹਾਂ ਤੇ ਗੁਰੂ ਗ੍ਰੰਥ ਸਾਹਿਬ ਕਿਰਪਾ ਕਰਦੇ ਨੇ, ਜਿਹੜੇ ਬਹਿ ਕੇ ਜਪਦੇ ਨੇ ਸਤਿਨਾਮ ਸ੍ਰੀ ਵਾਹਿਗੁਰੂ। ਇਹ ਮੈਂ ਨਹੀਂ ਕਿਹਾ, ਕਿਉਂਕਿ ਅੱਜ ਦੁਨੀਆ ਵਿੱਚ ਇਹ ਵੀ ਚੱਲਦਾ, ਸਿੱਖੀ 'ਚ ਵੀ ਆ ਗਈ ਇਹ ਗੱਲ ਵੀ ਵੇਖੋ ਜੀ ਨਾਮ ਦੀ ਕੀ ਲੋੜ ਹੈ ਜੀ, ਵਾਹਿਗੁਰੂ ਕਹਿਣ ਦੀ ਕੀ ਲੋੜ ਹੈ। ਵਾਰ-ਵਾਰ ਗੁਰੂ ਗ੍ਰੰਥ ਸਾਹਿਬ, ਵਾਰ-ਵਾਰ ਭਾਈ ਗੁਰਦਾਸ ਸਾਹਿਬ, ਵਾਰ-ਵਾਰ ਸਾਡੇ ਇਤਿਹਾਸ ਸਰੋਤ ਸਾਡੀਆਂ ਘਟਨਾਵਾਂ ਦੱਸਦੀਆਂ ਕਿ ਜਿਨ੍ਹਾਂ ਨੇ ਪ੍ਰਭੂ ਨੂੰ ਸਿਮਰਿਆ ਹੈ ਉਹਨਾਂ ਦੇ ਅੰਦਰ ਦੀ ਜ਼ਹਿਰ ਅੰਮ੍ਰਿਤ ਹੋ ਗਈ। ਵਿਖ ਤੇ ਅੰਮ੍ਰਿਤ ਹੋਇਓ, ਨਾਮ ਸਤਿਗੁਰ ਮੁਖ ਭਣਿਓ। ਇੱਕੋ ਪ੍ਰਮਾਣ ਫਿਰ ਲਿਓ, ਬਹੁਤ ਧਿਆਨ ਨਾਲ ਸੁਣਨਾ। ਗੁਰੂ ਨਾਨਕ ਸਾਹਿਬ ਦੀ ਆਰਬਲਾ 9 ਸਾਲ ਹੈ। ਮੈਂ ਤਾਂ ਥੋੜ੍ਹੀਆਂ ਜਿਹੀਆਂ ਇਤਿਹਾਸ ਘਟਨਾਵਾਂ ਇਸ ਰੱਬੀ ਬਾਣੀ ਦੇ ਸੋਈਏ ਨਾਲ ਸੰਬੰਧਿਤ ਕਹਿਣੀ ਹੈ ਕਿ ਏਡਾ ਵੱਡਾ ਜੀਵਨ ਬਾਬਾ ਦੀਪ ਸਿੰਘ ਜੀ ਦਾ ਕਿੱਦਾਂ ਹੋਇਆ, ਕੀ ਖੇਡ ਹੈ। ਜਦੋਂ ਅਸੀਂ ਗੁਰੂ ਵੱਲ ਵੇਖਦੇ ਹਾਂ ਨਾ, ਤੇ ਧੰਨ ਗੁਰੂ ਨਾਨਕ ਸਾਹਿਬ ਨੂੰ ਸਭ ਛਾਂ ਕਰਕੇ ਬੈਠਾ ਹੈ। ਤੇ ਅੱਜ ਅਸੀਂ ਕੀ ਕਹਿੰਦੇ ਹਾਂ, ਤੁਸੀਂ ਸੁਣਦੇ ਹੋ, ਉਸ ਪਾਸੇ ਨਹੀਂ ਜਾਣਾ। ਵੇਖੋ ਜੀ ਇਹ ਗਲਤ ਹੈ, ਗਲਤ ਕੁਝ ਨਹੀਂ ਹੈ। ਕੋਈ ਦ੍ਰਿਸ਼ਟੀ ਹੁੰਦੀ ਹੈ
ਜਦੋਂ ਆਪਾਂ ਗੁਰੂ ਨਾਲ ਜੁੜ ਜਾਂਦੇ ਹਾਂ ਤੇ ਸਾਨੂੰ ਸਮਝ ਆ ਜਾਂਦੀ ਦੇਖ ਉੱਪਰ ਆਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣਾ ਨੇਤਰ ਉਹ ਹੀ ਹੁੰਦੇ ਆ। ਇੱਕ ਦਿਨ ਮੈਲੀ ਨਿਗਾਹ ਵੇਖਦੇ ਆ ਜਿਹਦੇ ਬਾਪੂ ਗਿਆਨ ਦਾ ਸੁਰਮਾ ਪਾ ਦਿੰਦਾ ਹੈ, ਅੰਦਰ ਦਾ ਟਿਕਾ ਆ ਜਾਂਦਾ ਹੈ, ਵਾਸ਼ਨਾਵਾਂ ਬੈਠ ਜਾਂਦੀਆਂ ਨੇ, ਗੁਰੂ ਦਾ ਸ਼ਬਦ ਉੱਭਰ ਆਉਂਦਾ ਹੈ ਤੇ ਫਿਰ ਕੀ ਹੋ ਜਾਂਦਾ ਜੀ, ਫਿਰ ਦ੍ਰਿਸ਼ਟੀ ਬਦਲ ਜਾਂਦੀ ਹੈ। ਦ੍ਰਿਸ਼ਟੀ ਬਦਲ ਜਾਂਦੀ ਤੇ ਸ੍ਰਿਸ਼ਟੀ ਬਦਲ ਜਾਂਦੀ ਹੈ। ਵਿਖ ਤੇ ਅੰਮ੍ਰਿਤ ਹੋਇਓ ਨਾਮ ਸਤਿਗੁਰ ਮੁਖ ਭਣਿਓ। ਸੱਪ ਨੇ ਛਾਂ ਕੀਤੀ ਠੀਕ ਹੈ, ਮੈਂ ਇੱਥੇ ਤੁਹਾਨੂੰ ਇੰਨੀ ਗੱਲ ਨਹੀਂ ਕਰਨ ਲੱਗਾ, ਬੜੇ ਪਿਆਰ ਨਾਲ ਸੁਣਿਓ ਜੀ। ਅਸਲ ਵਿੱਚ ਸੱਪ ਤਾਂ ਛਾਂ ਕਰਕੇ ਬੈਠਾ ਹੈ। ਸੱਪ ਦਾ ਸੁਭਾਅ ਹੈ, ਸ਼ਾਸਤਰਾਂ ਨੂੰ ਪੜ੍ਹੋਗੇ 3 ਕੰਮ ਕਰਨੇ। ਪਹਿਲਾ ਕੰਮ ਹੈ ਸੱਪ ਦਾ ਕੰਮ ਹੈ ਡੰਗਣਾ ਤੇ ਜ਼ਹਿਰ ਚੜਾ ਦੇ। ਸੱਪ ਤੋਂ ਕਦੇ ਵੀ ਤੁਸੀਂ ਭਲੇ ਦੀ ਉਮੀਦ ਨਹੀਂ ਰੱਖ ਸਕਦੇ, ਕਦੇ ਵੀ। ਭਾਵੇਂ ਕੁਝ ਪਰਸੈਂਟੀ ਜ਼ਹਿਰੀਲੇ ਹੁੰਦੇ ਨੇ, ਪੜ੍ਹੇ ਲਿਖੇ ਜਾਣਦੇ ਹੋ, ਬਾਕੀ ਸੱਪਾਂ ਜ਼ਹਿਰ ਨਹੀਂ ਹੁੰਦੇ, ਖਤਰਨਾਕ ਨਹੀਂ ਹੁੰਦੇ। ਪਰ ਮਨੁੱਖ ਹਰੇਕ ਤੋਂ ਡਰਦਾ। 2% ਜ਼ਹਿਰੀਲੇ, 98 ਤੋਂ ਬੰਦਾ ਵੈਸੇ ਡਰੀ ਜਾਂਦਾ, ਕਿਉਂਕਿ ਸੱਪ ਨਾਮ ਨਾਲ ਜੁੜ ਗਿਆ। ਹੁਣ ਦੁਨੀਆ ਅੰਦਰ ਜਦੋਂ ਧੰਨ ਗੁਰੂ ਨਾਨਕ ਸਾਹਿਬ ਦਾ ਜੀਵਨ ਵੇਖਦੇ ਆ, ਜਿਹੜਾ ਸੱਪ ਛਾਂ ਕਰਕੇ ਬੈਠਾ ਕਿਹੜਾ, ਜਿਹੜਾ ਕੱਲ ਤੱਕ ਡੰਗਦਾ ਤੇ ਲੋਕਾਂ ਨੂੰ ਮਾਰਦਾ ਤੇ ਜ਼ਹਿਰ ਚੜਾਉਂਦਾ ਹੈ। ਤੇ 9 ਸਾਲ ਦੀ ਉਮਰ 'ਚ ਹੁਣ ਤੁਸੀਂ ਵੇਖੋਗੇ ਨਾ, ਜੇ ਕਦੇ ਇਸ ਤਰੀਕੇ ਨਾਲ ਵੇਖੋਗੇ ਆਪ ਜੀ, ਇਹ ਵਿਦਵਾਨ ਬੰਦੇ ਉਹਨਾਂ ਦੇ ਗਏ ਵੀ ਵੇਖੋ ਜੀ ਸੱਪ ਦੀ ਸਜਲੀ ਸ਼ਬਦ ਹੀ ਤੁਸੀਂ ਵਰਤੇ ਉੱਧਰ ਸ਼ਰੀ ਕਹਿ ਲਓ ਵੀ ਸੱਪ ਦਾ ਸਿਰ ਬੜਾ ਛੋਟਾ ਤੇ ਧੰਨ ਗੁਰੂ ਨਾਨਕ ਸਾਹਿਬ ਦਾ ਮੁੱਖ ਬੜਾ ਵੱਡਾ ਹੋਏਗਾ ਜੀ। ਛਾਂ ਤੇ ਹੋਈ ਨਹੀਂ, ਛਾਂ ਥੋੜੀ ਕੀਤੀ। ਛਾਂ ਕਰਨ ਦਾ ਤੇ ਇੱਕ ਪ੍ਰਤੀਕ ਦਿੱਤਾ ਬਾਬੇ ਨੇ ਕਿ ਐਸਾ ਸ਼ਬਦ ਲੈ ਕੇ ਦੁਨੀਆ 'ਚ ਜਾਵਾਂਗਾ ਜਿਨ੍ਹਾਂ ਦਾ ਕੰਮ ਦੁਨੀਆ ਨੂੰ ਕੇਵਲ ਡੰਗਣਾ ਹੈ, ਉਹ ਡੰਗਿਆ ਨਹੀਂ ਕਰਨਗੇ, ਉਹ ਛਾਂ ਕਰਿਆ ਕਰਨ। ਸੱਜਣ ਕੀ ਸੀ, ਸਾਪੀ ਸੀ ਨਾ, ਡੰਗਦਾ ਹੀ ਸੀ ਤੇ ਮੁੜ ਕੇ ਥੋੜੀ ਡੰਗਿਆ। ਜਦੋਂ ਬਾਬੇ ਦਾ ਸ਼ਬਦ ਸੁਣਿਆ ਸੁਭਾਅ ਹੀ ਛੱਡ ਦਿੱਤਾ। ਔਰ ਪੜ੍ਹੇ ਲਿਖੇ ਸੁਣਿਓ, ਜਿਨ੍ਹਾਂ ਕਦੇ ਮੈਡੀਕਲ ਸਾਇੰਸ ਪੜ੍ਹੀ ਹੋਏ, ਦੁਨੀਆ ਅੰਦਰ ਸਭ ਕੁਝ ਹੋ ਗਿਆ। ਬੜੇ ਧਿਆਨ ਨਾਲ ਸੁਣਨਾ, ਤੁਸੀਂ ਸਾਰੇ ਧਰਮਾਂ ਦੇ ਧਾਰਮਿਕ ਸਰੋਤਾਂ ਨੂੰ ਐਨਾਲਿਸਿਸ ਕਰ ਲਓ, ਪੜ੍ਹ ਲਓ, ਕੰਪੈਰੀਜ਼ਨ ਕਰਕੇ ਵੇਖੋ ਸਾਰਿਆਂ ਨੂੰ। ਤੁਹਾਨੂੰ ਇੱਕ ਗੱਲ ਲੱਭੇਗੀ ਸ਼ਾਸਤਰਾਂ 'ਚੋਂ ਵੀ, ਦੇਵਤੇ ਵੀ ਪੈਗੰਬਰੀ ਪੁਰਸ਼ ਕਿਸੇ ਦਾ ਸੁਭਾਅ ਨਹੀਂ ਬਦਲ ਸਕੇ। ਤੁਹਾਡੇ ਸਾਹਮਣੇ ਇੱਕ ਪ੍ਰਮਾਣ ਦੇ ਆ, ਸੁਭਾਅ ਤੇ ਕਰਮ। ਬਹੁਤ ਧਿਆਨ ਨਾਲ ਸੁਣਨ ਵਾਲਾ ਨੁਕਤਾ ਰੱਬੀ ਬਾਣੀ ਦਾ, ਇਹਨੂੰ ਕੇਵਲ ਗੁਰੂ ਤੇ ਪ੍ਰਮਾਤਮਾ ਬਦਲਦਾ ਹੈ। ਯਾਦ ਰੱਖਿਓ, ਕਰਮ ਵੀ ਕਿਸੇ ਦੇ ਕੋਈ ਨਹੀਂ ਬਦਲ ਸਕਿਆ ਤੇ ਸੁਭਾਅ ਵੀ ਨਹੀਂ ਬਦਲ ਸਕਿਆ। ਜਦੋਂ ਸੁਭਾਅ ਬਦਲ ਗਿਆ, ਕਰਮ ਤੇ ਫਿਰ ਆਪੇ ਬਦਲ ਜਾਣਗੇ। ਹੁਣ ਡੰਗਣ ਵਾਲਾ ਛਾਂ ਕਰਦਾ, ਉਹੀ ਸੱਜਣ ਡੰਗਦਾ ਹੈ, ਲੋਕਾਂ ਦੇ ਨਾਲ ਗਲਤ ਤਰੀਕੇ ਨਾਲ ਧਨ ਕਮਾਉਂਦਾ, ਮਾਰਦਾ। ਨਕਲੀ ਧਰਮਸ਼ਾਲ ਬਣੀ ਹੈ। ਬਾਬੇ ਦੇ ਚਰਨ ਪੈ ਕੇ ਵਿਖ ਤੇ ਅੰਮ੍ਰਿਤ ਹੋਇਓ। ਉਸੇ ਪੰਕਤੀ 'ਚ ਬੇਨਤੀ ਕਰ ਰਹੇ ਹਾਂ, ਵਿਖ ਤੇ ਅੰਮ੍ਰਿਤ ਹੋਇਓ ਨਾਮ ਸਤਿਗੁਰ ਮੁਖ ਭਣਿਓ। ਤੇ ਉਹਦੇ ਅੰਦਰ ਦੀ ਜ਼ਹਿਰ ਮਰ ਗਈ, ਉਹ ਸੱਜਣ ਛਾਂ ਕਰਨ ਲੱਗਾ। ਪ੍ਰਮਾਣ ਪੜ੍ਹਨਾ ਰੱਬੀ ਬਾਣੀ 'ਚੋਂ, ਧਨਾਸਰੀ ਬਾਣੀ ਭਗਤਾਂ ਕੀ ਤਰਲੋਚਨ ਜੀ, ਪੂਰਾ ਸ਼ਬਦ ਤੁਸੀਂ ਪੜ੍ਹੇ ਹੋ। ਨਾਰਾਇਣ ਨੇ ਸਕਾਇ ਭੂਲੀ ਗਵਾਰੀ, ਦੋਕ੍ਰਿਤ ਸੋਕ੍ਰਿਤ ਖਾਰੋ ਕਰਮ ਨਹੀਂ ਰਹਾਓ। ਸੰਕਰਾ ਮਸਤਕ ਬਸਤਾ ਸੁਸਰੀ ਇਸ਼ਨਾਨ ਦੇ, ਫੁੱਲ ਦੇ ਅੰਮ੍ਰਿਤ ਦੇ ਮਿਲਿਓ ਸਾਰਗ ਪਾਣ ਦੇ, ਕਰਮ ਕਰ ਕਪਾਲ ਮਾਫੀਟ ਸਰੀ। ਜਦੋਂ ਸਾਰਾ ਸ਼ਬਦ ਪੜ੍ਹੋਗੇ 5 ਪ੍ਰਮਾਣ ਹੈ, ਤੁਸੀਂ ਹੈਰਾਨ ਹੋਵੋਗੇ। 5 ਸਨਾਤਨੀ ਧਰਮ ਦੇ ਵੀ ਨਹੀਂ ਕਰਮ ਬਦਲੇ ਗਏ। ਇਹਦੇ ਤੁਸੀਂ ਪੜ੍ਹਦੇ ਹੋ ਕੇ ਚੱਲ ਕੇ ਕਿ ਵੇਖੋ ਯਤਨ ਕੀਤਾ ਗਿਆ, ਪਰ ਕੀ ਹੋਇਆ, ਕਰਮ ਕਰ ਕਸੌਟੀ ਮਾਫੀਟ ਸਰੀ ਨਹੀਂ ਗੱਲ ਬਣੀ। ਤੇ ਗੱਲ ਕਿੱਥੋਂ ਬਣੇਗੀ, ਬੰਦਾ ਨਿਰਾਸ਼ ਹੋ ਗਿਆ ਵੀ ਜੇ ਸੁਭਾਅ ਹੀ ਨਹੀਂ ਬਦਲਣਾ, ਜੇ ਕਰਮ ਹੀ ਨਹੀਂ ਬਦਲਣੇ, ਫਿਰ ਕੀ ਕਰੀਏ। ਤੇ ਫਿਰ ਫੈਸਲਾ ਪਤਾ ਕੀ, ਸ਼ਬਦ ਦੇ ਅੰਤ ਵਿੱਚ ਤੇ ਭਗਤ ਤਰਲੋਚਨ ਸਾਹਿਬ ਜੀ ਆਪਣੀ ਜੀਵ ਆਤਮਾ ਨੂੰ ਕਹਿੰਦੇ ਭਰੀਏ ਯਾਦ ਰੱਖ। ਇੱਕ ਗੱਲ ਸਮਝਣ ਵਾਲੀ ਹੈ ਕਿ ਇਹ ਜਿੰਨੇ ਵੀ ਕਰਮ ਹੈ ਜਿਨ੍ਹਾਂ ਨੂੰ ਬਦਲ ਸਕਦਾ, ਕੌਣ ਬਦਲ ਸਕਦਾ? ਪੂਰਬਲੋ ਕ੍ਰਿਤ ਕਰਮ ਨਾ ਮਿਟੈ ਰੀ ਘਰ ਗਹਿਨ, ਤਾਕੇ ਮੋਏ ਜਾਪੀ ਰਵੇ ਰਾਮ ਕੇ ਨਾਮਨ। ਬਾਦਤ ਬਦਤ ਦਾ ਅਰਥ ਹੁੰਦਾ ਕਹਿਣਾ, ਬਾਦਤ ਤਰਲੋਚਨ ਰਾਮ ਜੀ ਕਹਿ ਲੱਗੇ ਪੂਰਬਲੇ ਕ੍ਰਿਤ ਕਰਮ ਹੈ ਜਿਹੜੇ, ਇਹ ਕੇਵਲ ਗੁਰੂ ਦਾ ਸ਼ਬਦ ਮਿਟਾ ਸਕਦਾ, ਹੋਰ ਕੋਈ ਨਹੀਂ ਮਿਟਾਉਂਦਾ। ਇੱਕ ਪ੍ਰਮਾਣ ਹੋਰ ਪੜ੍ਹ ਸਕਦੇ ਹੋ, ਗੁਰ ਕਾ ਸ਼ਬਦ ਘੱਟ ਹੈ ਕੋਟ ਕਰਮ। ਤੇ ਜੇ ਗੁਰੂ ਨਾਲੋਂ ਦੂਰ ਰਹੇ, ਇਹਨੂੰ ਕੰਪੈਰੀਜ਼ਨ ਕਰਕੇ ਵੇਖਿਓ, ਤੁਲਨਾ ਕਰਕੇ। ਅੱਜ ਅਸੀਂ ਹਰੇਕ ਗੱਲ ਤੇ ਉਲਝਦੇ ਹਾਂ। ਗੁਰੂ ਨੇ ਇੰਨਾ ਸਾਫ਼ ਰਸਤਾ ਸਿੱਖਾ ਦੱਸਿਆ, ਅਸੀਂ ਜਾਣਬੁੱਝ ਕੇ ਉਲਝੀ ਜਾਂਦੇ। ਹੁਣ ਤੁਹਾਨੂੰ ਵੱਡਾ ਰੋਡ ਬਣਾਤਾ ਸਰਕਾਰ ਨੇ, ਤੇ ਜੇ ਆਪਾਂ ਕਿਹੜੀਆਂ ਵੱਡੀਆਂ ਗੱਡੀਆਂ ਕਰਕੇ ਜਾਮ ਲਾਈ ਜਾਈਏ, ਫਿਰ ਸਰਕਾਰ ਕੀ ਕਰ ਸਕਦੀ? ਗੁਰੂ ਨੇ ਇੰਨਾ ਸੌਖਾ ਰਾਹ ਦੱਸਿਆ ਸਾਨੂੰ, ਇੰਨਾ ਸੌਖਾ ਰਾਹ ਦੱਸਿਆ
ਅਸੀਂ ਆਪਣੇ ਆਪ ਨੂੰ ਉਲਝਾਈ ਬੈਠੇ क्योंकि ड्राइविंग ठीक नहीं, चलना ठीक नहीं, गुरु के भाने में चलन वाला राह बनाई। बेनती सुनियो, पूर्वलो कृत कर्म ना मिटा रे कर गए आते ही जापी वाले राम के नामक बद तलोचन। राम जी जे टुट गए फिर की है, वो उन्होंने ਲਈ है ਜਿਹੜੇ टुट गए। उन्होंने की फैसला दिता बाणी ने, ये लेख ना मिटई है सखी जो लिखिया करता। उन्होंने ਜਿਹੜੇ शब्द तो पढ़े हो। हुण बेनती वाल अगली वाल आवां। बिख ते अमृत होयो नाम सतगुर मुख पढ़ियो। तीजा प्रमाण है लोहो होयो लाल नदर सतगुर जद धारै। जदों गुरु साहब नदरे कर्म बख्शिश करते ने लोहे की कीमत कुछ भी नहीं। गुरु साहब कीमत लाल वर्गी उन्होंने बेश कीमती बना देंगे। इहदे ते जिहदे ते नदर करते कृपा करते। एक बेनती होगी तुहाडे चरनां बड़े प्यार नाल सुनियो। गुरु की बख्शिश लैण लई जरूरी नहीं है मैं किन्ने टाइम का पाठ करदा, बड़े ध्यान नाल सुनना इस बेनती। गुरु की बख्शिश लैण लई जरूरी नहीं है मैं किन्नी माया रखना। असी बाणी पढ़ांगे जिन्नी पढ़ी जाए उन्नी चंगी है, सेवा सिमरन जिन्ना होए उन्ना चंगा है, पर बख्शिश ना जिहड़ी ये उहदे हत्थ विच है। करमी आवे कपड़ा नजरी होग द्वार, ये उहदी खेड है। कदों करदा तुसीं किन्ने प्रमाण रबी बाणी दे जदों इदां दे प्रमाण दी दे सामने इंडैक्स ते तत्करे ते आउंदे ने कि माड़ा इन्ने फैसले दिते साहब ने सुने। बाबा फरीद साहब ने किहा कहण लगे कुछ लोग जागदे हैं तो उहदियां बख्शिशां लै लैंदे ने। गुरु साहब ने नाल ही नोट पुट अप करके कि उस रमज नूं खोलिया, उहनूं कटिया नहीं। कहण लगे फरीद असल विच इस गल ते तू बोल रहा है, दुनिया सूफी फकीरां दी रमज घट समझदी। थले उतर के वेख ते की होएगा, एक जगंदे नाल हां निकलना सुतियां दे उठा। ये बख्शिश है। एक जागदियां भी नहीं होर प्रमाण दिया तुहाडे तो जिन्ने पढ़े ने पुराने टाइमां कॉलेजां तक आपां पढ़दे रहे हैं ते तुसीं अपने अपनी जिंदगी च वेखिओ। कई बेचारे डबल MA करके खाली तुरे फिरदे है, कई 8वीं पास करके उन्होंने किते तुरे फिरदे। कित्थे गई वो पढ़ाई? उत्थे असल विच वो बख्शिश की खेड, वो असल विच पूर्वले कर्मां की खेड। जिथे वो चीज खेडदी उत्थे तेरे कर्म नहीं खेडण। इसलिए क्या नदर सतगुर जद धारै। चौथा प्रमाण मैं संक्षेप बेनती करें तुहाडे चरनां। पाहण मानक करे, बहुत ध्यान नाल सुनिओ। पाहण कहने आ पत्थर नूं। ते पत्थर का की काम हुंदा? टच ते आ जाओ। पत्थर का काम हुंदा ठोकर मारना, ते दूजा काम पत्थर का हुंदा भिजना नहीं होना, ਉਹਦੇ अंदर दया नहीं। भिजन का मतलब अंदर दया नहीं, सॉफ्ट नहीं, कठोर है। ये गुरु साहब ने मनमुख को भी पत्थर नाल ही तुलना दी ना। मनमुख पत्थर सिल है प्रग जीवन फीका, जल में की धारा की है अंतर सूखा। ये पत्थर है, पाहन मानक करे। पाहन ठोकर मारता कि अंदरों भिजदा नहीं। तो पर याद रखियो जेड़े पानी तो पत्थर नहीं भिजदा ना, उसे पानी सिप्पी अंदर मोती पैदा होता है। भाव गुरु तेरी पत्थर वर्गी जिंदगी नूं तोड़ के इहदे विचों मोती पैदा कर देवेगा, तेनों घट देवेगा। पाहन मानक करे ज्ञान गुर कहू विचारै। पंजवां प्रमाण काठों श्रीखंड सतगुर कीओ। दुख दरिद्र तन के गए। सतगुरु काठों, काठ का अर्थ है लकड़, श्रीखंड का अर्थ है चंदन। आम लकड़ को चंदन वर्गा बना देंदे ने ते नाल की हो जाता जी दुख दरिद्र तन के गए। उन्हां दी जिंदगी चों आलस, उन्हां दी जिंदगी चों दुख चले जाते हैं। दुख दरिद्र तन के गए। हुण सुनियो 5 प्रमाण हो गए। पहला प्रमाण है कच तो कंचन, फिर सुनियो बिख तो अमृत, लोहे तो लाल, पाहण तो मानक ते आम लकड़ तो चंदन। पर बनते कौन ने? सतगुर चरण जन पासिया। एक सवैया भट्ट साहिबाना का तुसीं सचखंड हरमंदर साहिब दरबार साहिब जी तो साहिब के प्रकाश टाइम सुनते हो। उहदियां अंतलियां पंक्तियां तुहानूं सब नूं कंठ ने। बहुत ख्याल, इन्नी रब्बी बाणी के जिहड़े प्रमाण ने, इन्ना गहरा समुद्र है, पकड़ तो पार है, विशाल है पर विस्माद है। गल पकड़े, विस्माद है पर याद रखिया जी ऐसा विस्माद है, इन्ना विशाल है कहण तो पार। ते की किया भट्ट साहिबाना ने जदों ये बचन नूं आपां पढ़ने कि सतगुर चरण जिन परसिया,
ਤੇ ਹੁਣ ਦੂਜੇ ਸੋਈਏ ਨੂੰ ਨਾਲ ਜੋੜਿਓ। ਮੈਂ ਦ੍ਰਿਸ਼ਟ ਸ਼ੁਭ ਕਰੇ ਹਰੇ ਅਗ ਪਾਪ ਸਕਲ ਮਲ। ਇਹ ਤਾਕਤਾਂ ਨੇ ਗੁਰੂ ਦੀਆਂ। ਇੱਕ ਨੁਕਤਾ ਦਿਆਂ ਤੁਹਾਨੂੰ ਸਿਆਣੇ ਗੁਰਸਿੱਖੋਂ, ਵੇਖੋ ਜਦੋਂ ਤੁਹਾਡੇ ਮਨਾਂ 'ਚ ਨਾ ਸਾਡੇ ਸਾਰਿਆਂ ਗੁਰੂ ਪ੍ਰਤੀ ਕਦੇ ਐਸਾ ਅਸ਼ਰਧ ਹੋਵੇ ਜਾਂ ਕਦੇ ਅਸੀਂ ਭਾਵਨਾ ਆਵੇ ਗੁਰੂ ਕੀ ਕਰ ਸਕਦਾ ਹੈ, ਤੇ ਮੈਂ ਤੇ ਕਈ ਵਾਰੀ ਦੇਸ਼ਾਂ ਵਿਦੇਸ਼ਾਂ ਤੁਹਾਡੇ ਚਰਨਾਂ 'ਚ ਬੇਨਤੀ ਰੱਖਣਾ, ਹਰੇਕ ਸਿੱਖ ਨੂੰ ਜੇ ਹਫ਼ਤੇ 'ਚ ਨਹੀਂ ਨਾ ਤੇ ਘੱਟੋ ਘੱਟ ਮਹੀਨੇ 'ਚ ਇੱਕ ਵਾਰ ਫਟਾਂ ਦੇ ਸਾਰੇ ਸੋਈਏ 123 ਜੂੜ ਪੜ੍ਹਨੇ ਚਾਹੀਦੇ। ਪੜ੍ਹ ਕੇ ਵੇਖਿਓ ਇੱਕ ਸਾਲ ਮਹੀਨੇ 'ਚ ਘੱਟੋ ਘੱਟ ਇੱਕ ਵਾਰ ਤੁਹਾਡੇ ਅੰਦਰੋਂ ਗੁਰੂ ਪ੍ਰਤੀ ਭਾਵਨਾ ਤੇ ਸ਼ਰਧਾ ਡੁੱਲ ਡੁੱਲ ਕੇ ਪੈਗੀ ਮਨਾ। ਇਹ ਉਹ ਬਚਨ ਲਿਖ ਰਹੇ ਜਿਵੇਂ ਆਪਾਂ ਗੁਰੂ ਗ੍ਰੰਥ ਸਾਹਿਬ ਕੋਲ ਬੈਠੇ ਨੇ ਨਾ, ਭੱਟ ਸਾਹਿਬਾਨ, ਗੋਇੰਦਵਾਲ ਸਾਹਿਬ, ਇੱਦਾਂ ਗੁਰੂ ਸਾਹਿਬ ਦੇ ਕੋਲ ਬਹਿ ਕੇ ਗੁਰੂ ਰਾਮਦਾਸ ਸਾਹਿਬ ਨੂੰ ਜੋਤੀ ਜੋਤ ਸੁਣਾਉਂਦੇ ਆਵੇ ਤੇ ਫੇਰ ਉਹ ਕਹਿੰਦੇ ਨੇ ਦੇਵਪੁਰੀ ਮੈਂ ਗਇਓ ਆਪ ਪਰਮੇਸ਼ਵਰ ਭਾਇਓ ਹਰ ਸਿੰਘਾਸਣ ਦਿਓ ਸ੍ਰੀ ਗੁਰੂ ਤਹਿ ਬਿਠਾਇਓ ਰਹਸ ਕੀਓ ਸੁਰ ਦੇਵ ਤੋਹੇ ਜਸ ਜੈ ਜੈ ਜੰਪੈ ਸੁਰ ਗਏ ਤੇ ਭਾਗ ਪਾਪ ਤਨ ਭੀਤਰ ਕੰਪੈ ਕਾਟੇ ਸੋ ਪਾਪ ਤਨ ਨਰ ਹੋ ਕੇ ਗੁਰੂ ਰਾਮਦਾਸ ਜਨ ਪਾਇਓ ਸ਼ਤਰ ਸਿੰਘਾਸਣ ਪ੍ਰਥਮੀ। ਗੁਰੂ ਅਰਜਨ ਕੋ ਦੇਰ ਕੋਲ ਬਹਿ ਕੇ ਉਤਾਰਦੇ ਨੇ ਜੋਤੀ ਜੋਤ ਸੁਣਾਉਂਦੇ ਤੇ ਉਹਨਾਂ ਨੇ ਕਿਹਾ ਮੈਂ ਦ੍ਰਿਸ਼ਟ ਸ਼ੁਭ ਕਰੇ ਹਰੇ ਅਗ ਪਾਪ ਸਕਲ ਮਲ ਕਾਮ ਕ੍ਰੋਧ ਲੋਭ ਮੋਹ ਵਸ ਕਰੈ ਸਭੈ ਬਾਲ ਸਦਾ ਸੁਖ ਮਨ ਵਸੈ। ਹੈ ਕੋਈ ਦੁਨੀਆ ਦੇ ਪਦਾਰਥ ਜਿਹੜਾ ਆਪਾਂ ਨੂੰ ਸਾਰਿਆਂ ਨੂੰ ਸਰੀਰੀ ਸੁੱਖ ਦੇਵੇ। ਅਸੀਂ 5 10 20 ਭਾਵੇਂ ਲੱਖ ਰੁਪਈਆ ਕੋਈ ਸਾਨੂੰ ਦੇ, ਪਰ ਜਿਹੜਾ ਸੁੱਖ ਸ਼ਬਦ ਨੇ ਦੇਣਾ ਨਾ, ਮੈਨੂੰ 5 ਲੱਖ ਮਿਲਦੇ ਉਹ ਸੁੱਖ ਨਹੀਂ ਦੇਗਾ। ਸਕਾਈ ਜੇ ਕਬੂਲ ਹੈ ਪਤਾ ਉਹਦੇ ਲੱਗੇਗਾ ਜਿੱਥੇ ਜ਼ਿੰਦਗੀ 'ਚ ਸੁੱਖ ਆਏਗਾ ਸਦਾ ਸੁਖ ਮਨ ਵਸੈ। ਤੇ ਦੁੱਖ ਕਿੰਨੇ, ਇੱਕ ਦੁੱਖ ਹੈ। ਕਈ ਵਾਰੀ ਤੁਸੀਂ ਵਿਦੇਸ਼ਾਂ ਜਾਂਦੇ ਹੋ ਜਾਂ ਜਿਹੜੇ ਸੱਜਣ ਮਿੱਤਰ ਤੁਹਾਡੇ ਆਉਂਦੇ ਨੇ ਇਸ ਇਲਾਕੇ ਦੇ, ਤੇ ਵੇਖੋ ਕਦੇ ਮਿਲ ਕੇ ਇੱਥੋਂ ਬੰਦਾ ਸੋਚਦਾ ਉੱਥੇ ਚਲੇ ਜਾਈਏ ਸੁਖੀ ਹੋ ਜਾ, ਉੱਥੇ ਬੰਦਾ ਚਾਹੁੰਦਾ ਬੱਚੇ ਨਾਲ ਰਹਿ ਜਾਣ ਸੁਖੀ ਹੋ ਜਾਣ, ਬੁਢੇਪਾ ਇਹਨਾਂ ਨਾਲ ਬੀਤ ਜਾਏ। ਆਹ ਘਰ ਕਦੇ ਸੁੱਖ ਨਹੀਂ, ਪਦਾਰਥ ਨਹੀਂ ਸੁੱਖ ਦਿੰਦਾ, ਪਦਾਰਥ ਲੋੜ ਹੈ ਤੁਹਾਡੀ ਵੀ ਤੇ ਮੇਰੀ ਵੀ। ਸੁੱਖ ਕੀ ਹੈ? ਸਦਾ ਸੁਖ ਮਨ ਵਸੈ ਦੁੱਖ ਸੰਸਾਰ ਹੈ ਖੋਵੈ। ਤੇ ਨਾਲ ਉਦਾਹਰਨ ਵੇਖੋ ਦਿੱਤੀ ਏਡੀ ਪਿਆਰੀ ਉਦਾਹਰਨ, ਗੁਰ ਨਾਵਨਿਤ ਦਰਿਆਓ ਜਨਮ ਹਮ ਕਾਲਕ ਧੋਵੈ। ਕਿਨਾਰੇ ਤੇ ਗੰਦ ਪਿਆ ਹੋਵੇ ਨਾ ਜੀ, ਤੁਸੀਂ ਦਰਿਆ ਦੀ ਗੱਲ ਤੇ ਛੱਡੋ, ਨਦੀ ਦਾ ਪਾਣੀ ਜਦੋਂ ਜ਼ੋਰ ਨਾਲ ਆਉਂਦਾ ਸਾਰੀ ਗੰਦਗੀ ਉੱਡ ਕੇ ਲੈ ਜਾਂਦਾ। ਜਦੋਂ ਗੁਰੂ ਦੀ ਬਖਸ਼ਿਸ਼ ਦਾ ਹੜ੍ਹ ਆਉਂਦਾ ਨਾ, ਜ਼ਿੰਦਗੀ ਦੇ ਸਾਰੇ ਦੁੱਖ ਹੜ ਕੇ ਲੈ ਜਾਂਦਾ। ਗੁਰੂ ਨਾਨਕ ਦਰਿਆਓ ਜਨਮ ਹਮ ਕਾਲਕ ਧੋਵੈ ਸੋ ਕਉ ਟਲ ਗੁਰ ਸੇਵੀਐ। ਐਹ ਨਸ ਸਹਿਜ ਸੁਭਾਏ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁੱਖ ਜਾਏ ਸਤਿਗੁਰ ਚਰਨ ਜਨ ਪਰਸਿਆ। ਤੇ ਕੀ ਹੋ ਜਾਂਦੇ ਨੇ? ਸੇ ਪਸ਼ ਪ੍ਰੇਤ ਸੁਰ ਨਰ ਭਏ। ਉਹ ਪਸ਼ੂ ਪ੍ਰੇਤ ਵਾਲੀ ਬਿਰਤੀ ਛੱਡ ਕੇ, ਤੇ ਜਿਹੜੇ ਬਿਰਤੀ ਛੱਡ ਦਿੰਦੇ ਇੱਕ ਪ੍ਰਮਾਣ ਹੋਰ ਲੈ ਲਿਓ, ਕਿਉਂਕਿ ਇਹ ਬਾਣੀ ਨੂੰ ਨਾ ਜੀ ਮੈਨੂੰ ਵਾਰ-ਵਾਰ ਤੁਹਾਨੂੰ ਬੇਨਤੀਆਂ ਕਰਨੀਆਂ ਪੈਂਦੀਆਂ, ਕਿਉਂਕਿ ਮੇਰਾ ਵਿਸ਼ਾ ਗੁਰੂ ਦੀ ਰਹਿਮਤ ਸਦਕਾ ਗੁਰਬਾਣੀ ਦਾ ਅਧਿਐਨ ਐਨਾਲਿਸਿਸ ਬੜੇ ਧਿਆਨ ਨਾਲ ਸੁਣਨਾ। ਅੱਜ ਅਸੀਂ ਸ਼ਬਦ ਪੜ੍ਹ ਕੇ ਕਹਿੰਦੇ ਅੱਗੇ ਕਿਹਨੇ ਵੇਖਿਆ ਜੀ, ਇੱਥੇ ਵਾਲਾ ਹੀ ਹੈ। ਜਦੋਂ ਬਿਰਤੀ ਚੋਂ ਪਸ਼ੂ ਪ੍ਰੇਤ ਨਿਕਲੇਗਾ, ਜਨਮ ਪਸ਼ੂ ਪ੍ਰੇਤ ਦਾ ਨਹੀਂ ਹੋਏਗਾ, ਜਨਮ ਪਸ਼ੂ ਦਾ ਨਹੀਂ ਹੋਏਗਾ। ਜੇ ਬਿਰਤੀ 'ਚ ਪਸ਼ੂ ਹੋਏਗਾ ਤੇ ਕੋਰੇ ਕਾਗਜ਼ ਤੇ ਲਿਖ ਕੇ ਲਿਆ ਜੇ 3 ਗੱਲਾਂ ਨੇ, ਜਿੱਦਾਂ ਦੇ ਸੰਸਕਾਰ ਬਣ ਜਾਣ ਸੁਰਤ ਉਦਾਂ ਦਾ ਸਰੀਰ ਧਾਰਨ ਕਰਦੀ ਹੈ। ਤੁਸੀਂ ਇਹਨੂੰ ਸਾਈਕਾਲੋਜੀ ਕਦੇ ਮਨੋਵਿਗਿਆਨ ਨੂੰ ਪੜ੍ਹ ਕੇ ਵੇਖਿਓ। ਅੱਜ ਪੜ੍ਹਨਾ ਅਸੀਂ ਕੁਝ ਨਹੀਂ, ਸਾਇੰਸ ਸਾਨੂੰ ਨਹੀਂ ਆਉਂਦੀ, ਮਨੋਵਿਗਿਆਨ ਸਾਨੂੰ ਨਹੀਂ ਆਉਂਦਾ, ਗੁਰਬਾਣੀ ਦੇ ਅਸੀਂ 20 ਸ਼ਬਦ ਕੱਢ ਕੀਤੇ ਉਸ ਨੂੰ ਕਥਾ ਬਣਾ ਲਿਆ, ਐਸਾ ਨਹੀਂ ਹੈ। ਸਤਿਗੁਰ ਚਰਨ ਜਨ ਪਰਸਿਆ ਸੇ ਪਸ਼ ਪ੍ਰੇਤ ਸੁਰ ਨਰ ਭਏ। ਇਹਨਾਂ ਇਸੇ ਇਤਿਹਾਸ ਦਾ ਏਡਾ ਵੱਡਾ ਪ੍ਰਮਾਣ ਹੈ ਜਿਹਦੇ ਵੱਲ ਆਪਾਂ ਆਉਣ ਲੱਗੇ ਆ। ਥੋੜਾ ਜਿਹਾ ਗੁਰਬਾਣੀ ਪ੍ਰਮਾਣਾਂ ਨੂੰ ਸੰਕੋਚ ਕੇ ਸੁਣੇ। ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਵਸ ਗਈ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦਾ ਸਮਾਂ ਆਇਆ, ਸ਼੍ਰੀ ਅਕਾਲ ਤਖਤ ਸਾਹਿਬ ਬਣਿਆ। ਸਮੇਂ ਨੇ ਅੱਗੇ ਘਰ ਖਾਧੀ। 1670 ਦੇ ਵਿੱਚ ਪਹੂਵਿੰਡ ਦੀ ਧਰਤੀ ਤੇ ਇੱਕ ਸ਼ਾਦੀ ਹੋਈ। ਨਾਮ ਹੈ ਭਾਈ ਭਗਤੂ, ਅੰਮ੍ਰਿਤ ਛਕ ਕੇ ਨਾਮ ਬਣਦਾ ਭਾਈ ਭਗਤ ਸਿੰਘ। 4 ਪੀੜ੍ਹੀਆਂ ਦੇ ਨਾਮ ਤੁਹਾਨੂੰ ਮਿਲ ਜਾਣਗੇ। ਪਹਿਲੇ ਸਨ ਭਾਈ ਦੱਲਾ ਜੀ, ਉਹ ਤੋਂ ਬਾਅਦ ਸੀ ਉਹਨਾਂ ਦੇ ਪੁੱਤਰ ਭਾਈ ਘਣੀਆਂ ਜੀ। ਭਾਈ ਘਣੀਆਂ ਦੇ ਪੁੱਤਰ ਸੀ ਭਾਈ ਦੁਲਜੀ। ਭਾਈ ਦੁਲਜੀ ਦੇ ਪੁੱਤਰ ਸੀ ਭਾਈ ਕਰਮ ਸਿੰਘ। ਇਹ ਭਾਈ ਕਰਮ ਸਿੰਘ ਦਾ ਪੁੱਤਰ ਸੀ ਭਾਈ ਭਗਤ। ਭਾਵ ਬਾਬਾ ਦੀਪ ਸਿੰਘ ਦੇ ਦਾਦੇ ਦਾ ਨਾਮ ਹੈ ਭਾਈ ਕਰਮ ਸਿੰਘ। ਹੁਣ ਭਾਈ ਕਰਮ ਸਿੰਘ ਦੇ ਘਰ ਹੈ ਭਾਈ ਭਗਤੂ। ਲਗਭਗ 20 ਸਾਲ ਦੀ ਉਮਰ ਹੈ।
शादी हो गई 1670 ਦੇ ਵਿੱਚ। ਜਦੋਂ 1670 ਦੇ ਵਿੱਚ ਸ਼ਾਦੀ ਹੁੰਦੀ ਇਹਨਾਂ ਦੀ 12 ਸਾਲ ਬੀਤ ਗਏ ਸ਼ਾਦੀ ਨੂੰ। ਹੁਣ ਤੁਸੀਂ ਜਨਮ ਦਾ ਆਗਮਨ ਦੀ ਗੱਲ ਤੇ ਕਰਦੇ, ਅਸਲ ਵਿੱਚ 1682 ਦਾ ਜਦੋਂ ਉਹਨਾਂ ਦਾ ਆਗਮਨ ਹੈ ਨਾ, ਉਦੋਂ 12 ਸਾਲ ਭਾਈ ਭਗਤੂ ਤੇ ਮਾਤਾ ਜਿਉਣੀ ਦੀ ਸ਼ਾਦੀ ਨੂੰ ਬੀਤੇ ਹੈ। ਪਹੂਵਿੰਡ ਤੋਂ ਸਿੱਧਾ ਚੱਲ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਸੱਚਖੰਡ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਦੂਰ ਨਹੀਂ, ਤੇ ਪਰਿਵਾਰ 'ਚ ਸਿੱਖੀ ਹੈ। ਤੇ ਕੀ ਤੁਹਾਡੇ ਮਨ 'ਚ ਖਿਆਲ ਨਹੀਂ ਕਿ ਰੋਜ਼ ਆ ਕੇ ਹਫ਼ਤੇ ਵਿੱਚ ਆ ਕੇ ਸ੍ਰੀ ਗੁਰੂ ਰਾਮਦਾਸ ਸਾਹਿਬ ਦੇ ਚਰਨਾਂ 'ਚ ਅਰਦਾਸ ਕਰਦੇ ਹੋਣਗੇ, ਮੈਂ ਤੁਹਾਨੂੰ ਲੱਖ ਕਹਿੰਦਾ ਰਹਾਂ। ਬੇਨਤੀ ਸੁਣਿਓ, ਦੁਨੀਆ ਅੱਜ ਕਹਿੰਦੀ ਉਹ ਜੀ ਬੱਚਿਆਂ ਦਾ ਕਿਹੜਾ ਕੋਈ ਸੁੱਖ ਹੈ, ਏਦਾਂ ਪਰ ਜਿਹਦੇ ਘਰ ਨਹੀਂ, ਸ਼ਾਦੀ ਤੋਂ ਬਾਅਦ ਉਹਨੂੰ ਪੁੱਛਿਓ। ਅਸਲ ਵਿੱਚ ਗੱਲਾਂ ਕਰਨੀਆਂ ਸੌਖੀਆਂ ਹੁੰਦੀਆਂ ਦੂਜੇ ਲਈ। ਤੁਹਾਨੂੰ ਉਪਦੇਸ਼ ਦੇਣਾ ਮੈਨੂੰ ਬੜਾ ਸੌਖਾ ਹੈ, ਪਰ ਜਿੱਦੇ ਉਹ ਗੱਲ ਮੇਰੀ ਜ਼ਿੰਦਗੀ 'ਚ ਆਏ ਮੈਨੂੰ ਪਤਾ ਲੱਗੇ। ਜਿਹਦੇ ਕਿਸੇ ਦੇ ਘਰੋਂ ਆਰਥੀ ਨਿਕਲਦੀ ਨਾ, ਮੈਂ ਮਾਫੀ ਮੰਗ ਕੇ ਬੇਨਤੀ ਕਰ ਲੱਗਾ ਤੁਹਾਨੂੰ। ਤੇ ਮੇਰੇ ਵਰਗੇ ਪ੍ਰਚਾਰਕ ਮਾਈਕਾਂ ਤੇ ਬੋਲਦੇ ਸ਼ਬਦ, ਅਸੀਂ ਇਹੀ ਕਹਾਂਗੇ, ਮੈਂ ਵੀ ਇਹੀ ਕਹਿਣਾ ਤੁਹਾਨੂੰ, ਕਿਉਂਕਿ ਗੁਰੂ ਸਾਹਿਬ ਕਹਿੰਦੇ। ਪਰ ਯਾਦ ਰੱਖਿਓ, ਜਿਹਦੇ ਆਪਣੇ ਘਰੋਂ ਨਿਕਲਦੀ ਉਹਦੇ ਪਤਾ ਲੱਗਦਾ ਭਾਣਾ ਮੰਨਣਾ ਕਿੰਨਾ ਔਖਾ ਹੈ। ਉਹਦੇ ਪਤਾ ਲੱਗਦਾ ਗੁਰੂ ਜਿਹਦੇ ਤੇ ਰਹਿਮਤ ਕਰੇ, ਜਿਹਨੂੰ ਸ਼ਬਦ ਤਾਕਤ ਦੇ ਦੇ, ਜਿਹਨੇ ਗੁਰੂ ਗੁਰੂ ਬਹਿ ਕੇ ਜਪਿਆ ਹੋਵੇ ਗੁਰੂ ਕੋਲ। ਤੇ ਗੁਰੂ ਗ੍ਰੰਥ ਸਾਹਿਬ ਨੇ ਕਿਹਾ ਉਹ ਆਪਣਾ ਭਾਣਾ ਗੁਰੂ ਆਪ ਮਨਾਉਂਦਾ, ਕਿਉਂਕਿ ਸ਼ਬਦ ਨੂੰ ਸਟੇਬਲ ਕਰਦਾ। ਸੁਣੇ, ਜਦੋਂ ਭਾਈ ਭਗਤੂ ਜੀ ਜਾਣਾ ਗੁਰੂ ਦੇ ਚਰਨਾਂ 'ਚ, ਤੇ ਸਮੇਂ ਨੇ ਕਰਵਟ ਖਾਧੀ। ਇਤਿਹਾਸ ਗਵਾਹ ਹੈ, ਜਦੋਂ 12 ਸਾਲ ਸ਼ਾਦੀ ਨੂੰ ਬੀਤੇ ਨਾ, ਤੇ ਘਰ ਵਿੱਚ ਪੁੱਤਰ ਦਾ ਆਗਮਨ ਹੋਇਆ ਤੇ ਨਾਮ ਦੀਪਾ ਰੱਖ ਦਿੱਤਾ। ਕਿਉਂਕਿ ਸਿੰਘ ਸ਼ਬਦ ਸਿੱਖੀ ਵਿੱਚ ਕੌਮੀ ਤੌਰ ਤੇ ਜਥੇਬੰਦੀ ਤੌਰ ਤੇ ਪ੍ਰਚਲਿਤ ਨਹੀਂ, ਰਾਜਪੂਤਾਂ ਵਿੱਚ ਹੈ ਸੀ। ਅੱਜ ਵੀ ਰਾਜਸਥਾਨ ਦੇ ਇਲਾਕੇ ਜਾਓਗੇ, ਉਹ ਸਿੰਹ ਦੇ ਨਾਲ ਤੇ ਘੱਗੇ ਦੇ ਨਾਲ ਨਹੀਂ, ਪਰ ਬੋਲਣ ਵਿੱਚ ਇੱਦਾਂ ਹੈ। ਜਦੋਂ ਸਮਾਂ ਆਇਆ, ਹੁਣ ਘਰ ਵਿੱਚ ਪੁੱਤਰ ਦਾ ਆਗਮਨ ਹੋਇਆ ਤੇ ਨਾਮ ਦੀਪਾ ਰੱਖ ਦਿੱਤਾ। ਤੇ ਸਮੇਂ ਨੇ ਫਿਰ ਬਦਲਾਅ ਕਰਤਾ 1682 ਤੋਂ ਬਾਅਦ। ਕਿ ਜਦੋਂ ਗੁਰੂ ਦੇ ਦਰ ਤੋਂ ਦਾਤ ਮਿਲ ਗਈ ਤੇ ਸਿੱਖੋ ਗੁਰੂ ਦਾ ਸ਼ੁਕਰਾਨਾ ਵੀ ਕੀਤਾ ਹੋਵੇ। ਔਰ ਇੱਕ ਬੇਨਤੀ ਹੋਰ ਨਾਲ ਸੁਣਦੇ ਜਾਇਓ, ਬਹੁਤ ਧਿਆਨ ਨਾਲ, ਜ਼ਿੰਦਗੀ ਤੁਸੀਂ ਤਜਰਬਾ ਕਰ ਲਿਓ। ਜਿਹੜੀ ਵਸਤੂ ਗੁਰੂ ਨੇ ਦਿੱਤੀ, ਭਾਵੇਂ ਉਹ ਸਰੀਰ ਕਰਕੇ ਹੋਵੇ, ਪਦਾਰਥ ਕਰਕੇ ਹੋਵੇ, ਤੇ ਚਾਹੇ ਮੈਂ ਕਹਿੰਦਾ ਗੁਰੂ ਨੇ ਬਾਣੀ ਪੜ੍ਹਨ ਦੀ ਦਾਤ ਦੇ ਦਿੱਤੀ ਨਾ, ਜੇ ਤਾਂ ਉਹਦੇ ਲਈ ਕੀਤਾ ਸ਼ੁਕਰਾਨਾ, ਉਹ ਸੁਖਦਾਈ ਹੋਈ। ਤੇ ਜੇ ਹੋ ਗਿਆ ਵੀ ਦਾਤ ਪਿਆਰੀ ਵਿਸਰਿਆ ਦਾ ਤਾਰਾ, 8ਵਾਂ ਸ਼ਲੋਕ ਪੜ੍ਹ ਲਿਓ। ਗੁਰੂ ਤੇਗ ਬਹਾਦਰ ਸਾਹਿਬ ਦਾ ਖੁਲਾਸਾ ਕਰਦੇ 57 ਸ਼ਲੋਕ ਨੇ ਨਾ, ਜਿਹਨੂੰ ਭੋਗ ਦੇ ਸ਼ਲੋਕ ਕਹਿੰਦੇ ਹੋ, ਵਾਰਾਂ ਤੇ ਵਧੀਕ ਦੇ ਸ਼ਲੋਕ ਨੇ 57 ਸ਼ਲੋਕ। 8ਵਾਂ ਸ਼ਲੋਕ ਪੜ੍ਹਿਓ ਭੋਗ ਦੇ ਸ਼ਲੋਕਾਂ 'ਚ। ਗੁਰੂ ਸਾਹਿਬ ਕਹਿੰਦੇ ਰੱਬ ਨੇ ਤੈਨੂੰ ਧਨ ਦਿੱਤਾ, ਤੈਨੂੰ ਤਨ ਦਿੱਤਾ, ਧਾਮ ਦਿੱਤਾ, ਸੁੰਦਰ ਘਰ ਦਿੱਤਾ, ਪਰ ਜੇ ਤਾਂ ਇਹਨਾਂ ਨੂੰ ਪਾ ਕੇ ਤੂੰ ਉਹਦਾ ਸ਼ੁਕਰਾਨਾ ਕਰੇ, ਇਹ ਸੁਖਦਾਈ ਹੋ ਜਾਣਗੇ। ਤੇ ਅੱਜ ਤੇਰੇ ਲਈ ਕੀ ਹੋ ਰਿਹਾ, ਤੈਨੂੰ ਮਹਿਲ ਮਿਲ ਗਏ, ਤੂੰ ਮਹਿਲਾਂ 'ਚ ਮਹਿਲ ਦੇਣ ਵਾਲੇ ਨੂੰ ਭੁੱਲ ਗਿਆ। ਤੁਸੀਂ ਰੋਜ਼ ਘਟਨਾਵਾਂ ਪੜ੍ਹਦੇ ਹੋ, ਜਿਹੜੇ ਮਹਿਲ ਘਰ 'ਚ ਬਹਿ ਕੇ ਬੰਦੇ ਨੇ ਸੁੱਖ ਲੈਣਾ ਸੀ, ਉਹਦੇ 'ਚ ਖੁਦਕੁਸ਼ੀ ਕਰ ਰਹੇ ਆ, ਗੁਸਤਾਖੀ ਮਾਫ। ਜਿਹੜੇ ਧੀ ਪੁੱਤਰਾਂ ਤੋਂ ਸੁੱਖ ਲੈਣਾ ਸੀ, ਉਹਨਾਂ ਨੂੰ ਕਚਹਿਰੀਆਂ 'ਚ ਜਾ ਕੇ ਬੇਦਖਲ ਕਰ ਰਹੇ ਆ, ਇਹ ਮੇਰੇ ਕੁਝ ਨਹੀਂ ਲੱਗਦਾ। ਕੀ ਹੋਇਆ? ਇਹਦਾ ਜਵਾਬ ਗੁਰੂ ਕੋਲੋਂ ਪੁੱਛਿਓ। ਤਨ ਧਨ ਸੰਪੈ ਸੁੱਖ ਦਿਓ, ਹਰ ਜਿਹ ਨੀਕੇ ਧਾਮ। ਅਸਲ ਵਿੱਚ ਅਸੀਂ ਸ਼ਬਦੀ ਅਰਥ ਇੱਦਾਂ ਹੀ ਕਰਨੇ ਆ, ਕਿਉਂਕਿ ਅਸੀਂ ਬਹੁਤ ਗੁਰਬਾਣੀ ਨੂੰ ਹਲਕਿਆ ਲੈ ਰਹੇ। ਮਾਫੀ ਮੰਗਦਾ, ਵਾਰ-ਵਾਰ ਕਹਿ ਰਹੇ ਆਪਾਂ ਨੂੰ, ਅਸੀਂ ਬੋਲਣ ਵਾਲੇ। ਗੁਰੂ ਸਾਹਿਬ ਕਹਿੰਦੇ ਉਦੋਂ ਸੁੱਖ ਦੇਣਗੇ, ਤਨ ਧਨ ਸੰਪੈ ਸੁੱਖ ਦਿਓ। ਤੈਨੂੰ ਸੁੱਖ ਦੇਣਾ ਸੀ ਇਹਨਾਂ ਨੇ, ਤੇ ਤੀਜਾ ਦੇਣਾ ਸੀ ਅਰਜੇ ਨੀਕੇ ਧਾਮ। ਧਾਮ ਕਹਿੰਦੇ ਸੰਸਕ੍ਰਿਤ ਘਰ, ਨੀਕੇ ਦਾ ਕੀਤਾ ਬਹੁਤ ਚੰਗਾ, ਬਹੁਤ ਚੰਗਾ ਘਰ ਮਿਲਿਆ, ਬਹੁਤ ਚੰਗੀ ਸੰਪਰਦਾ ਮਿਲੀ, ਧਨ ਮਿਲਿਆ, ਸੰਪਤਾ ਮਿਲੀ, ਪਰ ਸੁੱਖ ਨਹੀਂ ਮਿਲਿਆ ਇਹਨਾਂ ਨੂੰ। ਜ਼ਰੂਰੀ ਨਹੀਂ ਜਿਹਦੇ ਕੋਲ ਧਨ ਹੋਵੇ ਤਾਂ ਸੁੱਖ ਵੀ ਹੋਵੇ। ਕਈ ਤੇ ਧਨ ਇੰਨੇ ਬਿਮਾਰ ਨੇ, ਉਹ ਆਪ ਕਹਿੰਦਾ ਬੰਦਾ ਛੁੱਟ ਜਾਏ ਸਰੀਰ, ਸੁੱਖ ਥੋੜੀ ਹੋ। ਧਨ ਬੰਦੇ ਨੂੰ ਮਿਲਿਆ, ਧਨ ਨੇ ਸੁੱਖ ਹੀ ਨਹੀਂ ਕੀਤਾ। ਉਹ ਕਹਿੰਦਾ ਬੁਰਾ ਹਾਲ, ਧਨ ਕਰਕੇ ਕਲੇਸ਼, ਧਨ ਕਰਕੇ ਕਤਲ। ਜਿਹੜੇ ਧਨ ਨੂੰ ਇਕੱਠਿਆਂ ਕੀਤਾ, ਸੁੱਖ ਲਈ ਸੁੱਖ ਨਹੀਂ ਦਿੱਤਾ। ਘਰ ਬਣਾਇਆ ਤੇ ਘਰ ਬਣਾਉਣ ਤੋਂ ਬਾਅਦ ਉਸ ਘਰ 'ਚ ਸੁੱਖ ਨਹੀਂ ਮਿਲਿਆ। ਕਿਉਂ ਨਹੀਂ ਮਿਲਿਆ? ਸਵਾਲ ਕਿੰਨੇ ਨੇ ਨਾ, ਧਿਆਨ ਨਾਲ ਸੁਣਿਓ ਜੀ। ਜਵਾਬ ਇੱਕੋ ਹੀ ਹੈ। ਉਹ ਜਵਾਬ ਇਹ ਹੈ, ਕਹੋ ਨਾਨਕ ਸੁਣ ਰੇ ਮਨਾ, ਸਿਮਰਤ ਕਾਹੇ ਨਾ ਰਾਮ। ਇਹ ਘਰ 'ਚ ਬਹਿ ਕੇ ਕਦੇ ਜਪਿਆ ਹੀ ਨਹੀਂ ਸਤਨਾਮ।
ਪੜ੍ਹੀ ਕਦੇ ਜਪਜੀ ਸਾਹਿਬ ਇਸ ਘਰ 'ਚ ਬਹਿ ਕੇ। ਤੂੰ ਤੇ ਇੰਨਾ ਕਮਰਸ਼ੀਅਲ ਹੋ ਗਿਆ ਭਲਿਆ, ਤੁਹਾਡੇ ਵੀ ਇਲਾਕੇ 'ਚ ਹੋਊਗਾ, ਸਾਰੇ ਹੋ ਗਏ। ਠੀਕ ਹੈ, ਕੋਈ ਦੁਕਾਨ ਵਾਲਾ ਕਰਾਏ, ਕਿਸੇ ਦੀ ਮਜਬੂਰੀ ਕਰਾਏ, ਉਹ ਭਲਿਓ ਗੁਰੂ ਸਿੱਖ ਦੇ ਘਰ ਜਾਂਦਾ ਸੀ। ਬਕਾਲੇ ਦੀ ਧਰਤੀ ਦਾ ਇਤਿਹਾਸ ਪੜ੍ਹੋ, ਡਰੋਲੀ ਦਾ ਪੜ੍ਹੋ, ਪਟਨਾ ਸਾਹਿਬ ਦਾ ਪੜ੍ਹੋ। ਸਿੱਖ ਅੱਗੋਂ ਬੇਨਤੀਆਂ ਕਰਦਾ ਹੁੰਦਾ ਸੀ, ਸਤਿਗੁਰੂ ਐਡੀ ਜਲਦੀ ਚੱਲੇ, ਤੁਸੀਂ ਸਾਡਾ ਇਤਿਹਾਸ ਗੁਰੂ ਸਾਹਿਬ ਕੁਝ ਦਾ ਰੁਕਦੇ ਸਨ ਤੇ ਸਿੱਖ ਕਹਿੰਦਾ ਸੀ ਸੱਚੇ ਪਾਤਸ਼ਾਹ ਐਡੀ ਜਲਦੀ ਚੱਲੇ। ਤੇ ਅੱਜ ਮੈਂ ਮਾਫੀ ਮੰਗ ਕੇ ਬੇਨਤੀ ਕਰਨਾ ਤੁਹਾਨੂੰ, ਅੱਜ ਸਿੱਖ ਗੁਰੂ ਗ੍ਰੰਥ ਸਾਹਿਬ ਨੂੰ ਕਹਿੰਦਾ ਵੀ ਆਪਾਂ ਸੌਖਾ ਨਾ ਕਰ ਲਈਏ ਕੰਮ, ਵੀ ਸਹਿਜ ਪਾਠ ਕੀਤਾ ਤੈਨੂੰ ਵੀ 9 ਦਿਨ ਰੁਕਣਾ ਪੈਣਾ ਹੈ, ਗੁਰੂ ਕੇ ਵਜ਼ੀਰ ਨੂੰ ਵੀ ਰੁਕਣਾ ਪੈਣਾ, ਤੇ ਸਾਨੂੰ ਵੀ ਤੇਰੇ ਕੋਲ ਬਹਿਣਾ ਪੈਗਾ 9 ਦਿਨ। ਤੇ ਜੇ ਅਖੰਡ ਪਾਠ ਸਾਹਿਬ ਕੀਤਾ ਤਾਂ ਵੀ ਆਪਾਂ ਨੂੰ ਦੋਵਾਂ ਨੂੰ 9 ਰਾਤਾਂ 2 ਰਾਤਾਂ ਜਾਗਣਾ ਪਏਗਾ। ਤੇ ਆਪਾਂ ਕੰਮ ਹੀ 2 ਘੰਟਿਆਂ ਵਾਲਾ ਕਰਦੇ ਹਾਂ, ਆਪਾਂ ਸੁਖਮਨੀ ਸਾਹਿਬ ਕਰਕੇ ਤੂੰ ਆਪਣੇ ਘਰੇ ਤੇ ਅਸੀਂ ਆਪਣੇ ਘਰੇ। ਜਲਦੀ ਮੈਂ ਦੂਜਾ ਪਾਸਾ ਤੁਹਾਨੂੰ ਬੇਨਤੀ ਕਰਤੀ ਵੈਸੇ ਵੀ ਦੁਕਾਨ ਹੋਵੇ ਉੱਥੇ ਹੋਏਗਾ, ਕਿਉਂਕਿ ਆਪਾਂ ਲੰਮਾ ਟਾਈਮ ਨਹੀਂ ਬਹਿ ਸਕਦੇ। ਕੋਈ ਐਮਰਜੈਂਸੀ, ਕੋਈ ਮਜਬੂਰੀ ਹੋਏ, ਗੁਰੂ ਸਾਹਿਬ ਨੂੰ ਕਰ ਲਿਆ ਤਾਂ ਸੁਖਮਨੀ ਸਾਹਿਬ ਕਰ ਲਿਆ, ਮਨਾਹੀ ਦੀ ਕੋਈ ਮਨਮਤ ਨਹੀਂ ਹੈ। ਪਰ ਯਾਦ ਰੱਖਿਓ, ਇਹ ਨਾ ਹੋਏ ਕਿ ਤੁਸੀਂ ਸਹਿਜ ਪਾਠ ਸੁਣਨਾ ਹੀ ਛੱਡ ਜਾਓ, ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲ ਬੈਠਣਾ ਹੀ ਛੱਡ ਜਾਓ। ਇੰਨੀ ਜਲਦੀ ਜ਼ਿੰਦਗੀ ਵਿੱਚ, ਤੇ ਮੈਂ ਤੁਹਾਡੇ ਚਰਨਾਂ 'ਚ ਬੇਨਤੀ ਕਰਦਾ, ਜ਼ਿੰਦਗੀ ਦੇ ਤਜਰਬੇ ਨੇ, ਜਿਹੜਾ ਗੁਰੂ ਕੋਲੇ ਬਹਿਣ ਲਈ 9 ਦਿਨ ਇੰਨਾ ਕੱਢਦਾ, ਲੋਕ ਮਹੀਨਾ ਹਸਪਤਾਲ ਦੇ ਬਿੱਡਾਂ ਤੇ ਕੱਢਦੇ। ਸਿੱਖੋ 2 ਗੱਲਾਂ ਅਸੀਂ ਛੱਡਤੀਆਂ, ਅਸੀਂ ਦਸਵੰਧ ਵੀ ਛੱਡਤਾ ਤੇ ਅਸੀਂ ਸੇਵਾ ਵੀ ਛੱਡ ਦਿੱਤੀ। ਕਿੱਥੇ ਜਾਵਾਂ? ਜਿਹੜੇ ਸਰੀਰ ਨੇ ਕਦੇ ਸੇਵਾ ਹੀ ਨਹੀਂ ਕਮਾਈ, ਤੰਦਰੁਸਤੀ ਦੀ ਆਸ ਕਿਵੇਂ ਕਰੋ? ਯਾਦ ਰੱਖਿਓ, ਜਿਹੜੇ ਮਨ ਤੇ ਤਨ ਨੇ ਸੇਵਾ ਨਹੀਂ ਕਮਾਈ, ਤੰਦਰੁਸਤੀ ਦੀ ਆਸ ਕਰੋ। ਜਿਹੜੇ ਸਰੀਰ ਦੀ ਕਸਰਤ ਨਹੀਂ ਕੀਤੀ, ਉਹ ਅਖਾੜੇ ਵਿੱਚ ਪਹਿਲਵਾਨ ਜਿੱਤੇਗਾ ਕਿਵੇਂ? ਜਿਹੜੇ ਮਨ ਨੇ ਗੁਰੂ ਸ਼ਬਦ ਦੀ ਸੇਵਾ ਨਹੀਂ ਕਮਾਈ, ਉਹ ਗੁਸਾਈ ਦਾ ਪਹਿਲਵਾਨਾਂ ਨੇ ਬਣਿਆ, ਉਹ ਵਕਾਰਾਂ ਨੂੰ ਜਿੱਤੇਗਾ ਕਿ ਬਣਨਾ ਪੈਗਾ ਨਾ ਗੁਸਾਈ ਹੋ, ਗੁਸਾਈ ਦਾ ਪਹਿਲਵਾਨ ਦਾ। ਇਸ ਲਈ ਇਸ ਬੇਨਤੀ ਨੂੰ ਬੜੇ ਪਿਆਰ ਨਾਲ ਪ੍ਰਵਾਨ ਕਰਿਓ। ਲਗਾਤਾਰ ਭਾਈ ਭਗਤੂ ਮਾਤਾ ਜਿਉਣੀ ਜੀ ਆਉਂਦੇ ਰਹੇ, ਗੁਰੂ ਨੇ ਦਾਤ ਦਿੱਤੀ ਤੇ ਸਾਧ ਸੰਗਤ ਜੀ ਫਿਰ ਕੀ ਹੋਇਆ? ਫਿਰ ਲਗਾਤਾਰ ਫਿਰ ਗੁਰੂ ਦੇ ਕੋਲ ਲਿਆਉਣਾ, ਬਿਠਾਲਣਾ, ਕੀਰਤਨ ਸੁਣਨਾ। ਵਾਰ-ਵਾਰ ਤੁਹਾਡੇ ਚਰਨਾਂ 'ਚ ਅਗਲੀ ਬੇਨਤੀ, ਜਦੋਂ ਵੀ ਜਾਓ, ਭਾਵੇਂ ਤੁਸੀਂ ਇਸ ਗੁਰੂ ਘਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵੀ ਜਾਓ, ਮੈਂ ਤੇ ਤੁਹਾਨੂੰ ਭਗਤ ਪੂਰਨ ਸਿੰਘ ਜੀ ਦੇ ਬਚਨ ਕਹਾਂਗਾ। ਵੇਖੋ, ਵਿਦੇਸ਼ਾਂ ਵਾਲੇ ਸਿੱਖਾਂ ਦੀ ਮਜਬੂਰੀ ਹੋ ਸਕਦੀ ਹੈ, ਸਿੱਖੋ ਸਾਡੀ ਕੋਈ ਮਜਬੂਰੀ ਨਹੀਂ। ਜਿੱਥੋਂ ਮਰਜ਼ੀ ਪੰਜਾਬ ਤੋਂ ਚੱਲ ਕੋ 2.5 ਤੋਂ 3 ਘੰਟੇ ਲੱਗਦੇ ਨੇ। ਅਸੀਂ ਇੱਕ ਦਿਨ ਨਹੀਂ ਗੁਰੂ ਰਾਮਦਾਸ ਸਾਹਿਬ ਦੇ ਕੋਲ ਜਾ ਸਕਦੇ ਮਹੀਨੇ। ਜਿੱਦਾਂ ਅਸੀਂ ਸਿੱਖਾਂ ਭਗਤ ਪੂਰਨ ਸਿੰਘ ਨੂੰ ਪੜ੍ਹੋ ਕਰ, ਉਹਨਾਂ ਕਿਹਾ ਹਰੇਕ ਸਿੱਖ ਆਏ ਮਹੀਨੇ ਵਿੱਚ 1 ਵਾਰ, ਤੇ ਆਉਣ ਦਾ ਤਰੀਕਾ ਪ੍ਰੋਫੈਸਰ ਪੂਰਨ ਸਿੰਘ ਵਾਲਿਆਂ ਨੂੰ ਪੁੱਛੋ। ਇਹਦਾ ਦੂਜਾ ਕਾਰਨ, ਆਪਾਂ ਇਸੇ ਗੱਲ ਵੱਲ ਇਤਿਹਾਸ ਵੱਲ ਵੀ ਆਉਣਾ, ਅੱਗੇ ਚੱਲ ਕੇ ਬੇਨਤੀ ਕਰਾਂਗੇ। ਸੁਣਿਓ, ਲਗਾਤਾਰ ਮਾਤਾ ਪਿਤਾ ਨੇ ਬਹਿਣਾ ਗੁਰੂ ਰਾਮਦਾਸ ਸਾਹਿਬ ਦੇ ਚਰਨਾਂ 'ਚ। ਅੱਜ ਉਹਨਾਂ ਵੀ ਸਫਲ ਅਸੀਂ ਜਾਂਦੇ, ਨਮਸਕਾਰ ਕੀਤੀ, ਇਸ਼ਨਾਨ ਕੀਤਾ ਤੇ ਵਾਪਸ। ਮੈਂ ਕਹਿੰਦਾ ਮਹੀਨੇ ਜਦੋਂ ਜਾਓ, ਪ੍ਰਕਰਮਾਂ 'ਚ ਬਹੁ ਅੱਧਾ ਘੰਟਾ 20 ਮਿੰਟ ਬੈਠ ਕੇ ਕਦੇ ਗੁਰੂ ਦੇ ਚਰਨਾਂ ਨਾਲ ਧਿਆਨ ਤੇ ਜੋੜ ਕੇ ਵੇਖੋ। ਉੱਥੋਂ ਦੀ ਵਾਈਬ੍ਰੇਸ਼ਨ, ਉੱਥੋਂ ਦਾ ਆਭਾ ਮੰਡਲ, ਉੱਥੋਂ ਦਾ ਇਲੈਕਟ੍ਰੋਨਿਕ ਮੈਗਨੇਟ ਫੀਲਡ ਐਸਾ ਹੈ, ਸੱਤ ਜਾਣਿਓ, ਤੁਸੀਂ ਤਜਰਬਾ ਕਰੋ, ਤੁਹਾਡਾ ਧਿਆਨ ਜੁੜੇ, ਲੱਗੇਗਾ ਕੁਝ ਮਿਲ ਰਿਹਾ। ਤੇ ਜਦੋਂ ਲਗਾਤਾਰ ਜੁੜਨਾ, ਹੁਣ ਜਿਹਨੇ 12 ਸਾਲ, ਬੜੇ ਖਿਆਲ ਨਾਲ ਸੁਣਨਾ, 12 ਸਾਲਾਂ ਬਾਅਦ ਘਰ ਪੁੱਤਰ ਹੋਇਆ ਤੇ 11 ਸਾਲ ਕੋਲ ਬਿਠਾ ਕੇ ਗੁਰੂ ਰਾਮਦਾਸ ਸਾਹਿਬ ਦੇ ਚਰਨਾਂ 'ਚ ਕੀਰਤਨ ਵੀ ਸੁਣਾਇਆ ਤੇ ਸੇਵਾ ਵੀ ਕੀਤੀ। ਤੁਸੀਂ ਕਦੇ ਪੜ੍ਹਿਓ ਜਿਹੜੀ ਬ੍ਰੇਲ ਦੇ ਤਰੀਕੇ ਨੂੰ, ਇਹਦਾ ਅਸੈਪਟ ਕਰਨ ਦਾ ਤਰੀਕਾ ਕੀ ਹੈ? 3 ਬੱਚੇ ਦੇ ਪਾਰਟ ਹੁੰਦੇ ਨੇ, ਪੀਰੀਅਡ ਹੁੰਦੇ ਨੇ ਲਾਈਫ। 5 ਸਾਲਾਂ ਤੱਕ ਬੱਚਾ ਢੋਣ ਸਿੱਖਦਾ, ਤੁਸੀਂ ਸਿਆਣੇ। ਮਾਤਾ ਪਿਤਾ ਗਾਲਾਂ ਕੱਢਣਗੇ, ਬੱਚਾ ਆਪੇ ਲੱਗ ਜਾਵੇ। ਮਾਤਾ ਪਿਤਾ ਧੀਮਾ ਬੋਲਣਗੇ, ਬੱਚੇ ਧੀਮਾ ਬੋਲਣ। ਮਾਤਾ ਪਿਤਾ ਉੱਚੀ ਬੋਲਣਗੇ, ਬੱਚੇ ਉੱਚੀ ਬੋਲਣਗੇ। 5 ਸਾਲਾਂ ਤੱਕ ਬੋਲਣ ਦੀ ਕਿਉਂ ਸਿੱਖਦਾ ਹੈ? 5 ਤੋਂ 10 ਸਾਲਾਂ ਤੱਕ, 12 ਸਾਲਾਂ ਤੱਕ, 7 ਸਾਲ ਦੇ ਸਮੇਂ ਬੱਚਾ ਕਰਨਾ ਸਿੱਖਦਾ। ਕੀ ਕਰਨਾ ਸਿੱਖਦਾ? ਕੀ ਜੋ ਮਾਤਾ ਪਿਤਾ ਕਰਦੇ। 12 ਤੋਂ ਫਿਰ 15 ਸਾਲ, 3 ਸਾਲ 'ਚ ਬੱਚਾ ਆਪਣੀ ਜ਼ਿੰਦਗੀ 'ਚ ਲਿਆਉਣਾ ਸ਼ੁਰੂ ਕਰਦਾ। ਜਦੋਂ 15 ਦਾ ਹੋ ਜਾਂਦਾ, ਫਿਰ ਅਸੀਂ ਭਾਈ ਕੋਲ ਲੈ ਕੇ ਆਉਣੇ, ਇਹਦੀ ਅਰਦਾਸ ਕਰੋ ਜੀ ਗੁਰਮੁਖ ਹੋ ਜਾਏ। ਸਮਾਂ ਤੇ ਲਗਾ ਪਿਆਉਂ ਕਰਨ ਵਾਲਾ ਟਾਈਮ ਲਗਾਤਾ, ਗੁਰੂ ਬਖਸ਼ਿਸ਼ ਕਰੇ ਕਿ ਮੋੜ ਲੈ, ਨਹੀਂ ਫਿਰ ਬੜਾ ਮੁਸ਼ਕਲ ਹੋ ਜਾਂਦਾ। ਐਸਾ ਸਮਾਂ 11 ਸਾਲ 1682 ਤੋਂ 1693 ਤੱਕ 11 ਸਾਲ ਬਾਬਾ ਦੀਪ ਸਿੰਘ ਜੀ, ਭਾਈ ਦੀਪਾ ਜੀ ਦੇ ਰੂਪ ਵਿੱਚ ਮਾਤਾ ਪਿਤਾ ਦੇ ਨਾਲ ਗੁਰੂ ਰਾਮਦਾਸ ਸਾਹਿਬ ਦੇ ਚਰਨਾਂ ਦੀ ਸੇਵਾ ਕਮਾਉਣੀ
ਤੇ ਗੁਰੂ ਰਾਮਦਾਸ ਸਾਹਿਬ ਦੇ ਦਰ ਤੇ ਬਹਿ ਕੇ ਕੀਰਤਨ ਸੁਣਨ ਨਾਲ ਤੇ ਬਾਣੀ ਪੜ੍ਹਨ ਦਾ ਚਾਅ ਪੈਦਾ ਹੋ ਗਿਆ। ਜਿਹਦਾ ਬਾਪ ਸ਼ਾਮ ਨੂੰ ਗੁਟਕਾ ਫੜ ਕੇ ਬਹਿ ਕੇ ਚੌਂਕੜਾ ਲਾ ਕੇ ਬਾਣੀ ਪੜ੍ਹੇਗਾ, ਬੱਚਾ ਆਪੇ ਪੜ੍ਹੇਗਾ। ਆਪਾਂ ਖੇਤੀ ਕਰਦੇ ਜਾਂ ਤੁਸੀਂ ਦੁਕਾਨ ਕਰਦੇ ਹੋ, ਚਲੋ ਹੁਣ ਸਮਾਂ ਉੱਧਰਲੇ ਪਾਸੇ ਚਲਾ ਗਿਆ, ਅਜੇ ਵੀ ਹੈ। ਆਪਾਂ ਬੱਚਿਆਂ ਦੇ ਸਾਹਮਣੇ ਮੋਬਾਈਲ ਚਲਾਉਣੇ ਤੇ 2 ਸਾਲ ਦਾ ਬੱਚਾ ਕਹਿੰਦਾ ਮਾਂ ਦੁੱਧ ਭਾਵੇਂ ਰਹਿਣ ਤੇ ਮੈਨੂੰ ਫੋਨ ਦੇ, ਦੁੱਧ ਬਿਨਾਂ ਸਰ ਜਾਏ। ਹੋ ਰਿਹਾ ਤੁਹਾਡੇ ਸਾਹਮਣੇ। ਬੱਚਾ ਇਹ ਨਹੀਂ ਵੇਖਦਾ ਤੁਸੀਂ ਕੀ ਕਹਿ ਰਹੇ, ਬੱਚਾ ਇਹ ਵੇਖਦਾ ਤੁਸੀਂ ਕੀ ਕਰ ਰਹੇ। ਇਹ ਜ਼ਿੰਦਗੀ ਦਾ ਤਜਰਬਾ ਵੇਖੋ। ਹੁਣ ਮਾਤਾ ਪਿਤਾ ਨੇ ਕੋਲ ਬਹਾ ਕੇ ਬਾਣੀ ਪੜ੍ਹੀ ਤੇ ਸਾਧ ਸੰਗਤ ਜੀ ਸਮਾਂ ਆਇਆ 1693। ਮਾਤਾ ਪਿਤਾ ਤੇ ਦਾਦੇ ਕਰਮ ਸਿੰਘ ਦੇ ਨਾਲ ਸਾਧ ਸੰਗਤ ਜੀ ਪਰਿਵਾਰ ਦੇ ਨਾਲ ਭਾਈ ਦੀਪਾ ਜੀ 11 ਸਾਲਾਂ ਦੀ ਉਮਰ ਸ੍ਰੀ ਅਨੰਦਪੁਰ ਸਾਹਿਬ ਆਏ। ਇਤਿਹਾਸ ਗਵਾਹ ਹੈ। ਇੱਥੇ ਆਇਆ ਤੇ ਗੁਰੂ ਸਾਹਿਬ ਨੇ ਕਹਿ ਦਿੱਤਾ, ਕਹਿਣ ਲੱਗੇ ਇਹਨੂੰ ਗੁਰੂ ਘਰ ਵਿੱਚ ਛੱਡੋ, ਇਹ ਗੁਰੂ ਕੇ ਸ਼ਬਦ ਦਾ ਬਾਣੀ ਦਾ ਅਭਿਆਸੀ ਹੋ ਜਾਏ। ਸਮੇਂ ਐਸੇ ਹੁੰਦੇ ਸੀ ਕਿ ਗੁਰੂ ਦਾ ਸਿੱਖ ਗੁਰੂ ਤੇ ਭਰੋਸਾ ਕਰਦਾ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਗੁਰੂ ਗੋਬਿੰਦ ਰਾਜ ਦੇ ਰੂਪ ਨੇ ਬਚਨ ਕੀਤਾ ਤੇ ਪਰਿਵਾਰ ਨੇ ਉੱਥੇ ਛੱਡਿਆ ਉਹਦਾ ਸੇਵਾ ਵਿੱਚ। ਇਤਿਹਾਸ ਕਹਿੰਦਾ, ਬੜੇ ਧਿਆਨ ਨਾਲ ਸੁਣਨਾ, ਭਾਈ ਮਨੀ ਸਿੰਘ ਦੇ ਕੋਲੋਂ ਗੁਰਬਾਣੀ ਦੀ ਸੰਥਿਆ ਹੋਈ। ਔਰ ਇਤਿਹਾਸ ਸਾਡੇ ਨਾਲ ਮੈਂ ਵੀ ਬੇਨਤੀ ਕਰ ਲੱਗਾ ਤੁਹਾਨੂੰ, 2 ਲਿਖਾਰੀ ਨੇ ਗੁਰਬਾਣੀ। ਇੱਕ ਗੁਰੂ ਅਮਰਦਾਸ ਸਾਹਿਬ ਦੇ ਪੋਤਰੇ ਨੇ ਬਾਬਾ ਸਹੰਸ ਰਾਮ। ਗੁਰੂ ਅਮਰਦਾਸ ਸਾਹਿਬ ਦੇ 2 ਪੁੱਤਰ ਨੇ, ਬਾਬਾ ਮੋਹਰੀ ਜੀ ਤੇ ਬਾਬਾ ਮੋਹਣ। ਬਾਬਾ ਮੋਹਰੀ ਜੀ ਦੇ ਪੁੱਤਰ ਸੀ ਬਾਬਾ ਆਨੰਦ ਜੀ। ਬਾਬੇ ਆਨੰਦ ਦਾ ਪੁੱਤਰ ਸੀ ਬਾਬਾ ਸੁੰਦਰ ਜੀ, ਜਿਨ੍ਹਾਂ ਦੀ ਰਾਮਕਲੀ ਸੰਧ ਲਿਖੀ ਹੋ, ਕਹੇ ਸੁੰਦਰ ਸੁਣੋ ਸੰਤੋ ਸਭ ਜਗਤ ਪੈਰੀ ਪਾਏ। ਉਹਦੇ ਅੰਦਰ ਗੁਰੂ ਰਾਮਦਾਸ ਸਾਹਿਬ ਦੀ ਗੁਰਤਾ ਗੱਦੀ ਦੇਣ ਦਾ ਤੇ ਗੁਰੂ ਅਮਰਦਾਸ ਸਾਹਿਬ ਦੇ ਜੋਤੀ ਜੋਤ ਸੁਣਾਉਣ ਦਾ, ਤੇ ਤੀਜਾ ਜਿਹੜਾ ਸਭ ਤੋਂ ਵੱਡਾ ਸਬੂਤ ਹੈ ਸਿੱਖਾਂ ਦੀ ਅਤਮ ਮਰਜ਼ਾਦਾ ਕੀ ਹੈ, ਇਹ 6 ਪੌੜੀਆਂ ਸਭ ਕੁਝ ਛਪਿਆ ਹੋਇਆ। ਐਡਾ ਵੱਡਾ ਇਤਿਹਾਸਕ ਪ੍ਰਮਾਣ ਵੀ ਰਵਾਨੀਅਤ ਦੇ ਨਾਲ। ਦੂਜੇ ਪਾਸੇ ਜਿਹੜੇ ਬਾਬਾ ਮੋਹਨ ਜੀ ਸਨ, ਉਹਨਾਂ ਦੇ ਪੋਤਰੇ ਸਨ, ਉਹਨਾਂ ਦਾ ਪੁੱਤਰ ਸੀ ਬਾਬਾ ਸਾਂਸਰਾਮ। ਇਹ ਪੋਥੀਆਂ ਤਾਂ ਬਾਬਾ ਮੋਹਨ ਜੀ ਕੋਲ ਸਨ, ਜਿਨ੍ਹਾਂ ਨੇ ਅੱਜ ਅਸੀਂ ਪੁਰਾਤਨ ਸਰੂਪ ਨਹੀਂ ਦਰਸ਼ਨ ਕਰਨੇ, ਪੁਰਾਤਨ ਲਿਖਤਾਂ ਨਹੀਂ ਵੇਖਣੀਆਂ, ਪੁਰਾਤਨ ਪੋਥੀਆਂ ਨਹੀਂ ਪੜ੍ਹਨੀਆਂ। ਅੱਜ ਦੇ ਕਿਸੇ ਬੰਦੇ ਨੇ 200 ਸਫ਼ੇ ਦੀ ਕਿਤਾਬ ਲੈ ਕੇ ਉਹ ਸਿਰ ਤੇ ਰੱਖੀ ਫਿਰਦੇ ਵੀ ਬੱਲੇ ਬੱਲੇ ਜੀ ਬੜਾ ਲਿਖਾਰੀ। ਕਿਉਂ? ਜਦੋਂ ਪੁਰਾਤਨ ਸਰੋਤਾਂ ਨੂੰ ਫਰੋਲੋਗੇ ਤੇ ਤੁਹਾਨੂੰ ਇਹ ਗੱਲ ਤੁਹਾਡੇ ਪਕੜ ਚ ਆਏਗੀ। ਉਹ ਬਾਬਾ ਸਹੰਸ ਰਾਮ ਉਸ ਸਮੇਂ ਵੇਖੋ, ਗੁਰੂ ਅਮਰਦਾਸ ਸਾਹਿਬ ਨੇ ਬੜੇ ਧਿਆਨ ਨਾਲ ਸੁਣਨਾ, ਬੇਨਤੀ ਕੰਮ ਆਏਗੀ ਜ਼ਿੰਦਗੀ ਵਿੱਚ। ਗੁਰੂ ਅਮਰਦਾਸ ਸਾਹਿਬ ਨੇ ਪ੍ਰਚਾਰਕ ਬਣਾਏ, ਬੀਬੀਆਂ ਨੂੰ ਪ੍ਰਚਾਰਕਾਂ ਬਣਾਇਆ। ਤੇ ਅੱਜ ਸਾਡੇ ਕੋਲ ਲੈਪਟਾਪ ਨੇ, ਫੋਨ ਚੱਲਦੇ ਨੇ, ਅਸੀਂ ਆਪਾਂ ਬਾਣੀ ਪੜ੍ਹ ਲੈਂਦੇ, ਈਜ਼ੀਲੀ ਹੋ ਗਿਆ, ਸੌਖਾ ਹੋ ਗਿਆ। ਉਹਨਾਂ ਟਾਈਮਾਂ ਸੰਗਤ ਜੀ ਹੱਥ ਲਿਖਤ ਪੋਥੀਆਂ ਨੇ, ਉਤਾਰੇ ਕਰਨੇ ਬੜੇ ਔਖੇ ਨੇ। ਉਹਨਾਂ ਟਾਈਮਾਂ 'ਚ ਜਿੰਨੀਆਂ ਪ੍ਰਚਾਰਕਾਂ ਕੋਲ ਪੋਥੀਆਂ ਨੇ ਨਾ, ਉਹ ਸਾਰੀਆਂ ਬਾਬਾ ਸਹੰਸ ਰਾਮ ਦੀਆਂ ਲਿਖੀਆਂ ਸਨ। ਐਡੀ ਵੱਡੀ ਸੇਵਾ। ਹੁਣ ਉਹ ਪੋਥੀਆਂ ਦੇ ਸੁਖਾਸਨ ਲਈ ਬਾਬੇ ਮੋਹਨ ਦਾ ਚੁਬਾਰਾ ਬਣਿਆ ਸੀ, ਤਾਂ ਉੱਥੇ ਪੋਥੀਆਂ ਸਨ। 4 ਪੋਥੀਆਂ ਸਨ, 2 ਤੇ ਅਜੇ ਵੀ ਮਿਲਦੀਆਂ। ਆ ਤੁਹਾਡੇ ਹੁਸ਼ਿਆਰਪੁਰ 'ਚ ਪੈਂਦਾ ਨਾ ਅਈਆਪੁਰ ਵਾਲੀ ਪੋਥੀ ਕਹਿੰਦੇ ਨੇ, ਇੱਕ ਨੂੰ ਪਟਿਆਲੇ ਵਾਲੀ ਪੋਥੀ ਕਹਿੰਦੇ ਨੇ। ਇੱਕ ਦੇ 244 ਅੰਕ ਸਨ, ਇੱਕ ਦੇ 300 ਸਮਥਿੰਗ ਸਨ, ਕੁਛ 2 ਰਹਿ ਗਈਆਂ ਸਨ, 2 ਫਸ ਗਈਆਂ ਬਾਅਦ। ਇਸ ਲਈ ਬਾਬਾ ਸਹੰਸ ਰਾਮ ਤੋਂ ਬਾਅਦ ਦੂਜੇ ਕੌਮ ਦੇ ਸਭ ਤੋਂ ਵੱਡੇ ਪੋਥੀਆਂ ਲਿਖਣ ਵਾਲੇ, ਹੱਥ ਨਾਲ ਧਿਆਨ ਨਾਲ ਸੁਣਨਾ, ਉਹ ਸਨ ਭਾਈ ਸਾਹਿਬ ਭਾਈ ਮਨੀ ਸਿੰਘ। ਗੁਰੂ ਹਰਿਰਾਏ ਸਾਹਿਬ ਦੇ ਸਮੇਂ ਤੋਂ ਗੁਰੂ ਦੇ ਚਰਨਾਂ 'ਚ ਆਏ ਸਨ, ਕੀਰਤਪੁਰ ਸਾਹਿਬ। ਤੇ ਅੱਜ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਕੋਲ 1193-94 ਗੁਰੂ ਗੋਬਿੰਦ ਰਾਏ ਜੀ ਦੇ ਰੂਪ ਸੱਚੇ ਪਾਤਸ਼ਾਹ ਅਨੰਦਪੁਰ ਸਾਹਿਬ ਨੇ। ਇੱਥੇ ਬਾਬਾ ਦੀਪ ਸਿੰਘ ਜੀ ਭਾਈ ਦੀਪਾ ਜੀ ਦੇ ਰੂਪ 'ਚ ਆਏ। ਪਹਿਲੀ ਜਿਹੜੀ ਗੁਰਬਾਣੀ ਪੜ੍ਹਨ ਦੀ ਸੰਥਿਆ ਉਹਨਾਂ ਭਾਈ ਮਨੀ ਸਿੰਘ ਜੀ ਹੋਰਾਂ ਕੋਲੋਂ ਕੀਤੀ। ਕੌਮ 'ਚ ਧਿਆਨ ਨਾਲ ਸੁਣਨਾ, ਦੁਨੀਆ ਦੇ ਇਤਿਹਾਸ ਵਿੱਚ ਬਹੁਤ ਘੱਟ ਧਾਰਮਿਕ ਪੁਰਸ਼ ਹੁੰਦੇ ਨੇ ਜਿਹੜੇ 2 ਚੀਜ਼ਾਂ ਇਕੱਠੀਆਂ ਚਲਾਉਂਦੇ ਆ। ਉਹ ਮਾਨ ਬਾਬਾ ਦੀਪ ਸਿੰਘ ਨੂੰ ਤੁਸੀਂ ਦੁਨੀਆ 'ਚ ਵੇਖੋਗੇ, ਵਿਦਵਾਨ ਬੰਦਾ ਡਰਪੋਕ ਮਿਲੇ। ਅੱਜ ਵੀ ਵਿਦਵਾਨ ਬੰਦੇ ਤੁਹਾਡੇ ਸਾਹਮਣੇ ਦੁੱਖ ਚੱਕੀ ਕਰਦੇ ਜਦ ਕਿਉਂ? ਚੁੱਕਣ ਵਾਲੇ ਵੀ ਦੂਜੇ ਹੁੰਦੇ ਨੇ, ਆਪਣੀ ਆਪ ਤੋਂ ਨਹੀਂ ਚੱਕੀ ਜਾਂਦੀ ਉਹਨਾਂ ਤੇ ਦੂਜੀ ਹੁੰਦੀ ਨੇ, ਉਹ ਬੜਾ ਸਾਰੇ ਚਲਾਉਣ ਜਾਣਦੇ ਨੇ, ਉਹ ਡਰਾਵਾ ਹੀ ਹੁੰਦਾ ਗੱਲ। ਜੇ ਲੋੜ ਹੋਵੇ ਚੱਲਦੀਆਂ ਹੋਣ ਤੇ ਉਦੋਂ ਚੱਲਣ ਨਾ, ਜਦੋਂ ਕੌਮ ਤੇ ਕਸ਼ਟ ਆਉਂਦਾ ਆਪਣੇ ਨੂੰ ਡਰਾਉਣ ਲਈ। ਇਹ ਕਿਹੜੀ ਖੇਡ ਹੈ? ਜਦੋਂ ਵੀ 2 ਚੀਜ਼ਾਂ ਨੇ, ਬੜੇ ਧਿਆਨ ਨਾਲ ਸੁਣਿਓ, ਇੱਕ ਕਲਮ ਹੈ, ਇੱਕ ਕਿਰਪਾਨ ਹੈ। ਬਾਬਾ ਦੀਪ ਸਿੰਘ ਨੇ ਦੋਵੇਂ ਚਲਾਏ। ਉਹਨਾਂ ਵਰਗੀ ਕਿਰਪਾਨ ਵੀ ਕਿਸੇ ਨੇ ਚਲਾਈ, ਉਹਨਾਂ ਵਰਗੀ ਕਲਮ ਵੀ ਕਿਸੇ ਨੇ ਚਲਾਈ, ਉਹਨਾਂ ਵਰਗਾ ਸ਼ਾਸਤਰ ਵੀ ਕਿਸੇ ਨੇ ਚਲਾਇਆ, ਉਹਨਾਂ ਵਰਗਾ ਸ਼ਾਸਤਰ ਵੀ ਕਿਸੇ ਨੇ ਨਹੀਂ ਚਲਾਇਆ। ਸ਼ਾਸਤਰ ਤੇ ਸ਼ਾਸਤਰ ਇੱਕੋ ਕੰਡੇ ਦਾ ਫਰਕ ਹੈ।
ਦੋਵਾਂ ਦੇ ਧਨੀ ਹੋ ਗਏ। ਭਾਈ ਮਨੀ ਸਿੰਘ ਕੋਲੋਂ ਸੰਥਿਆ ਹੋ ਗਈ। ਔਰ ਯਾਦ ਰੱਖਿਓ ਸੰਸਕ੍ਰਿਤ ਬ੍ਰਿਜ, ਪੰਜਾਬੀ ਗੁਰਮੁਖੀ ਤੇ ਹੈ, ਅਰਬੀ ਤੇ ਫਾਰਸੀ, ਇਹਨਾਂ ਸਾਰੀਆਂ ਭਾਸ਼ਾਵਾਂ ਦੇ ਗਿਆਤਾ ਹੋ ਗਏ। ਕੌਣ? ਬਾਬਾ ਦੀਪ ਸਿੰਘ ਜੀ 1699 ਆਇਆ, ਖੱਡੇ ਬਾਟੇ ਦਾ ਅੰਮ੍ਰਿਤ ਛਕ ਲਿਆ। ਤੀਜਾ ਨੁਕਤਾ, ਭਾਈ ਮਨੀ ਸਿੰਘ ਜੀ ਪੋਥੀਆਂ ਲਿਖਦੇ ਆ, ਪਰ ਜਦੋਂ ਪਹਿਲੀ ਵਾਰ ਸੰਥਿਆ ਤੋਂ ਬਾਅਦ ਬਾਣੀ ਪੱਕ ਗਈ। ਹੁਣ ਬੇਨਤੀ ਕਰਾਂ, ਤੁਸੀਂ ਜੇ ਬੁਰਾ ਨਾ ਬਣਾਓ, ਜਿਹੜੇ ਸੁਣਦੇ ਹੋ, ਅੱਗੇ ਹੁੰਦਾ ਸੀ ਬੰਦੇ ਨੂੰ ਬਹਿਣਾ ਪੈਂਦਾ ਸੀ, ਵਿਦਿਆਲਿਆ ਸਿੱਖਣਾ ਪੈਂਦਾ ਸੀ। ਗੁਰਬਾਣੀ ਕੋਈ ਇੱਦਾਂ ਥੋੜ੍ਹੀ ਜਿਹੀ ਗੱਲ ਸੀ ਸਮਝ। ਮੈਂ ਬਹੁਤ ਵਾਰ ਤੁਹਾਨੂੰ ਬੇਨਤੀ ਕੀਤੀ ਗੁਰੂ ਦੇ ਚਰਨਾਂ 'ਚੋਂ ਕਿ 17 ਭਾਸ਼ਾਵਾਂ ਨੇ ਗੁਰੂ ਗ੍ਰੰਥ ਸਾਹਿਬ ਦਾ, 70 ਲੈਂਗੁਏਜ ਨੂੰ ਗੁਰੂ ਗ੍ਰੰਥ ਸਾਹਿਬ। ਅਸੀਂ ਕੀ ਸਮਝਦੇ? ਹੁਣ ਜਿਹੜੇ ਬੰਦੇ ਨੂੰ ਪੰਜਾਬੀ ਠੀਕ ਨਹੀਂ ਆਉਂਦੀ, ਉਹ ਬੰਦੇ ਦਾਅਵੇ ਕਰਦੇ ਮੈਂ ਸੱਚ ਬੋਲਦਾ। ਤੂੰ ਕੀ ਸੱਚ ਬੋਲੇਗਾ? ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੋਂ ਪਰ ਸੱਚ ਕਿਹੜਾ ਹੋਵੇ? ਸੱਚ ਤੇ ਕੇਵਲ ਪ੍ਰਭੂ ਸੱਚ ਇਹ ਹੁੰਦਾ ਜਿਹੜਾ ਬਦਲਦਾ ਹੀ ਨਹੀਂ। ਸੱਚ ਆਉਣੀ ਗੋਡ ਦੀ ਟਰੁੱਥ, ਕੇਵਲ ਰੱਬ ਸੱਚ ਹੈ। ਮੇਰਾ ਬੋਲਿਆ ਹੋਇਆ ਵੀ ਸੱਚ ਨਹੀਂ ਹੋਏਗਾ। ਜੋ ਮੈਂ ਅੱਜ ਬੋਲਿਆ ਕੱਲ ਇਤਿਹਾਸ ਦੀ ਹੋਰ ਗੱਲ ਵੀ, ਗੁਰਬਾਣੀ ਦੀ ਹੋਰ ਭੇਦ ਆਉਂਗੀ, ਫਿਰ ਬਦਲ ਜਾਣਗੇ। ਤੇ ਗੁਰਬਾਣੀ ਸਾਹਿਬ ਮੇਰਾ ਨੀਤ ਨਵਾਂ ਰੋਜ਼ ਹੀ ਅਪਡੇਟ ਹੈ। ਤਾਂ ਹੀ ਕਿ ਪ੍ਰਾਤਨ ਮਹਾਂਪੁਰਖ ਕਹਿੰਦੇ ਸਨ ਕਿ ਕਿਸੇ ਅਰਥ ਨੂੰ ਗੁਰਬਾਣੀ ਦੇ ਤੁਸੀਂ ਲਾਸਟ ਨਹੀਂ ਕਹਿ ਸਕਦੇ। ਭਾਸ਼ਾ ਦਾ ਰੱਬੀ ਗਿਆਨ ਦਾ ਮੁਜੱਸਮਾ। ਇਸ ਲਈ ਜਿਹੜੀ ਬੇਨਤੀ ਕਰ ਲੱਗਾ, ਜਦੋਂ ਬਾਬਾ ਦੀਪ ਸਿੰਘ ਜੀ ਹੋਰਾਂ ਨੇ ਪਹਿਲੀ ਵਾਰੀ ਭਾਈ ਮਨੀ ਸਿੰਘ ਦੀ ਪੋਥੀ ਤੋਂ ਉਤਾਰਾ ਕੀਤਾ ਨਾ, ਔਰ ਯਾਦ ਰੱਖਣ ਯੋਗ ਬੇਨਤੀ ਹੈ, ਭਾਈ ਮਨੀ ਸਿੰਘ ਖੁਦ ਬਾਬਾ ਦੀਪ ਸਿੰਘ ਦੀ ਕਲਮ ਦੇ ਕਾਇਲ ਸਨ। ਉਹਨਾਂ ਦੀ ਲੇਖਣੀ ਇੰਨੀ ਸੁੰਦਰ ਸੀ, ਲਿਖਦੇ ਸਾਰੇ, ਪਰ ਉਹਨਾਂ ਦੀ ਲੇਖਣੀ ਇੰਨੀ ਸੁੰਦਰ ਜਿਹਦੇ ਕਰਕੇ ਜਦੋਂ ਵੀ ਪੋਥੀਆਂ ਦੇ ਉਤਾਰੇ ਹੋਏ ਅਨੰਦਪੁਰ ਸਾਹਿਬ ਤੋਂ, ਉਹ ਨਾਲ ਬਾਬਾ ਦੀਪ ਸਿੰਘ ਜੀ ਕਰਦੇ ਰਹੇ। ਅਗਲੀ ਗੱਲ ਵਾਲਾ ਸਮੇਂ ਨੇ ਕਰ ਖਾਧੀ, ਪਰਿਵਾਰ ਵਸਾਉਣ ਲਈ ਜਾਂ ਕਿਸੇ ਕਾਰਨ ਪਰਿਵਾਰ ਨੇ ਬਾਬਾ ਦੀਪ ਸਿੰਘ ਜੀ ਨੂੰ ਘਰ ਬੁਲਾਇਆ। ਇੱਥੋਂ ਤੱਕ ਵੀ ਪੜ੍ਹਿਆ, ਜਦੋਂ ਅਜੇ ਅਨੰਦਪੁਰ ਸਾਹਿਬ ਛੱਡਣਾ ਤੋਂ ਪਹਿਲਾਂ ਗੁਰੂ ਸਾਹਿਬ ਦੇ ਨਾਲ ਅਨੰਦਪੁਰ ਸਾਹਿਬ ਜਿੰਨੀਆਂ ਜੰਗਾਂ ਹੋਈਆਂ ਨਾ, ਤੁਸੀਂ ਜਾਣਦੇ ਹੋ, ਜਿਵੇਂ 1700 ਅਗਸਤ ਵਿੱਚ ਜਦੋਂ ਪੂਰੀ ਹਾਥੀ ਚੜ੍ਹਾ ਕੇ ਲਿਆਂਦਾ ਕਿ ਰਾਜਾ ਕੇਸਰੀ ਚੰਦ ਵਰਗੀਆਂ, ਉਹਦੇ ਵਿੱਚ ਬਾਬਾ ਦੀਪ ਸਿੰਘ ਤੇ ਪ੍ਰਸਾਦ ਸੰਗਤ ਜੀ ਜਦੋਂ ਆਉਂਦੇ ਨੇ ਆਪਣੇ ਘਰ ਇੱਧਰ ਆ ਜਾਂਦੇ ਨੇ। ਸਮਾਂ ਬਦਲਦਾ, ਗੁਰੂ ਸਾਹਿਬ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡ ਦਿੰਦੇ। ਔਰ ਤੀਜਾ ਨੁਕਤਾ ਉਹਨਾਂ ਦੇ ਜੀਵਨ ਦਾ ਬਹੁਤ ਧਿਆਨ ਹੈ, ਸੁਣਿਓ। ਇੱਕੋ ਸਿੱਖ ਹੋਇਆ, ਬੜੇ ਖਿਆਲ ਨਾਲ ਸੁਣਿਓ, ਕਿਉਂਕਿ ਹਰੇਕ ਸਿੱਖ ਦੀ ਵੱਖ-ਵੱਖ ਪੱਖ ਤੋਂ ਖੂਬੀ ਹੈ ਇਤਿਹਾਸ ਵਿੱਚ। ਬਾਬਾ ਦੀਪ ਸਿੰਘ ਦੀ ਖੂਬੀ, ਉਹ ਐਸੇ ਸਿੱਖ ਇਕੱਲੇ ਨੇ ਜਿਹੜੇ ਗੁਰੂ ਸਾਹਿਬ ਦੇ ਸਮੇਂ ਤੋਂ ਲੈ ਕੇ ਮਿਸਲਾਂ ਤੱਕ ਰਹੇ। ਹੋਰ ਕੋਈ ਐਸਾ ਸਿੱਖ ਨਹੀਂ ਤੁਹਾਨੂੰ ਮਿਲੇਗਾ ਇਤਿਹਾਸ ਵਾਚੇ ਜਿਹੜਾ ਗੁਰੂ ਸਾਹਿਬ ਦੇ ਸਮੇਂ ਵੀ ਹੋਵੇ ਤੇ ਜਿਹਦਾ ਮਿਸਲਾਂ ਵਿੱਚ ਵੀ ਜਿਹਦੀ ਸ਼ਮੂਲੀਅਤ ਹੋਵੇ। ਕੁਝ ਪੱਖ ਮੈਂ ਕਹਿਣੇ ਚਾਹੁੰਦਾ, ਸਮਾਂ ਬੜਾ ਸੀਮਤ ਹੈ ਆਪਣੇ ਕੋਲ। ਜਦੋਂ ਅਨੰਦਪੁਰ ਸਾਹਿਬ ਛੱਡ ਸੱਚਾ ਪਾਤਸ਼ਾਹ ਕਲਗੀਵਾਲਾ ਗੁਰਦੇਵ ਦਮਦਮਾ ਸਾਹਿਬ ਚਲੇ ਜਾਂਦੇ ਨੇ ਉਧਰਲੇ ਪਾਸੇ, ਇਤਿਹਾਸ ਦੋ ਚੀਜ਼ਾਂ ਲਿਖਦਾ ਹੈ, ਪਰ ਜਿਹੜੀ ਸਭ ਤੋਂ ਵੱਧ ਜੱਤਦੀ ਹੈ, ਜਦੋਂ ਗੁਰੂ ਕੇ ਸਿੱਖਾਂ ਨੂੰ ਖਬਰ ਮਿਲੀ, ਜਿਵੇਂ ਹੁਣ ਅੱਜ ਵਾਂਗੂ ਨਾ, ਜਦੋਂ ਇਤਿਹਾਸ ਨੂੰ ਵਾਚੋ ਬੜੇ ਖਿਆਲ ਨਾਲ ਵਾਚੋ, ਅੱਜ ਵਾਂਗੂ ਇੰਟਰਨੈਟ ਨਹੀਂ, ਟੈਲੀਫੋਨ ਟੈਲੀਪੈਥੀ ਨਹੀਂ, ਅਖਬਾਰਾਂ ਨਹੀਂ, ਪਰ ਯਾਦ, ਕਿਉਂਕਿ ਹਿੰਦੁਸਤਾਨ ਤੋਂ ਇੱਕੋ ਅਖਬਾਰ ਛਪਦਾ ਸੀ, ਅਖਬਾਰਾਂ ਤੇ ਦਰਬਾਰੇ ਮੌਲਾ ਦਿੱਲੀ ਤੋਂ ਸਰਕਾਰੀ ਅਖਬਾਰ, ਇੱਕੋ ਹੀ ਅਖਬਾਰ। ਔਰੰਗਜ਼ੇਬ ਦੇ ਸਮੇਂ, ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸਮੇਂ, ਜਦੋਂ ਸੀਨਾ ਵਸੀਨਾ ਖਬਰ ਜਾਂਦੀ ਹੈ, ਬਾਬਾ ਦੀਪ ਸਿੰਘ ਜੀ ਕੋ ਸਿੰਘਾਂ ਦੇ ਸਮੇਤ ਤਖਤ ਸ੍ਰੀ ਦਮਦਮਾ ਸਾਹਿਬ ਚਲੇ ਜਾਂਦੇ। ਉੱਥੇ ਹੁਣ ਜਦੋਂ ਸਮਾਂ ਬਦਲਦਾ ਹੈ ਤੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਪਹਿਲਾਂ ਰੱਬੀ ਬਾਣੀ ਲਿਖਵਾਉਂਦੇ, ਭਾਈ ਮਨੀ ਸਿੰਘ ਲਿਖਦੇ। ਜਿਹੜੀ ਗੱਲ ਸਮਝਣ ਵਾਲੀ ਹੈ, ਤੁਸੀਂ ਸਾਰੇ ਸੁਣਦੇ ਹੋ, ਭਾਈ ਮਨੀ ਸਿੰਘ ਜੀ ਲਿਖਦੇ। ਕਲਮਾ ਕੌਣ ਘੜਦਾ ਪਤਾ? ਬਾਬਾ ਦੀਪ ਸਿੰਘ। ਤੇ ਤੁਹਾਨੂੰ ਲੱਗੇਗਾ ਕਲਮ ਘੜਨੀ ਕਿੰਨੀ ਔਖੀ ਹੈ। ਚਲੋ ਜਿਨ੍ਹਾਂ ਨੇ ਆਪਾਂ ਘੜੀਆਂ ਛੋਟੇ ਹੁੰਦੇ ਆ, ਆਪਾਂ ਨੂੰ ਲੱਗੇਗਾ ਕਿੰਨਾ ਔਖਾ ਕੰਮ, ਬਲੇਡ ਲੈਣਾ ਤੇ ਕਾਨੀ ਘੜਨੀ। ਸਾਡੇ ਵਰਗੀਆਂ ਕਲਮਾਂ ਨਹੀਂ ਹੁੰਦੀਆਂ ਸੀ। ਜਦੋਂ ਗੁਰੂ ਗ੍ਰੰਥ ਸਾਹਿਬ ਦੇ ਪੁਰਾਤਨ ਸਰੂਪਾਂ ਦੇ ਦਰਸ਼ਨ ਕਰੋਗੇ ਨਾ ਜੀ, ਤੁਸੀਂ ਵੇਖੋ ਭਾਈ ਮਨੀ ਸਿੰਘ ਦੀਆਂ ਲਿਖੀਆਂ ਪੋਥੀਆਂ ਮਿਲਣਗੀਆਂ। ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਸਰੂਪ ਲਿਖਿਆ, ਉਹ ਤਾਰੇ ਸਭ ਤੋਂ ਜ਼ਿਆਦਾ ਬਾਬਾ ਦੀਪ ਸਿੰਘ ਨੇ ਕੀਤੇ ਨੇ। ਕੋਸੇ ਸਮੇਂ 4 ਸਰੂਪ ਗੁਰਮੁਖੀ 'ਚ ਲਿਖੇ, ਇੱਕ ਸਰੂਪ ਫਾਰਸੀ 'ਚ ਲਿਖਿਆ, ਜਿਹੜਾ ਬਹੁਤ ਟਾਈਮ ਤੱਕ ਅਲੀਗੜ੍ਹ ਯੂਨੀਵਰਸਿਟੀ, ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਯੂਪੀ ਪਿਆ ਰਿਹਾ। ਮੁੜ ਕੇ ਪਤਾ ਕੁਝ ਸੱਜਣ ਲਿਖਦੇ ਨੇ ਅਰਬ ਦੇਸ਼ਾਂ ਵੱਲ ਗਿਆ। ਪਰ ਜਿਹੜੀ ਮੈਂ ਬੇਨਤੀ ਕਰਕੇ ਨਾ, ਕਲਮ ਦਾ ਇੱਕ ਸਾਈਜ਼ ਹੁੰਦਾ, ਕਲਮ ਲਿਖਦਿਆਂ ਘਸਦੀ ਵੀ ਹੈ ਨਾ, ਜਦੋਂ ਉੱਥੋਂ ਤੱਕ ਕਲਮ ਘਸਦਾ, ਉਹ ਕਲਮ ਨੂੰ ਰੱਖ ਦੇ, ਫਿਰ ਨਵੀਂ ਉਹਦੇ ਸਾਈਡ ਦੀ ਘਟ, ਅੱਖਰ ਦੀ ਬਣਤਰ ਵਿੱਚ, ਅੱਖਰ ਦੀ ਲਿਖਤ ਵਿੱਚ ਫਰਕ ਨਹੀਂ ਪੈਣ ਦਿੱਤਾ। ਪ੍ਰਾਪਤ ਸਰੂਪ ਵੇਖੋ, ਜੋ ਕਲਮ ਨਾਲ ਲਿਖਿਆ ਜਾਂਦਾ,
ਤੇ ਕਿੰਨੀ ਸੁਧਾਈ ਅੱਖਰਾਂ ਦੀ ਮੋਟਾਈ ਚੌੜਾਈ ਬਣਤਰ ਬਣੀ ਰਵੇ। ਕਲਮ ਇੰਨੀ ਔਖੀ ਸੀ ਘੜ, ਇਹ ਉਹਦਾ ਧਿਆਨ ਰੱਖਣਾ ਵੀ ਜਦੋਂ ਉਹਦਾ ਆਕਾਰ ਅੱਖਰ ਦਾ ਲੱਗੇ ਉਹ ਛੋਟਾ ਹੋਏਗਾ ਤੇ ਫਿਰ ਕੀ ਕਰਨਾ, ਫਿਰ ਕਲਮ ਬਦਲ, ਕਲਮ ਤਿਆਰ ਕਰਨੀ, ਸਿਆਹੀ ਤਿਆਰ ਕਰਨੀ। ਜਿੰਨੀ ਦੇਰ ਪਹਿਲਾ ਸਰੂਪ ਲਿਖੀਦਾ ਰਿਹਾ ਦਮਦਮਾ ਸਾਹਿਬ ਭਾਈ ਮਨੀ ਸਿੰਘ ਲਿਖਦੇ ਹੈ, ਉਨੀ ਦੇਰ ਕਲਮਾਂ ਦੀ ਤੇ ਸਿਆਹੀ ਦੀ ਸੇਵਾ। ਤੀਜੀ ਸੇਵਾ ਕਾਗਜ਼ ਦੀ ਸੇਵਾ, ਜਿਸ ਅੰਗ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਲਿਖੀ ਜਾ ਰਹੀ। ਚੌਥੀ ਸੇਵਾ ਉਹਨਾਂ ਅੰਗਾਂ ਨੂੰ ਸਮੇਟ ਕੇ ਮੈਂ ਸ਼ਬਦ ਵਰਤਾਂ ਮੈਂ ਮਾਲਵਈ ਪੰਜਾਬੀ ਅੰਦਰ ਤੱਥੀ ਬਣਾਉਣ, ਭਾਵੇਂ ਇੱਕ ਥਾਂ ਤੇ ਇਕੱਠੇ ਕਰਨ। ਕੁਝ ਨੇ ਕਿਹਾ 21 ਜੁਜਾਂ ਵੀ ਇਹਨੂੰ ਲਿਖਿਆ ਇਤਿਹਾਸ ਅੰਦਰ ਜੁਜਾਂ ਬਣਾ ਲੈਣਾ। ਫਿਰ ਹੁਣ ਅੱਜ ਉਹਨੂੰ ਥੋੜੀ ਕਿ ਲਿਖਿਆ ਜਾ ਰਿਹਾ ਤੇ ਕੰਪਿਊਟਰਾਈਜ਼ ਹੋ ਗਿਆ ਜਦੋਂ ਮਰਜ਼ੀ ਆਪਾਂ ਪ੍ਰਿੰਟ ਕਰ ਲਵਾਂਗੇ, ਨਹੀਂ, ਉਹਨਾਂ ਦੀਆਂ ਜੁਜਾਂ ਬਣਾਉਂਦੇ ਆ, ਫਿਰ ਉਹਨਾਂ ਨੂੰ ਇਕੱਠੀਆਂ ਕਰਨ। ਇਸ ਤਰੀਕੇ ਨਾਲ ਇੰਨੀ ਲੰਮੀ ਚੌੜੀ ਸੇਵਾ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਲਿਖਿਆ ਗਿਆ, ਫਿਰ ਉਹ ਤੋਂ ਉਤਾਰੇ ਕੀਤੇ 11 ਸਾਲ ਤੱਕ ਸ੍ਰੀ ਦਮਦਮਾ ਸਾਹਿਬ ਬੈਠ ਕੇ। ਤਖਤ ਸ੍ਰੀ ਦਮਦਮਾ ਸਾਹਿਬ ਦਾ ਭੋਰਾ ਸਾਹਿਬ ਅੱਜ ਵੀ ਪ੍ਰਤੀਕ ਹੈ ਬਾਬਾ ਦੀਪ ਸਿੰਘ ਦੀ ਲਿਖਾਈ ਦਾ। ਇੱਕ ਭੁਲੇਖਾ ਕੱਢਦੇ ਆ ਬੰਦੇ, ਕਹਿੰਦੇ ਭੋਰੇ ਦੀ ਲੋੜ ਨਹੀਂ, ਉਹਦਾ ਕਾਰਨ ਤੇ ਪੜੋ। ਬਹੁਤ ਅਮੀਰ ਘਰਾਂ ਦੇ ਭੋਰੇ ਹੁੰਦੇ ਸੀ। ਚਲੋ ਹੁਣ ਤੇ ਆਮ ਦੀ ਗੱਲ ਹੋ ਗਈ, ਅੱਜ ਤੋਂ 25 ਸਾਲ 30 ਸਾਲ ਜਿਹਦੇ ਘਰ ਏਸੀ ਹੁੰਦਾ ਸੀ ਲੋਕੀ ਦੱਸਦੇ ਸੀ ਉਹਦੇ ਏਸੀ ਲੱਗਾ ਹੋਇਆ, ਕਿਉਂ? ਉਹਦੀ ਸਹੂਲਤ ਹੈ। ਭੋਰਾ ਇੱਕ ਸਹੂਲਤ ਸੀ, ਤਿੰਨ ਚੀਜ਼ਾਂ ਤੋਂ, ਗਰਮੀ ਸਰਦੀ ਤੋਂ। ਤੀਜੀ ਗੱਲ ਇਕਾਗਰਤਾ ਬਣਾਉਂਦੇ ਹੋ, ਜਿਹਨੇ ਲਿਖਣਾ ਤੁਸੀਂ ਲਿਖਣ ਵਾਲੇ ਦੇ ਕੋਲ ਬੋਲੀ ਜਾਓ ਕਿਵੇਂ ਲਿਖੇਗਾ, ਇਹ ਤੇ ਗੁਰਬਾਣੀ ਲਿਖਣੀ, ਕੋਈ ਆਮ ਤੇ ਗੱਲ ਲਿਖਣੀ ਨਹੀਂ। ਤੀਜੀ ਗੱਲ ਇਕਾਗਰਤਾ ਬਣਾਉਣ ਲਈ, ਆਪਣਾ ਧਿਆਨ ਇਕਾਗਰ ਰੱਖਣ ਲਈ ਤੇ ਲਿਖਤ ਦਾ ਜਿਹੜੀ ਸੁਰੱਖਿਅਤ ਸੰਭਾਲ ਕਰਨ ਲਈ, ਇਹ ਤਿੰਨੇ ਗੱਲਾਂ ਕਰਕੇ ਇਸ ਕਰਕੇ ਵੀ ਭੋਰੇ ਦੀ ਲੋੜ ਹੈ। ਕਿ ਜਿਹੜੇ ਭੋਰੇ ਅੰਦਰ 11 ਸਾਲ ਬਾਣੀ ਲਿਖੀ ਦੀ ਰਹੀ ਹੋਵੇ, ਤੇ ਅਸੀਂ ਨਹੀਂ ਕਹਾਂਗੇ ਉੱਥੇ ਬੰਦਗੀ ਹੋਈ, ਹੋਰ ਕੀ ਕਾਰਨ? 11 ਸਾਲ ਤੇ ਤੁਹਾਨੂੰ ਪੂਰੇ ਕਰਕੇ ਗੁਰੂ ਦੀ ਦਾਵਾ ਤੇ ਬਖਸ਼ਿਸ਼ ਗੁਰੂ ਦੀ ਹੈ, ਜ਼ਿੰਦਗੀ 'ਚ ਲੈ ਕੇ ਰੱਖ ਲਓ। 11 ਸਾਲ ਲਗਾਤਾਰ ਸਹਿਜ ਪਾਠ ਕਰਦੇ ਰਹੋ। ਬਹੁਤਾ ਹੀ ਕੋਈ ਹੋਏ ਮੇਰੇ ਵਰਗਾ ਗੱਲ ਵੱਖਰੀ ਨਹੀਂ। ਗੁਰੂ ਸਾਹਿਬ ਰਹਿਮਤ ਕਰਦੇ ਨੇ, ਕਿੰਨੀ ਬਾਣੀ ਦੇ ਵੈਸੇ ਘੱਟ ਹੋ ਜਾਂਦੀ, ਹਿਰਦੇ 'ਚ ਲਿਖੀ ਜਾਂਦੀ ਹੈ, ਉਹਨਾਂ ਦੇ ਅੰਦਰ ਲਿਖੀ ਗਈ। ਬਾਬਾ ਦੀਪ ਸਿੰਘ ਇੰਨੀ ਬਾਣੀ ਲਿਖੀ, 4 ਸਰੂਪ ਗੁਰਮੁਖੀ, ਫਿਰ ਯਾਦ ਰੱਖਣਾ ਇੱਕ ਸਰੂਪ ਫਾਰਸੀ ਵਿੱਚ। ਔਰ ਸਿੱਖੋ ਵਾਰ-ਵਾਰ ਬੇਨਤੀ ਕਰਨਾ, ਜੇ ਕਦੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਠੀਕ ਹੈ, ਇਸ ਗੱਲ ਨਾਲ ਸਹਿਮਤ ਇਸੇ ਭਾਸ਼ਾ ਸਮਝ ਆਏਗੀ ਤੇ ਬਹੁਤ ਚੰਗੀ ਗੱਲ ਹੈ। ਗੁਰਮੁਖੀ ਪੜ੍ਹੀ ਅਸੀਂ ਮੁੱਢਲੇ ਰੂਪ ਵਿੱਚ, ਯਾਦ ਰੱਖੋ ਗੁਰਬਾਣੀ ਦੂਜੀਆਂ ਭਾਸ਼ਾਵਾਂ ਦਾ ਗੁਰਮੁਖੀ ਕਰਨ ਕੀਤਾ ਹੋਇਆ, ਪਰ ਹੈ ਅਜੇ ਵੀ ਉਹਦਾ ਮੁੱਢਲਾ ਰੂਪ। ਜਦੋਂ ਵੇਖੋਗੇ ਕੁਝ ਸ਼ਬਦਾਂ ਦਾ ਭੇਦ ਫਰਕ ਕਿ ਉਸ ਭਾਸ਼ਾ ਜਾ ਕੇ ਸਮਝ ਆਉਂਦਾ। ਜਦੋਂ ਬਾਬਾ ਦੀਪ ਸਿੰਘ ਉੱਥੇ ਸਰੂਪ ਲਿਖਦੇ ਹੈ, ਤਖਤਾਂ ਤੇ ਭੇਜੇ, ਦਾਸ ਸਥਾਨਾਂ ਤੇ ਭੇਜੇ, ਦੂਜੇ ਪਾਸੇ ਗੁਰੂ ਸਾਹਿਬ ਦੱਖਣ ਵੱਲ ਚਲੇ ਗਏ। ਭਾਈ ਮਨੀ ਸਿੰਘ ਜੀ ਸ੍ਰੀ ਹਰਿਮੰਦਰ ਸਾਹਿਬ ਆ ਕੇ ਮੁੱਖ ਗ੍ਰੰਥੀ ਹੋਏ ਸਮੇਂ ਨੇ ਫਿਰ ਕਰਵਟ ਖਾਧੀ। ਇਹਦੇ ਸਮੇਂ ਦਰਮਿਆਨ 2 ਘਟਨਾਵਾਂ ਸੁਣੋ ਸਮਾਪਤੀ ਵੱਲ ਜਾਣ ਤੋਂ ਪਹਿਲਾਂ, ਜਿਹੜੀਆਂ ਬੜੀਆਂ ਜ਼ਰੂਰੀ ਨੇ, ਕੁਝ ਆਪਾਂ ਇਤਿਹਾਸ ਪੁਆਇੰਟ ਵਿੱਚ ਚੁੱਕੇ ਨੇ। ਸਮਾਂ ਆਇਆ 1710 ਦਾ। ਇਹ ਕਿਹੜਾ ਸਮਾਂ ਹੈ? ਜਦੋਂ ਸਾਧ ਸੰਗਤ ਜੀ ਚੱਪੜ ਚਿੜੀ ਦੇ ਮੈਦਾਨ ਦਾ ਯੁੱਧ ਹੁੰਦਾ, ਵਿਚਾਰਨ ਸੁਣੇ ਕੌਣ ਲੜਦਾ ਹੈ? ਬਾਬਾ ਵਿਨੋਦ ਸਿੰਘ, ਬਾਬਾ ਬਾਜ ਸਿੰਘ ਅਗਵਾਈ ਕੀਤੀ ਹੈ, ਧੰਨ ਬਾਬਾ ਬੰਦਾ ਸਿੰਘ ਬਹਾਦਰ। ਪਰ ਖਿਆਲ ਕਰਨਾ, ਬਾਬਾ ਬੰਦਾ ਸਿੰਘ ਬਹਾਦਰ ਦੀ ਅਗਵਾਈ ਵਿੱਚ ਜਦੋਂ ਪਤਾ ਲੱਗਾ ਕੌਮੀ ਜੰਗ ਹੋ ਰਹੀ ਹੈ, ਉਹਨੂੰ ਸੋਧਿਆ ਜਾ ਰਿਹਾ ਵਜ਼ੀਰ ਖਾਨ ਨੂੰ। ਤੁਸੀਂ ਹੈਰਾਨ ਹੋਵੋਗੇ ਬਾਬਾ ਦੀਪ ਸਿੰਘ ਇਸ ਜੰਗ ਵਿੱਚ ਸ਼ਾਮਲ ਹੋਏ। ਤੇ ਮੈਂ ਇਤਿਹਾਸ ਸਰੋਤਾਂ ਜਦੋਂ ਤੁਸੀਂ ਵੇਖੋਗੇ ਨਾ, ਇਹ ਜੰਗ ਦੇ ਵਿੱਚ ਗੰਭੀਰ ਜ਼ਖਮ ਵੀ ਆਇਆ। ਇਤਿਹਾਸ ਨੇ ਤਾਂ ਇੰਨੀ ਬਰੀਕੀ ਨਾਲ ਲਿਖਿਆ, ਅੱਜ ਅਸੀਂ ਕਹਿੰਦੇ ਸਾਡੇ ਲੱਭਦਾ ਨਹੀਂ, ਲੱਭਾਂਗੇ ਤਾਂ ਜੇ ਲੱਭਣ ਤੁਰਾਂ ਲੱਭੇ। ਇੱਕ ਦੰਦ ਟੁੱਟਿਆ, ਜ਼ਖਮ ਹੋਏ, ਜਦੋਂ ਇੰਨੀ ਜਜ਼ਬੇ ਤੇ ਉਤਸ਼ਾਹ ਦੇ ਨਾਲ ਲੜੇ। ਹੁਣ 1710 ਤੇ ਉਮਰ ਆਪਾਂ ਵੇਖਾਂਗੇ ਕਿ ਇਤਿਹਾਸ ਦੇ ਮੁਤਾਬਕ 28 ਸਾਲ ਹੋ ਗਏ, ਜਵਾਨੀ ਦਾ ਪਹਿਰਾ। ਤੇ ਇਤਿਹਾਸ ਕਹਿੰਦਾ ਹੈ ਸ਼ਹੀਦ ਸ਼ਬਦ ਉਹਨਾਂ ਨੂੰ ਜਿਉਂਦਿਆਂ ਮਿਲਿਆ ਹੋਇਆ। ਧਿਆਨ ਨਾਲ ਸੁਣਨੀ ਬੇਨਤੀ, ਬਾਬਾ ਦੀਪ ਸਿੰਘ ਨੂੰ ਸ਼ਹੀਦ ਸ਼ਬਦ ਜਿਉਂਦਿਆਂ ਮਿਲਿਆ। ਕਿਹਨੇ ਦਿੱਤਾ? ਪਹਿਲੀ ਵਾਰੀ ਇਹ ਸਿੱਖੀ 'ਚ ਹੋਇਆ, ਜਿਹਨੂੰ ਅਸੀਂ ਸਰਬੱਤ ਖਾਲਸਾ ਕਹਿੰਦੇ ਨੇ। ਬਾਬਾ ਬੰਦਾ ਸਿੰਘ ਬਹਾਦਰ ਨੇ ਵਾਪਸ ਆ ਕੇ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ, ਸਰਹੰਦ ਦੀ ਧਰਤੀ ਤੇ ਇਕੱਠ ਹੋਇਆ, ਸਾਰਾ ਖਾਲਸਾ ਇਕੱਠਾ ਹੋਇਆ। ਜਦੋਂ ਵਾਪਸੀ ਆਏ, ਫਤਿਹ ਹੋ ਗਈ ਚੱਪੜ ਚਿੜੀ ਦੇ ਮੈਦਾਨ 'ਚ। ਤੇ ਸਭ ਤੋਂ ਵੱਧ ਜਦੋਂ ਬਾਬਾ ਦੀਪ ਸਿੰਘ ਜੀ ਨੂੰ ਜੂਝਦਿਆਂ ਜਿਨ੍ਹਾਂ ਵੇਖਿਆ, ਉਹਨਾਂ ਨੂੰ ਜ਼ਖਮੀ ਵੇਖਿਆ, ਉਹਨਾਂ ਦਾ ਜਜ਼ਬਾ ਵੇਖਿਆ, ਬਿਨਾਂ ਬੁਲਾਉਣ ਤੋਂ ਕੌਮ ਲਈ, ਗੁਰੂ ਦੇ ਪਿਆਰ ਲਈ ਉਹ ਦਮਦਮਾ ਸਾਹਿਬ ਤੋਂ ਆਏ ਵੇਖੇ। ਤੇ ਕਹਿੰਦੇ ਬਾਬਾ ਬੰਦਾ ਸਿੰਘ ਬਹਾਦਰ ਨੇ ਜ਼ਖਮੀ ਹੋਏ ਬਾਬਾ ਦੀਪ ਸਿੰਘ ਨੂੰ ਪੰਥ ਵਿੱਚ ਫੈਸਲਾ ਕਰਕੇ
ਉਹਨਾਂ ਨੂੰ ਜਿੰਦਾ ਸ਼ਹੀਦ ਦਾ ਖਿਤਾਬ ਦਿੱਤਾ ਸੀ। ਇਤਿਹਾਸ ਪੜ੍ਹੋ, 28 ਸਾਲਾਂ ਦੀ ਉਮਰ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਨੇ ਪੰਥ ਦੇ ਨਾਲ ਸ਼ਹੀਦ ਸ਼ਬਦ ਫਿਰ ਯਾਦ ਰੱਖਣਾ। ਸਾਡੇ ਪੂਰੇ ਇਤਿਹਾਸ ਵਿੱਚ ਜਿਉਂਦੇ ਆ, ਸਰੀਰ ਵਿੱਚ ਰਹਿੰਦੇ ਸ਼ਹੀਦ ਸ਼ਬਦ ਕਿਸੇ ਨਾਲ ਲੱਗਾ, ਉਹ ਸ਼ਹੀਦ ਬਾਬਾ ਦੀਪ ਸਿੰਘ ਹੈ। ਜਦੋਂ ਬਾਬਾ ਦੀਪ ਸਿੰਘ ਇਸ ਜੰਗ ਜੂਝੇ, ਇਹ ਤੋਂ ਬਾਅਦ 1716 ਚ ਬਾਬਾ ਬੰਦਾ ਸਿੰਘ ਬਹਾਦਰ ਸ਼ਹੀਦ ਹੋ ਗਏ। 9 ਜੂਨ 1716 ਬਾਬਾ ਦੀਪ ਸਿੰਘ ਫਿਰ ਤਖ਼ਤ ਸ੍ਰੀ ਦਮਦਮਾ ਸਾਹਿਬ ਦੀ ਧਰਤੀ ਤੇ ਪਿੰਡ ਪਿੰਡ ਜਾ ਕੇ ਸ਼ਾਸਤਰ ਤੇ ਸ਼ਾਸਤਰ ਦਾ ਪ੍ਰਚਾਰ ਕੀਤਾ, ਅੰਮ੍ਰਿਤਾ ਬਾਣੀ ਦਾ ਪ੍ਰਚਾਰ ਕੀਤਾ। ਸਮਾਂ ਬਦਲਿਆ, ਭਾਈ ਮਨੀ ਸਿੰਘ, ਭਾਈ ਸ਼ੁਰੇਕ ਸਿੰਘ, ਸ਼ਾਹਬਾਜ਼ ਸਿੰਘ, ਇਹ ਸਾਰੇ ਗੁਰੂ ਕੇ ਸਿੱਖਾਂ ਦੀਆਂ ਸ਼ਹਾਦਤਾਂ ਹੋਈਆਂ ਨੇ। ਇੱਕ ਬੇਨਤੀ ਮੈਂ ਤੁਹਾਨੂੰ ਕਰਾਂ, ਜਦੋਂ ਸਮਾਂ ਆਇਆ ਨਾ, ਇਹ ਸਾਧ ਸੰਗਤ ਜਥੇ ਬਣਾਏ ਗਏ, ਤਰਨਾ ਦਾ ਬੁੱਢਾ, ਉਹਦੇ ਚੋਂ ਜਥਾ ਬਣਾਇਆ ਜਿਹੜਾ ਇੱਕ, ਉਹ ਸ਼ਹੀਦਾਂ ਦਾ ਜਥਾ ਬਣਾਇਆ ਤੇ ਉਹਨੂੰ ਜਿਹੜੀ ਉਹਦੀ ਅਗਵਾਈ ਉਹ ਬਾਬਾ ਦੀਪ ਸਿੰਘ ਕਰਦੇ ਰਹੇ। ਇਹ ਸ਼ਹੀਦੀ ਜਥਾ ਹੀ ਸ਼ਹੀਦੀ ਮਿਸਲ ਬਣੇ। ਸ਼ਹੀਦੀ ਮਿਸਲ ਕੋਲ 2 ਸਥਾਨ ਸਨ, ਇੱਕ ਤਖ਼ਤ ਸ੍ਰੀ ਦਮਦਮਾ ਸਾਹਿਬ ਤੇ ਇਧਰਲੇ ਪਾਸੇ ਆਓਗੇ ਜੋ ਹਰਿਮੰਦਰ ਸਾਹਿਬ ਦਾ ਸਮੁੱਚਾ ਪ੍ਰਬੰਧ ਸੀ ਨਾ, ਉਸ ਸਮੇਂ ਯਾਦ ਰੱਖਣਾ ਭਾਈ ਮਨੀ ਸਿੰਘ ਸ਼ਹੀਦ ਹੋ ਗਏ, ਉਹ ਸ਼ਹੀਦੀ ਮਿਸਲ ਕੋਲੇ ਆ ਗਿਆ। ਸ਼ਹੀਦੀ ਮਿਸਲ ਦੇ ਜਿਹੜੇ ਮੁਖੀ ਸਨ ਉਦੋਂ ਬਾਬਾ ਦੀਪ ਸਿੰਘ ਸਨ। ਇੱਕ ਬੇਨਤੀ ਕਰਨ ਵਾਲੀ ਰਹਿ ਗਈ ਨਾਲ, 3 ਗੁਰਸਿੱਖਾਂ ਦੇ ਨਾਮ ਬੜੇ ਸਤਿਕਾਰਤ ਨੇ, ਬਾਬਾ ਗੁਰਬਖਸ਼ ਸਿੰਘ ਅਨੰਦਪੁਰ ਸਾਹਿਬ, ਭਾਈ ਮਨੀ ਸਿੰਘ ਸ੍ਰੀ ਅੰਮ੍ਰਿਤਸਰ ਸਾਹਿਬ, ਬਾਬਾ ਦੀਪ ਸਿੰਘ ਤਖ਼ਤ ਸ੍ਰੀ ਦਮਦਮਾ ਸਾਹਿਬ। ਇਹ ਤਿੰਨੋਂ ਗੁਰੂ ਕੇ ਸਿੱਖ ਨੇ ਜਿਨ੍ਹਾਂ ਨੇ ਸ਼ਾਸਤਰ ਤੇ ਸ਼ਸਤਰ ਦਾ ਪ੍ਰਚਾਰ ਕੀਤਾ। ਭਾਈ ਮਨੀ ਸਿੰਘ ਤੋਂ ਤੁਸੀਂ ਜਾਣਦੇ ਹੋ, ਅਮੀਰ ਭੰਡਾਰ ਵਾਲੀ ਭਾਈ ਮਨੀ ਸਿੰਘ ਵਾਦੀ ਸੱਤੋ ਗਲੀ ਵਾਲੇ ਟਕਸਾਲ ਕਰਦੇ ਤੇ ਦਮਦਮੀ ਟਕਸਾਲ ਦੇ, ਕਿਉਂਕਿ ਦਮਦਮਾ ਸਾਹਿਬ ਦਾ ਪ੍ਰਬੰਧ ਸੰਭਾਲਣ ਕਰਕੇ ਉਸ ਟਕਸਾਲ ਦੇ ਉੱਥੋਂ ਦੇ ਸਾਰੇ ਵਿਦਿਆਲੇ ਦੇ ਅਗਵਾਈ ਮੁਖੀ ਪੜਾਉਣਾ ਸ਼ਾਸਤਰ ਦੇ ਸ਼ਾਸਤਰ ਦੇ ਵਿਆਹ, ਤਾਂ ਕਰਕੇ ਫਿਰ ਬਾਬਾ ਦੀਪ ਸਿੰਘ ਜੀ ਦਮਦਮੀ ਟਕਸਾਲ ਦੇ ਮੁਖੀ, ਉਹਨਾਂ ਤੋਂ ਰਮਤਾ ਇਹ ਸਾਰੇ। ਤੇ ਜਿਹੜੇ 48 ਸਿੰਘਾਂ ਤੁਸੀਂ ਜਾਣਦੇ ਹੋ, ਬਾਣੀ ਸੁਣੀ, ਅਰਥ ਸੁਣੇ, ਉਹਨਾਂ ਵਿੱਚੋਂ ਸ਼ਾਮਲ ਨੇ। ਜਿੱਥੇ ਇਹ ਸਾਰੀਆਂ ਬਖਸ਼ਾਂ ਉਹਨਾਂ ਨੂੰ ਮਿਲੀਆਂ ਨਾ, ਗੁਰੂ ਦਰ ਤੋਂ ਜਿੱਥੋਂ ਆਪਾਂ ਗੱਲ ਰੰਭੀ ਸੀ, ਸਤਿਗੁਰ ਚਰਨ ਜਨ ਪਰਸਿਆ ਤੇ ਪਸ਼ ਪ੍ਰੇਤ ਸੁਰ ਨਰ ਭਏ, ਇਹਦੇ ਗੁਰੂ ਕੇ ਸਿੱਖ ਨੇ ਪਹਿਲਾਂ ਪਰਿਵਾਰ ਤੋਂ। ਤੇ ਜਦੋਂ ਫਿਰ ਮਿਸਲਾਂ ਦਾ ਸਮਾਂ ਆਇਆ, ਉਦੋਂ ਮਿਸਲਾਂ ਵਿੱਚ ਵੀ ਤਬਦੀਲੀ ਹੋਈ ਤੇ ਸ਼ਹੀਦੀ ਮਿਸਲ ਦੇ ਜਥੇਦਾਰ ਸ਼ਹੀਦ ਬਾਬਾ ਦੀਪ ਸਿੰਘ ਜੀ ਬਣਦੇ ਨੇ। ਸਮੇਂ ਸਮੇਂ ਤੇ ਉਹਨਾਂ ਨੇ ਕੌਮ ਦੇ ਨਾਲ ਖੜ ਕੇ ਗਵਾਹੀ ਦਿੱਤੀ। ਇੱਕ ਪੁਆਇੰਟ ਹੋਰ ਸੁਣਿਓ ਇਤਿਹਾਸ ਦਾ, ਜਦੋਂ ਭਾਈ ਸ਼ੁਰੇਕ ਸਿੰਘ ਨਵਾਬੀ ਲੈ ਕੇ ਆਏ, ਤੁਸੀਂ ਸੁਣਦੇ ਹੋ, ਨਵਾਬੀ ਦੀ ਖਿਲਤ ਮਿਲੀ। ਖਿਲਤ ਸਮਝਦੇ ਹੋ, ਖਿਲਤ ਦਾ ਮਤਲਬ ਹੁੰਦਾ ਉਹਦੇ ਵਿੱਚ ਕਿਹੜੀਆਂ ਕਿਹੜੀਆਂ ਚੀਜ਼ਾਂ ਮਿਲੀਆਂ। ਇੱਕ ਸਰਕਾਰੀ, ਜਿਵੇਂ ਆਪਾਂ ਕਹੀਏ ਸ਼ਾਹੀ ਪੁਸ਼ਾਕ ਦਿੱਤੀ, ਇੰਨੀ ਜ਼ਮੀਨ ਮਿਲੇਗੀ, ਇਹਨਾਂ ਜਿਹੜਾ ਜਦੀਆ ਮਿਲੇਗਾ, ਇੰਨਾ ਇਲਾਕਾ ਤੁਹਾਡਾ, ਇਹਨਾਂ ਨੂੰ ਸਮੁੱਚੇ ਨੂੰ ਕਹੋ ਨਵਾਬੀ। ਤੇ ਜਦੋਂ ਫੈਸਲਾ ਹੋਇਆ ਨਾ ਵੀ ਨਵਾਬੀ ਕਿਹਨੇ ਲੈਣੀ ਹੈ, ਤੇ ਨਵਾਬੀ ਦੇਣ ਵਾਲਿਆਂ ਵਿੱਚ ਭਾਵ ਜਿਨ੍ਹਾਂ ਦੇ 5 ਪਿਆਰੇ ਜਿਹੜੇ ਚੁਣੇ ਗਏ, ਉਹਨਾਂ 'ਚ 5 ਸਿੰਘ ਸਨ। ਭਾਈ ਕਰਮ ਸਿੰਘ, ਭਾਈ ਜੱਸਾ ਸਿੰਘ ਅਲੂਵਾਲੀਆ, ਉਹਦੇ ਵਿੱਚ ਹੀ ਬਾਬਾ ਦੀਪ ਸਿੰਘ ਸਨ, ਔਰ ਮੁਖੀ ਸਨ 5 ਚੋਂ। ਕਿਉਂਕਿ ਕੋਈ ਇਕੱਲੇ ਐਸੇ ਸਿੱਖ ਨੇ, ਫਿਰ ਯਾਦ ਸੁਣਿਓ, ਜਿਹੜੇ ਗੁਰੂ ਸਾਹਿਬ ਦੇ ਟਾਈਮ ਤੋਂ, ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਦੇ ਸਮੇਂ ਨਹੀਂ, ਗੁਰੂ ਗੋਬਿੰਦ ਸਿੰਘ ਦੇ ਹੱਥੋਂ ਅੰਮ੍ਰਿਤ ਛਕਿਆ, ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਕੋਲੋਂ ਗੁਰਬਾਣੀ ਦੇ ਅਰਥ ਸੁਣੇ, ਔਰ ਜਿਨ੍ਹਾਂ ਤੇ ਗੁਰੂ ਗੋਬਿੰਦ ਸਿੰਘ ਨੇ ਕਿਰਪਾ ਕਰਕੇ ਉਹਨਾਂ ਨੂੰ ਇੱਕ ਟਕਸਾਲ ਦੇ, ਇੱਕ ਸੰਸਥਾ ਦੇ, ਇੱਕ ਵਿਦਿਆਲੇ ਦੇ, ਇੱਕ ਤਖਤ ਦੇ ਮੁਖੀ ਹੋਣ ਦਾ ਮਾਣ ਦਿੱਤਾ। ਕਿਉਂ? ਔਰ ਇਹ ਵੀ ਬੇਨਤੀ ਤੁਹਾਨੂੰ ਕਰਾਂ, ਕਦੇ ਫਿਰ ਬੇਨਤੀ ਕਰਾਂਗਾ, ਤਖਤ ਕਿਉਂ ਨਾ ਬਣਿਆ? ਤੁਸੀਂ ਇੱਕ ਕਿਤਾਬ ਪੜ੍ਹਿਓ, ਨਿਰਮਲੇ ਗੁਰਮੁਖ ਸਨ, ਪਿਛਲੇ ਸਾਲ ਸ਼ਾਇਦ ਫਰਵਰੀ ਚੜ੍ਹਾਈ ਕੀਤੇ ਨੇ, ਸਾਲ ਹੋਏ। ਬਾਬਾ ਬਲਵੰਤ ਸਿੰਘ ਕੋਠਾ, ਮੇਰਾ ਮਿਲਾਪ ਸੀ ਉਹਨਾਂ ਕੋਲ ਥੋੜਾ, ਜਿੰਨੀ ਗੁਰੂ ਨੇ ਬਖਸ਼ਿਸ਼ ਕੀਤੀ ਉਹਨਾਂ ਦੀ ਸੰਗਤ ਸੰਗਤ ਪਿੰਗਲ ਪੜ੍ਹੇ, ਸ਼ੰਦਾਬੰਦੀ ਕੀ ਹੋਈ, ਪਿੰਗਲ ਕੀ ਹੋਈ, ਬੜੇ ਬਜ਼ੁਰਗੀ ਸਮੇਂ ਤੋਂ ਮਿਲਾਪ ਹੋਇਆ, ਕਾਫੀ ਟਾਈਮ ਦਰਸ਼ਨ ਹੋਏ, ਮਿਲਦੇ ਰਹੇ। ਤੇ ਸਮਾਂ ਐਸਾ ਬਣਿਆ ਸੀ, ਲਾਸਟ ਟਾਈਮ ਇੱਕ ਵੀਡੀਓ ਵੀ ਉਹਨਾਂ ਨਾਲ ਬਹਿ ਕੇ ਮੇਰੇ ਮਨ 'ਚ ਆਈ ਸੀ, ਤੁਰਨ ਲੱਗੇ ਜਦੋਂ ਉਹਨਾਂ ਕੋਲ ਤੁਰਿਆ ਤੇ ਮਨ 'ਚ ਵੀ ਇੰਨੇ ਕਮਜ਼ੋਰ ਹੋ ਚਲੇ ਬੰਦੇ ਦਾ, ਤੇ ਆਪ ਕਿਸੇ ਦਾ ਨਹੀਂ ਪਤਾ, ਨਾ ਹੈ ਬਾਲਕ ਮੈਂ ਜੋਗ ਨੇ, ਨਾ ਬਿਰਦੀ ਕਸ਼ ਬੰਦ ਹੋ ਬੇਰਾ, ਨਾ ਬੁਝੀਏ ਜੋ ਆਏ ਪਰ ਜਾਂ ਬੰਦ ਮਣਾ, ਪਤਾ ਨਹੀਂ ਕਦੋਂ ਮਿਲਾਪ ਹੋਵੇ। ਇਹਨਾਂ ਨੇ ਸੰਗਤਾਂ ਤੱਕ ਦੱਸੀ, ਇਹ ਉਹ ਗੁਰਮੁਖ ਸਨ ਜਿਨ੍ਹਾਂ ਨੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੀ ਖੋਜ ਕਰਕੇ ਪਾਂਗੀ ਝੋਲੀ ਪਾਇਆ ਵੀ ਤਖ਼ਤ ਕਿਉਂ ਹੈ ਤੇ ਕਿੱਦਾਂ। ਪਹਿਲਾਂ ਕੇਵਲ ਗੁਰਦੁਆਰਾ ਸਾਹਿਬ ਤੌਰ ਤੇ ਮੰਨਿਆ ਜਾਂਦਾ ਸੀ। ਇਹ ਬਾਬਾ ਬਲਵੰਤ ਸਿੰਘ ਕੋਠੇ ਗੁਰੂ ਵਾਲੇ ਨਿਰਮਲੇ ਸਾਧੂ ਸਮਾਜ ਤੇ ਨਫ਼ਰਤ ਹੋ ਗਈ ਸਾਨੂੰ ਇੱਕ ਦੂਸਰੇ, ਉਹਨਾਂ ਨੂੰ ਕਦੇ ਪੜ੍ਹੇ, ਉਹਨਾਂ ਦੀ ਕਿਤਾਬ ਹੈ ਤਖ਼ਤ ਸ੍ਰੀ ਦਮਦਮਾ ਸਾਹਿਬ ਤਖ਼ਤ ਕੇ। ਇਸ ਲਈ ਉਹ ਫਿਰ ਬਾਬਾ ਦੀਪ ਸਿੰਘ ਜੀ ਦੇ ਉੱਤੇ ਰਹਿਣ ਵਿਦਿਆਲੇ ਚੱਲਣ ਕਰਕੇ, ਗੁਰੂ ਸਾਹਿਬ ਦੇ ਹੁਕਮ ਕਰਕੇ, ਔਰ ਤਖ਼ਤ ਉਹ ਥਾਂ ਹੁੰਦਾ ਜਿੱਥੋਂ ਹੁਕਮਨਾਮੇ ਜਾਰੀ ਕੀਤੇ ਗਏ ਹੋ, ਇਹ ਯਾਦ ਰੱਖਣਾ, ਇਹ ਤੋਂ ਹੁਕਮ ਜਾਰੀ ਹੋਇਆ ਸੀ।
ਉਹ ਤਾਂ ਤਖਤ ਬਣੇ ਸਨ। ਅੱਜ ਪਤਾ ਨਹੀਂ ਮੇਰੇ ਵਰਗਾ ਬਹਿ ਕੇ ਵੀਡੀਓ ਬਣਾ ਕੇ ਕਹਿੰਦਾ ਜੀ 5 ਤਖਤ ਕਿਵੇਂ ਹੋ ਗਏ ਜੀ, ਆਪੇ ਬਣਾ ਲੈ। ਤਖਤਾਂ ਦੇ ਮਹਿਨੇ ਸਮਝੋ ਕੀ ਨੇ ਤਖਤ। ਇੱਦਾਂ ਬਾਬਾ ਦੀਪ ਸਿੰਘ ਤਖਤ ਦੀ ਅਗਵਾਈ ਕਰਦੇ ਆ ਵੀ ਇੱਕੋ ਸਿੱਖ ਨੇ ਜਿਹੜੇ ਨਵਾਬੀ ਮੌਕੇ 5 ਪਿਆਰਿਆਂ 'ਚ ਵੀ ਲੱਗੇ ਔਰ 5 ਪਿਆਰਿਆਂ 'ਚ ਲੱਗ ਕੇ ਫੈਸਲਾ ਦਿੱਤਾ ਕਿ ਨਵਾਬੀ ਕਪੂਰ ਸਿੰਘ ਨੂੰ ਦਿੱਤੀ ਜਾਏਗੀ। ਇਹ ਫੈਸਲਾ ਬਾਬਾ ਦੀਪ ਸਿੰਘ ਨੇ ਜੀਵਨ ਦੀਆਂ ਕੁਝ ਘਟਨਾਵਾਂ ਸਾਂਝੀਆਂ ਕੀਤੀਆਂ। ਇਹਦੇ ਦਰਮਿਆਨ ਸਮਾਂ ਚੱਲਦਾ ਰਿਹਾ। ਇਹਦੇ ਦਰਮਿਆਨ ਹੀ ਫਿਰ ਸਾਧ ਸੰਗਤ ਜਦੋਂ ਤੁਸੀਂ ਪੜ੍ਹੋਗੇ ਨਾ ਤੇ ਤੁਹਾਨੂੰ ਹੈਰਾਨੀ ਹੋਏਗੀ, ਰਾਮ ਰੌਣੀ ਦਾ ਕਿਲਾ, ਫਿਰ ਛੋਟਾ ਘੱਲੂਘਾਰਾ ਜਿਹਨੂੰ ਆਪਾਂ ਜੀ ਕਹਿੰਦੇ, ਕਿਉਂਕਿ ਤੇ 12,000 ਦੇ ਕਰੀਬ ਸ਼ਹਾਦਤਾਂ ਹੁੰਦੀਆਂ, ਵੱਡਾ ਉਧਰ ਤਾਂ ਕਹਿੰਦੇ ਕਿਉਂਕਿ 28,000 ਦੇ ਕਰੀਬ ਸ਼ਹਾਦਤਾਂ ਹੁੰਦੀਆਂ। ਉਹਦੇ ਵਿੱਚ ਫਿਰ ਬਾਬਾ ਦੀਪ ਸਿੰਘ ਰਾਮ ਰੌਣੀ ਦੇ ਕਿਲੇ ਮੌਕੇ ਫਿਰ ਦੁਸ਼ਮਣਾਂ ਜੂਝਾਂ ਲਈ ਬਾਬਾ ਦੀਪ ਸਿੰਘ ਗੁਰੂ ਸਾਹਿਬ ਦੇ ਸਮੇਂ ਤੋਂ ਲੈ ਕੇ ਜਦੋਂ ਤੁਸੀਂ ਪੜ੍ਹੋਗੇ 1699 ਤੋਂ ਬਾਅਦ 1700 ਤੋਂ ਲੈ ਕੇ 1757 ਦੀ ਸ਼ਹਾਦਤ ਤੱਕ ਇਹਦੀ ਉਹ ਪੰਥ ਲਈ ਕਲਮ ਦੀ ਤੇ ਕਿਰਪਾਨ ਦੀ ਜੰਗ ਹੈ ਜਿਹਦੇ 'ਚ ਉਹਨਾਂ ਦਾ ਹਿੱਸਾ ਨੇ। ਬਾਣੀ ਸਾਨੂੰ ਦੱਸ ਕੇ ਦਿੱਤੀ, ਰੱਬੀ ਬਾਣੀ ਦੇ ਉਤਾਰੇ ਕਰਕੇ ਦਿੱਤੇ ਸੁੰਦਰ ਲੇਖਣੀ ਵਿੱਚ, ਤੇ ਕਿਰਪਾਨ ਦੇ ਨਾਲ ਨਾਲ ਕਿਉਂ? ਕਿਉਂਕਿ ਦੋਵੇਂ ਚੀਜ਼ਾਂ ਦੇ ਸਾਹਮਣੇ ਫਿਰ ਸੁਣਿਓ, ਆਮ ਕਹਿੰਦੇ ਨੇ ਕਿ ਕਲਮ ਇਤਿਹਾਸ ਬਣਾਉਂਦੀ ਤੇ ਕਿਰਪਾਨ ਸਾਂਭਦੀ ਹੈ। ਉਹਨਾਂ ਨੇ ਬਣਾਇਆ ਵੀ ਤੇ ਉਹਨਾਂ ਨੇ ਸਾਂਭਿਆ। ਇਸ ਲਈ ਐਸੇ ਗੁਰੂ ਕੇ ਸਿੱਖ 2 ਮਿੰਟ ਜਿਹੜੇ ਬਾਕੀ ਨੇ ਬੇਨਤੀ ਕਰਨ ਲੱਗਾ ਜ਼ਰੂਰੀ, ਚਾਹੇ ਆਪਾਂ ਉਹਨਾਂ ਦੇ ਆਗਮਨ ਦਿਹਾੜੇ ਤੇ ਬੈਠੇ ਆ, ਪਰ ਉਹਨਾਂ ਨੇ ਜਿਹੜੀ ਸਭ ਤੋਂ ਵੱਡੀ ਗੱਲ ਦੁਨੀਆ ਨੂੰ ਦੱਸ ਦਿੱਤਾ ਕਿ ਗੁਰਬਾਣੀ ਦਾ ਇੱਕ ਵਚਨ ਸੱਤ ਹੈ। ਅੱਜ ਅਸੀਂ ਕਹਿੰਦੇ ਨਾ ਐਸੇ ਲੰਮੇ ਜੀਵਨ ਵਿੱਚੋਂ ਉਹ ਕਿਹੜੀ ਗੱਲ ਸੀ। ਅੱਜ ਬੰਦਾ ਕਹਿੰਦਾ ਜੀ ਇਹ ਬਾਣੀ 'ਚ ਲਿਖਿਆ ਜੀ ਇਹਦੇ ਹੱਥ ਥੋੜੀ ਬਣਦੇ ਨੇ, ਹੋਰ ਪੜ੍ਹਦੇ। ਗੁਰੂ ਸਾਹਿਬ ਨੇ ਬਾਣੀ ਅੰਦਰ ਇੱਕ ਸਿੱਖ ਦੀ ਭਾਵਨਾ ਨੂੰ ਉਜਾਗਰ ਕੀਤਾ ਹੈ ਕਿ ਸਤਿਗੁਰ ਆਗੇ ਸ਼ੀਸ਼ ਭੇਟ ਦਿਓ ਜੇ ਸਤਿਗੁਰ ਸਾਚੇ ਭਾਵ ਹੈ। ਜੇ ਮੈਂ ਗੁਰੂ ਨੂੰ ਭਾ ਜਾਵਾਂ ਨਾ, ਆਪਾਂ ਗੱਲ ਜਿੱਥੋਂ ਰੱਬੀ ਸੀ ਕਿ ਜੇ ਗੁਰੂ ਮਿਹਰ ਕਰੇ ਤੇ ਅਸੀਂ ਚਰਨ ਪਰਸ ਲਈਏ, ਸਤਿਗੁਰ ਚਰਨ ਜਨ ਪਰਸਿਆ ਸੇ ਪਛ ਪ੍ਰੇਤ ਸੁਰਨਰ ਭਏ। ਦੁਨੀਆ ਨੇ ਕਹਿਣਾ ਸੀ ਸ਼ਬਦ ਕੱਲਾ ਲਿਖਿਆ ਹੋਇਆ, ਇੱਕ ਘਟਨਾ ਕਹਿਣ ਲੱਗਾ। ਬਿਲਕੁਲ ਬੈਕ ਜਾ ਕੇ ਸੁਣਿਓ। ਗੁਰੂ ਅਰਜਨ ਦੇਵ ਸਾਹਿਬ ਜਦੋਂ ਸ਼ਹੀਦ ਹੁੰਦੇ ਸਨ ਤੇ ਕਿਹਾ ਸੀ ਉਸ ਸਮੇਂ ਸਾਈਂ ਜੀ ਮੀਆਂ ਮੀਰ ਜੀ ਨੇ, ਕਹਿੰਦੇ ਸੱਚੇ ਪਾਤਸ਼ਾਹ ਉਹਦੇ ਤੁਹਾਨੂੰ ਅਰਥ ਪੁੱਛੇ ਸੀ ਕਿ ਤਨ ਮਨ ਕਾਟ ਕਾਟ ਸਭ ਅਰਪੀ ਵਿੱਚ ਅਗਨੀ ਆਪ ਕਹਿੰਦਾ ਤੁਸੀਂ ਚੁੱਪ ਹੋ ਗਏ ਸੀ ਤੇ ਮੈਂ ਅੱਜ ਆਪ ਤੋਂ ਪੁੱਛ ਸਕਦਾ ਤੁਸੀਂ ਸ਼ਹੀਦ ਹੋਣ ਲੱਗੇ ਹੋ। ਅੱਜ ਮੈਨੂੰ ਸ਼ੱਕ ਨਹੀਂ ਰਿਹਾ ਕੋਈ, ਸੱਚਮੁੱਚ ਤੁਸੀਂ ਅਗਨੀ ਵਿੱਚ ਸਰੀਰ ਨੂੰ ਜਲਾ ਰਹੇ ਹੋ ਤੇ ਸ਼ਾਂਤ ਹੋ ਕੇ ਸਰੀਰ ਹੈ ਜਿਹੜਾ ਅਗਨੀ ਨੂੰ ਘੇਰ ਰਿਹਾ। ਤੇ ਮੇਰੇ ਸੱਚੇ ਪਾਤਸ਼ਾਹ ਨੇ ਕਿਹਾ ਸੀ ਸਾਈਂ ਜੀ ਕੁਝ ਸ਼ਬਦਾਂ ਦੇ ਅਰਥ ਬੰਦੇ ਦੀ ਜ਼ੁਬਾਨ ਕਰ ਦਿੰਦੀ ਹੈ, ਅੱਜ ਕੁਝ ਅਰਥ ਕਰਨ ਲਈ ਬੰਦੇ ਦੇ ਪ੍ਰਾਣ ਲੱਗਦੇ ਨੇ। ਫਿਰ ਅਰਥ ਹੁੰਦੇ ਬਹੁਤ ਅਰਥ ਪ੍ਰਾਣ ਲੱਗ ਕੇ ਹੁੰਦੇ। ਮੈਂ ਮਾਫੀ ਮੰਗ ਕੇ ਤੁਹਾਨੂੰ ਕਹਿਣਾ, ਮੈਂ ਤੁਹਾਨੂੰ ਜ਼ਿੰਦਗੀ 'ਚ ਲੱਖ ਵਾਰੀ ਸੁਣਾ ਦਿਆਂਗਾ ਕਿ ਕਬੀਰ ਮੋਏ ਮਰਨੇ ਕਾ ਚਾਓ ਹੈ, ਮਰੋ ਤਾਂ ਹਰ ਕੇ ਵਾਰੀ ਦੇ ਅਰਥਾਂ ਬਣਦੇ ਨੇ, ਆਹ ਵਿਦਵਾਨ ਨੇ ਆਹ ਲਿਖਣੇ ਸੁਣਾ ਦਿਆਂਗਾ ਮੈਂ। ਪਰ ਜੇ ਪ੍ਰਾਣਾਂ ਨਾਲ ਅਰਥ ਕਰਦੇ ਵੇਖਣਾ ਨਾ ਤੇ ਫਿਰ ਸੰਤ ਜਰਨੈਲ ਸਿੰਘ ਨੂੰ ਅਕਾਲ ਤਖ਼ਤ ਸਾਹਿਬ ਤੇ ਵੇਖਣਾ ਪਏਗਾ। 4 ਵਜੇ ਪੜ੍ਹਨ ਲੱਗ ਪਏ ਸਨ ਅਕਾਲ ਤਖ਼ਤ ਸਾਹਿਬ ਤੇ ਮੋਏ ਮਰਨੇ ਕਾ ਚਾਓ ਹੈ। ਪਤਾ ਹੋਵੇ ਸ਼ਹੀਦੀ ਹੋਣੀ ਹੈ, ਡਰ ਨਹੀਂ ਹੈ, ਚਾਓ ਹੈ। ਮਰੂ ਧਾਰ ਕੇ ਬਾਅਦ ਕਿਉਂਕਿ ਉਹਦੇ ਭੈ, ਉਹਦੀ ਮਰਜ਼ਾਦਾ, ਉਹਦੇ ਸਿਧਾਂਤ ਵਿੱਚ ਇੱਧਰ ਬਾਬਾ ਦੀਪ ਸਿੰਘ ਸਾਹਮਣੇ ਫੌਜ ਔਰ ਉਸੇ ਅਬਦਾਲੀ ਨੂੰ ਜਿਹਨੂੰ ਭਜਾਇਆ ਨਾ, ਜਦੋਂ ਤੁਸੀਂ ਪੜ੍ਹੋਗੇ ਲੰਮਾ ਚੌੜਾ ਇਤਿਹਾਸ ਤੇ ਉਹਦਾ ਹੀ ਜਦੋਂ ਅੱਗੇ ਫਿਰ ਤੈਮੂਰ ਸ਼ਾਹ ਤੇ ਸਾਰਿਆਂ ਨੂੰ ਭੇਜਦਾ ਜਮਾਲ ਖਾਨ ਵਰਗਿਆਂ ਨੂੰ ਤੇ ਗੁਰੂ ਕੇ ਸਿੱਖ ਦੀ ਸ਼ਹਾਦਤ ਹੁੰਦੀ। ਪਰ ਉਹਨੇ ਗੁਰਬਾਣੀ ਦਾ ਵਚਨ ਸੱਚ ਕਰ ਦਿੱਤਾ ਕਿ ਸਤਿਗੁਰ ਆਗੇ ਸੀਸ ਭੇਟ ਦਿਓ। ਰੁਪਈਏ ਰੱਖਣੇ, ਪ੍ਰਸ਼ਾਦ ਰੱਖਣੇ ਵੀ ਇੱਕ ਭਾਵਨਾ ਹੈ, ਪਰ ਜੇ ਗੁਰੂ ਦੇ ਚਰਨਾਂ ਵਿੱਚ ਵੈਸੇ ਤੇ ਹਰੇਕ ਸਿੱਖ ਜਿਹੜਾ ਭਾਵਨਾ ਵਾਲਾ ਹੈ ਉਹ ਆਪਣਾ ਸ਼ੀਸ਼ ਆਪਣਾ ਅੰਦਰ ਗੁਰੂ ਨੂੰ ਭੇਟ ਕਰਕੇ ਬੈਠਾ ਹੈ, ਪਰ ਉਹਨਾਂ ਨੇ ਆਪਣਾ ਸੀਸ ਤਲੀ ਤੇ ਰੱਖ ਕੇ ਉਹ ਸਪਸ਼ਟ ਬੇਨਤੀ ਸੁਣ ਲਿਓ। ਕੁਝ ਦੇ ਮਨ 'ਚ ਖਿਆਲ ਆਏਗਾ, ਮੈਂ 1 ਮਿੰਟ ਲੈਣਾ ਤੁਹਾਡਾ, ਸਮਾਂ ਦਿੱਤਾ ਹੋਇਆ ਹੋ ਗਿਆ, ਪਰ ਸੁਣਿਓ ਪਿਆਰ। ਅੱਜ ਪਤਾ ਅਸੀਂ ਕੀ ਸੋਚਦੇ। ਪਹਿਲੀ ਗੱਲ ਤਾਂ ਅੱਜ ਬੰਦਾ ਸੁਣਾਉਣ ਵਾਲਾ ਸੋਚਦਾ ਹੈ ਮੇਰੀ ਗੱਲ ਸਾਇੰਸ ਤੇ ਪੂਰੀ ਉਤਰੇਗੀ, ਗੁਰਬਾਣੀ ਸਾਇੰਸ ਲਈ ਥੋੜੀ ਉਤਾਰੀ ਸੀ। ਵੈਸੇ ਸਾਇੰਸ ਜਿਹੜਾ ਹੋਊਗਾ ਨਹੀਂ ਜਿੰਨਾ ਬਣਾਤਾ ਸੀ ਤੁਹਾਨੂੰ। ਸਾਇੰਸ ਨਹੀਂ ਕੀ ਇਟ ਮੀਨਸ ਨੌਲੇਜ ਕੀ ਹੈ। ਸਾਇੰਸ ਦਾ ਮਤਲਬ ਗਿਆਨ, ਸਮਝ, ਹੋਸ਼, ਸਮਝ ਕੀ ਹੈ ਸਰ। ਔਰ ਦੂਜੀ ਗੱਲ ਸੁਣਿਓ, ਸਾਇੰਸ ਬੜੇ ਧਿਆਨ ਨਾਲ ਸੁਣਨਾ, ਬੇਨਤੀ ਬੜੇ ਲਿਖ ਸੱਜਣਾ, ਸਾਇੰਸ ਕੁਝ ਵੀ ਪੈਦਾ ਨਹੀਂ ਕਰਦੀ, ਪਦਾਰਥ ਦੀ ਸਮਝ ਦਿੰਦੀ ਤੁਹਾਨੂੰ। ਜੇ ਪੈਦਾ ਕਰਦੀ ਉਹਦੀ ਤੇ ਇੱਕ ਤੁਪਕਾ ਖੂਨ ਦਾ ਨਹੀਂ ਪੈਦਾ ਕਰ ਸਕੀ। ਪਤਾ ਹੈ ਕਾਹਦੇ 'ਚ ਪੈਦਾ ਹੋਇਆ, ਤੁਹਾਨੂੰ ਦੱਸਿਆ
ਤੁਹਾਨੂੰ ਇੱਕ ਡਾਕਟਰ ਦੱਸਦਾ ਵੀ ਜੇ ਤੇਰਾ HB ਘੱਟ ਹੈ, ਤੇਰਾ ਖੂਨ 13 ਗ੍ਰਾਮ ਚਾਹੀਦਾ ਵੀ 7 ਗ੍ਰਾਮ ਹੈ, ਉਹ ਨਾਲ ਖਾਇਆ ਕਰ, ਸ਼ਕੰਦਰ ਖਾ, ਤੂੰ ਜੂਸ ਪੀ ਗਾਜਰਾਂ ਦਾ ਬਣਾ ਕੇ, ਥੋੜਾ ਜਿਹਾ ਬਲੱਡ ਜਿਹੜਾ ਤੇਰਾ ਖੂਨ ਹੈ ਥੋੜਾ ਵੱਧ ਜਾਏ। ਪਤਾ ਨਾ ਨਾਰਾਂ ਚੋਂ ਖੂਨ ਬਣਦਾ, ਤੇ ਡਾਕਟਰ ਨੂੰ ਕਹੋ ਵੀ ਤੂੰ ਇੰਨੀ ਮੈਨੂੰ ਕਾਹਤੋਂ ਚੱਕਰ ਪਾਉਣਾ, ਤੇ ਤੂੰ ਏਦਾਂ ਕਰ ਮੈਂ ਤੈਨੂੰ 5 ਕਿਲੋ ਅਨਾਰ ਲਿਆ ਦੇਣਾ, ਕੱਲ ਨੂੰ ਮੈਨੂੰ 200 ਜਾਂ 2-4 ਗ੍ਰਾਮ ਖੂਨ ਬਣਾ ਦੇ, ਤੇ ਬਸ ਗੱਲ ਖਤਮ ਹੋ ਜਾਏਗੀ। ਨਹੀਂ ਬਣਾਏਗਾ, ਸਮਝ ਹੈ ਅਨਾਰ ਤੋਂ ਖੂਨ ਬਣਦਾ, ਬਣਾ ਨਹੀਂ ਸਕਦੀ। ਮੈਂ ਕੱਲੇ ਵਿਸ਼ੇ ਤੁਹਾਨੂੰ ਬੇਨਤੀ ਕਰ ਸਕਦਾ, ਹਊਆ ਪੈਦਾ ਕੀਤਾ ਅਗਿਆਨੀ ਬੰਦਿਆਂ ਨੇ। ਯਾਦ ਰੱਖਿਓ, ਜਦੋਂ ਅੱਜ ਤੋਂ 80 ਸਾਲ ਪਹਿਲਾਂ ਸਾਇੰਸ ਨੂੰ ਨਹੀਂ ਸੀ ਪਤਾ ਪਾਣੀ 2 ਗੈਸਾਂ ਤੋਂ ਬਣਿਆ, ਇਹ 80 ਸਾਲ ਦੀ ਗੱਲ। ਉਦੋਂ ਕੀ ਸੀ, ਪਾਣੀ ਉਦੋਂ ਵੀ 2 ਗੈਸਾਂ ਦੇ ਬਣਿਆ ਸੀ, ਉਦੋਂ ਕਿਹੜਾ ਪਾਣੀ 5 ਗੈਸਾਂ ਦਾ ਸੀ। ਰੱਬ ਨੇ ਤਾਂ 4 ਅਰਬ ਸਾਲ ਹੋ ਗਏ, 400 ਕਰੋੜ ਸਾਲ ਤੋਂ ਉੱਤੇ ਹੋ ਗਿਆ, ਸ੍ਰਿਸ਼ਟੀ ਬਣੀ, ਅਮੀਬਾ ਬਣਿਆ ਪਾਣੀ ਤੋਂ। ਜੇ ਤੁਸੀਂ ਸਾਇੰਸ ਮੁਤਾਬਕ ਮੰਨਦੇ ਹੋ ਤੇ ਯਾਦ ਰੱਖੋ, ਪਾਣੀ ਤੇ 400 ਕਰੋੜ ਸਾਲ ਪਹਿਲਾਂ ਦਾ ਗੈਸਾਂ ਤੋਂ ਬਣਿਆ। ਸਾਇੰਸ ਨੂੰ 100 ਸਾਲ ਪਹਿਲਾਂ ਪਤਾ ਲੱਗਾ। ਯਾਦ ਰੱਖਣਾ, ਇਹ ਗਿਆਨ ਦਿੰਦੀ ਚੰਗੀ ਚੀਜ਼ ਹੈ। ਪਦਾਰਥ ਵਰਤਦੇ ਆਪਾਂ, ਸਾਇੰਸ ਦੀ ਚੀਜ਼ ਵਰਤਦੇ, ਪਰ ਜਿਹੜੀ ਤੁਹਾਨੂੰ ਬੇਨਤੀ ਕਰ ਲੱਗਾ ਨਾ, ਬੰਦੇ ਨੂੰ ਲੱਗੇਗਾ ਸੀਸ ਤਾਲੀ ਤੇ ਕਿੱਦਾਂ ਰੱਖ ਲਿਆ। ਪ੍ਰਮਾਣ ਬਹੁਤ ਨੇ, ਮੈਂ ਇੱਕੋ ਤੁਹਾਨੂੰ ਦੇਣਾ, ਬਹੁਤ ਕੁਝ ਐਸਾ ਹੈ ਜਿਹੜਾ ਆਮ ਚ ਨਹੀਂ ਹੁੰਦਾ। ਤੁਸੀਂ ਆਪਾਂ ਦੁੱਧ ਕਾਹਤੋਂ ਪੈਦਾ ਕਰਦੇ, ਬੱਕਰੀ ਹੈ, ਗਾਂ ਹੈ, ਤੇ ਉਹਦੇ ਵਰਤਣ ਲਈ ਮੱਝ ਹੈ, ਇਹ ਨੇ ਨਾ ਚੀਜ਼ਾਂ ਮੇਨ ਸੋਰਸ ਇਹ, ਬਾਕੀ ਨਹੀਂ ਵਰਤਦੇ ਆਪਾਂ। ਤੁਸੀਂ ਦਰਖਤ ਨੂੰ ਦੁੱਧ ਦਿੰਦੇ ਆ, ਵੇਖਿਆ ਕਦੇ? ਨਹੀਂ ਵੇਖਿਆ ਤੇ ਪੜ੍ਹ ਲਿਓ, ਅਫਰੀਕਾ ਵਿੱਚ ਦਰਖਤ ਹੈ, ਉਹਦਾ ਨਾਮ ਵੀ ਮਿਲਕ ਡਰੀ, ਉਹ 'ਚ ਦੁੱਧ ਨਿਕਲਦਾ। ਮੈਨੂੰ ਦੱਸੋ ਫਿਰ, ਇਹ ਆਪਾਂ ਜੀ ਇੱਥੇ ਕਹਾਂਗੇ ਵੀ ਜੇ ਉੱਥੋਂ ਵਾਲੇ ਦਿੰਦੇ, ਫਿਰ ਇੱਥੇ ਆਪਾਂ ਡੰਗਰ ਕਾਹਤੋਂ ਰੱਖਦੇ, ਇੱਥੋਂ ਵਾਲੇ ਦਰਖਤ ਨੂੰ ਵੀ ਦੁੱਧ ਦੇਣਾ ਚਾਹੀਦਾ। ਇਹ ਕਦੇ ਹੁੰਦਾ, ਵਿਖਾਉਣ ਲਈ ਇੱਦਾਂ ਵੀ ਹੋ ਜਾਂਦਾ ਹੈ। ਯਾਦ ਰੱਖੋ, ਸਾਰੀ ਦੁਨੀਆ ਅੱਖਾਂ ਨਾਲ ਵੇਖਦੀ ਹੈ। ਮੈਂ ਬਹੁਤ ਵਾਰੀ ਬੇਨਤੀ ਕਰਨਾ, ਗੁਰੂ ਦੇ ਚਰਨਾਂ 'ਚ ਬਹਿ ਕੇ ਸਮਝੋ, ਸਿੱਖੋ। ਰੱਬੀ ਗਿਆਨੀ ਨੇ ਪਹਿਲਾਂ ਹੀ ਗੁਰੂ ਗ੍ਰੰਥ ਸਾਹਿਬ ਨੇ ਕਹਿਤਾ, ਉਹ ਜਿਹਦਾ ਅੰਤ ਪਾਉਣ ਨੂੰ ਫਿਰਦਾ, ਨਾਲੇ ਪੜ੍ਹੀ ਜਾਣਾ ਤੂੰ ਬੇਅੰਤ ਕੋ ਵਿਰਲਾ ਜਾਣਾ ਗੁਰ ਪ੍ਰਸਾਦ ਕੋ ਰੰਗਵਾਣਾ, ਨਾਲੇ ਉਹਦਾ ਅੰਤ ਪਾਉਣ ਨੂੰ ਫਿਰਦਾ, ਅੰਤ ਕਾਰਨ ਕੀਤੇ ਬਿਲ ਲਾ ਕੇ ਆਗੇ ਅੰਤ ਨਾ ਪਾਏ ਜਾਏ। ਤੇਰੇ ਕੋਲ ਅੱਖਾਂ ਨੇ, ਤੂੰ ਅੱਖਾਂ ਨਾਲ ਵੇਖਦਾ ਹੈ। ਚਾਂਤਰਿਕ ਸ਼ਬਦ ਵਰਤਦੇ ਹੋ ਨਾ, ਚਾਂਤਰਿਕ ਕੋਲੇ ਕੋਈ ਅੱਖਾਂ ਨਹੀਂ, ਉਹ ਸਿਗਨਲਾਂ ਨਾਲ ਚੱਲਦੀ ਹੈ। ਰੱਬ ਨੇ ਬਹੁਤ ਕਰੋੜਾਂ ਸਾਲ ਪਹਿਲਾਂ ਦੀ ਬਣਾਈ। ਸਾਡੇ ਜਹਾਜ਼ ਕਿਉਂ ਚੱਲਣ ਲੱਗੇ ਨਾ ਸਿਗਨਲ, ਤੁਹਾਡੀਆਂ ਚੀਜ਼ਾਂ, ਬੰਦਾ ਕਹਿੰਦਾ ਡਰਾਈਵਲੈਸ ਕਾਰਾਂ ਆ ਗਈਆਂ, ਉਹਦੀਆਂ ਕਾਰਾਂ ਦੇ ਪਹਿਲਾਂ ਡਰਾਈਵਲੈਸ ਨੇ, ਚਾਂਦ ਰੱਖਦੇ ਪਹਿਲਾਂ ਡਰਾਈਵਲੈਸ ਬਿਨਾਂ ਅੱਖਾਂ ਤੋਂ ਚੱਲਦੀ ਹੈ। ਸੱਪ ਬਿਨਾਂ ਕਰਨਾ ਤੋਂ ਸੁਣਦਾ, ਗਰੂਪਾਂ ਨਾਲ ਸੁਣਦਾ, ਬਹੁਤ ਕੁਝ ਹੈ। ਇਹਦੇ ਵਿੱਚ ਕੁਝ ਪ੍ਰਮਾਣ ਤੁਹਾਨੂੰ ਦਿੱਤੇ ਨੇ। ਇਸ ਲਈ ਸਾਇੰਸ ਨਾ ਕੂਕੋ, ਸਿੱਖੋ ਇੱਕ ਗੱਲ ਚੇਤੇ ਰੱਖੋ, ਸਤਿਗੁਰ ਕੀ ਬਾਣੀ ਸਤ ਕਰ ਜਾਣੋ ਗੁਰ ਸਿੱਖੋ, ਹਰ ਕਰਤਾ ਆਪ ਮੋਹ ਕਢਾਏ। ਭਰੋਸੇ ਤੋਂ ਸ਼ਰਧਾ ਨਿਕਲਦੀ ਹੈ, ਤੇ ਜਦੋਂ ਸ਼ਰਧਾ ਬਣ ਜਾਏ ਨਾ, ਫਿਰ ਕੱਟਿਆ ਤੇ ਜਾਂਦਾ, ਡੋਲਦੀ ਨਹੀਂ। ਭਰੋਸਾ ਡੋਲਦਾ ਉਹਦਾ ਯਾਦ ਰੱਖਿਓ। ਇਸ ਲਈ ਗੁਰੂ ਰਹਿਮਤ ਕਰੇ, ਉਹ ਬਾਬਾ ਦੀਪ ਸਿੰਘ ਜਿਨ੍ਹਾਂ ਨੇ ਸ਼ਰਧਾ ਬਣਾ ਲਈ ਤੇ ਅਰਦਾਸ ਕਰ ਲਈ ਕਿ ਯਾਦ ਰੱਖਿਓ, ਫਿਰ ਆਪਣਾ ਸੀਸ ਰੱਖ ਕਲੀ ਤੇ ਲੰਮਾ ਪੈਂਡਾ ਤੈਅ ਕਰ। ਗੁਰੂ ਰਾਮਦਾਸ ਸਾਹਿਬ ਦੇ ਚਰਨਾਂ 'ਚ ਲਿਆ ਕੇ ਪ੍ਰਕਰਮਾਂ 'ਚ ਭੇਟ ਕਰਕੇ ਇੱਕ ਦਾਤ ਸਾਨੂੰ ਦਿੱਤੀ, ਜਿਹੜੀ ਉਹ ਦਾਤ ਇਹ ਹੈ, ਕਦੇ ਵੀ ਕੋਈ ਗੁਰੂ ਦੇ ਦਰ ਵੱਲ ਮੈਲੀ ਆ ਤੇ ਬੇਅਦਬੀ ਦੀਆਂ ਨਜ਼ਰਾਂ ਨਾਲ ਤੱਕੇਗਾ। ਬਾਬਾ ਦੀਪ ਸਿੰਘ ਦਾ ਪ੍ਰਕਰਮਾਂ 'ਚ ਰੱਖਿਆ ਭੇਟਾ ਕੀਤਾ ਸ਼ਹੀਦ, ਸਿੱਖਾਂ ਦੇ ਅੰਦਰ ਜਜ਼ਬਾ ਪੈਦਾ ਕਰਦਾ ਹੈ। ਤੇਰਾ ਸਿਰ ਲੱਗ ਜਾਏ ਤੇ ਗੁਰੂ ਦੇ ਸਤਿਕਾਰ ਲਈ ਤਾਂ ਵੀ ਆਪਣਾ ਸਿਰ ਲਾ ਕੇ ਵੀ ਗੁਰੂ ਦੇ ਦਰ ਦਾ ਸਤਿਕਾਰ ਤੇ ਮਰਜ਼ਾਦਾ ਬਾਹਰ ਰੱਖੀ ਦੀਆਂ ਬੇਨਤੀਆਂ ਪ੍ਰਵਾਨੇ। ਸਮੇਂ ਦੀ ਸਮਾਪਤੀ ਹੈ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਟਾਨ ਕੋਟ ਧੰਨਵਾਦ, ਪ੍ਰਬੰਧਕ ਜਨਾਂ ਦਾ ਧੰਨਵਾਦ, ਆਪ ਵਰਗੀਆਂ ਸੰਗਤਾਂ ਦਾ ਧੰਨਵਾਦ। ਯਤਨ ਕੀਤਾ ਗੁਰਬਾਣੀ ਸਿਧਾਂਤ ਮੁਕਤੇ, ਉਹਨਾਂ ਦੇ ਕੋਈ ਜੀਵਨ ਦੇ ਦੀਆਂ ਜਿਹੜੀਆਂ ਜ਼ਰੂਰੀ ਘਟਨਾਵਾਂ ਨੇ ਆਪਣਾ ਸਾਂਝੀਆਂ ਕੀਤੀਆਂ। ਇੰਨੀਆਂ ਬੇਨਤੀਆਂ ਜੀ ਨੇ ਪ੍ਰਬੰਧਨੀਆਂ ਜੀ, ਭੁੱਲਾਂ ਦੀ ਮੁਆਫੀ ਦਿੰਦੇ ਅਸੀਸਾਂ ਦੇਣੀਆਂ। ਦੇਹੋ ਸੱਜਣ ਆਸੀਸੜੀਆਂ ਜੋ ਹੋਵੇ, ਸਾਹਿਬ ਸੁਮੇਲ ਆਦਬ ਤੇ ਸਤਿਕਾਰ ਨਾਲ ਰੱਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਮਲ ਰਸਨਾ ਅੰਮ੍ਰਿਤ ਪੀਆ।